लो जी, सवेरे सवेर वाली गुड ईवनिंग तो शाम वाली गुड मॉर्निंग। हो सकता तुहानूं ऐं लगदा हो कि उल्टा मैं क्यों बोलदा, पर कारण यह है भी सवेरे सवेर के हिसाब नाल पंजाब के हिसाब नाल गुड मॉर्निंग हो सकती है, ईवनिंग के हिसाब नाल कनेडा वाली हो सकती। पर जे दोवें थावां दे उपर दोवें तरह का टाइम आ तो फिर उन्होंने भी तो अग्गा पिछा करके बोले जा सकता। हो सकता स्टार्टिंग तुहानूं ऐं लगे यार किदां दीयां गल्लां करदा, पर चलो कोई गल नहीं, कुछ तो वखरा करना ही चाहिए क्योंकि चैनल भी उही प्राइम एशिया TV, प्रोग्राम भी प्राइम फोकस। मैं भी गुरप्रीत सिंह संधावालिया तुहाडे नाल ते खबरां दी गलबात जेकर आपां करिए तो जरूर रोज़ दे रोज़ बदल जांदियां ने। अज भी टकराਅ की गल कर लवांगे क्योंकि जिहड़े बंदे सरकार च होंदे उन्होंने लगदा हुंदा भी सारा कुछ असीं दुरुस्त करदे पए आ, विरोधियों नूं लगदा हुंदा भी फलानी फलानी चीज़ गलत है, कौन किनूं की कह रहा आपां उहदा जिक्र भी करना बनदा। कुछ खबरां होर ने नाल अपने परमवीर बाठ होरी। होर बाठ साहब किदां? चढ़दी कला जी, सत श्री अकाल। सत श्री अकाल महाराज, सेहतां किदां? सेहतां बहुत ठीक ने, अगे नालों मतलब अचानक ही निंबू सस्ते होए आ ओहो ते प्रशादा छकीदा। नहीं जो निंबू सस्ते, मैं शायद मुच्छां रखण दा विचार बन गया भी मुੱਛ ते निंबू टिकना चाहिए। देखो जो बंदा मूलियां ते भी निंबू पा लैंदा है ना, तो फिर शिकंजवी भी दिहाड़ी 2 वारी पींदा। ओहो सेहत तां देखो किधर जाओ। मैं हुण सोचदा ਸੀ कि ऐतकी जो छिंजां पैण तां दोए भरा चलीए। नहीं मैं नहीं जाना वीर। अच्छा नहीं, आपस ही घुलना आपां दा ना मेरा कोई इरादा नहीं उत्थे गोडे गिट्टे चलाउण दा, है ना। एवें बंदा की कहना भी मैं हुण रुमाली दी कुश्ती लड़नी है ते बाद पता लगदा भी रुमाली किते हुंदी है, कुश्ती किते हुंदी ते बंदा किते हुंदा। नहीं तो जिहड़ा घिओ दा पीपा अगले ने देना देसी दा नहीं उपर कार रहे डॉक्टर ने मना कर रहा ना, नो बिल्कुल नहीं खाना, बिल्कुल नहीं खाना, ये जम ही जांदा ही। संधालिया साहब एक ना मेरे मन च आउंदा सी कि तुसीं जिहड़े पंजाब दे सियासी बंदे हो। ਉਹ ਯਾਰ ਮੈਨੂੰ ਹੁਣ ਮੈਂ ਲੱਗਦਾ ਮੈਂ ਨਾ ਲੀਡਰੀ ਤੋਂ ਅਸਤੀਫਾ ਦੇਣ ਲੱਗਾ। ਲਓ ਜੀ ਇਹ ਨੋਟ ਕੀਤਾ ਜਾਵੇ। ਮੈਂ ਅੱਜ ਤੋਂ ਬਾਅਦ ਮੈਂ ਲੀਡਰ ਨਹੀਂ ਹੈਗਾ, ਅੱਜ ਤੋਂ ਬਾਅਦ ਨਵੇਂ ਲੀਡਰ ਆਪਾਂ ਪਰਮਵੀਰ ਬਾਠ ਹੋਰਾਂ ਬਣਾਉਂਦੇ ਆ ਜੀ ਬਾਠ। ਇਹ ਪਤਾ ਕੀ ਹੋਣਾ ਹਾਂ, ਲੋਕਾਂ ਨੇ ਕਹਿਣਾ ਇਹ ਬੰਦਾ ਹੁਣ ਫਸਣ ਵਾਲਾ ਹੁਣ ਭੱਜਣ ਨੂੰ ਫਿਰਦਾ। ਦੇਖੋ ਗੱਲ ਹੈ ਸਿੰਪਲ ਜੀ ਗੱਲ, ਜੇ ਸਾਰੇ ਪਾਸੇ ਬਦਲਾਅ ਆ ਗਿਆ ਇੱਧਰ ਵੀ ਬਦਲਾਅ ਲੈ ਆਉਣੇ ਆਪਾਂ। ਮੈਂ ਅੱਜ ਪਤਾ ਕਰਕੇ ਦੱਸਦਾ ਵੀ ਇਹਨਾਂ ਨੇ ਟੱਬਰ 'ਚ ਕਿਸੇ ਨੂੰ ਟਿਕਟ ਲੜਾਉਣੀ ਹੋਣੀ ਆ। ਨਾ ਬਿਲਕੁਲ ਨਹੀਂ, ਮੈਂ ਨਾ ਸਿਆਸਤ ਤੋਂ ਸੰਨਿਆਸ ਲੈ ਲਿਆ। ਮੈਨੂੰ ਹੋਰ ਲੱਗਦਾ, ਮੈਨੂੰ ਲੱਗਦਾ ਤੁਹਾਨੂੰ ਰਾਜਪਾਲ ਬਣਾਉਣ ਲੱਗੇ ਹੋਣੇ ਆ। ਮੈਂ ਕਿਹਾ ਮੈਨੂੰ ਭਾਵੇਂ ਗਵਰਨਰ ਬਣਾ, ਮੈਂ ਬਿਲਕੁਲ ਨਹੀਂ ਬਣਨਾ। ਅੱਜ ਤੋਂ ਨਵੇਂ ਲੀਡਰ ਪਰਮਵੀਰ ਬਾਠ ਹੋਣੀ ਜੀ ਬਾਠ ਸਾਹਿਬ। ਹੁਣ ਆਪਣੇ ਤੇ ਲਾ ਗੱਲ ਕਰਿਆ ਕਰਨੀ, ਲੀਡਰ ਇਦਾਂ ਕਰਨਗੇ। ਚਲੋ ਇਹ ਟੱਬਰ ਦੱਸੂਗਾ, ਮੈਂ ਕਿਸੇ ਪਾਸੇ ਲੀਡਰ ਲੱਗਦਾ ਹੀ। ਲੱਗਣ ਦੀ ਥੋੜਾ ਗੱਲ ਹੁੰਦੀ ਹੈ ਮਹਾਰਾਜ, ਲੀਡਰ ਦੇ ਲੱਗਣ ਦੀ ਗੱਲ ਹੁੰਦੀ ਹੈ। ਐਤਕੀਆਂ ਵਾਲੀ ਸਰਕਾਰ ਕਹਿੰਦੀ ਵੀ ਆਮ ਘਰਾਂ ਦੇ ਲੋਕਾਂ ਨੂੰ ਅਸੀਂ ਲੀਡਰ ਬਣਾਇਆ। ਹੁਣ ਐਸਾ ਵੀ ਆਮ ਘਰਾਂ ਦੇ ਲੋਕ ਲੀਡਰ ਬਣਾ ਰਹੇ ਆਪਾਂ। ਖਾਸ ਬੰਦੇ ਆਮ ਲੋਕਾਂ ਨੂੰ ਚੱਲਣ ਕਿੱਥੇ ਦਿੰਦੇ ਆ? ਨਹੀਂ ਉਹ ਤੇ ਵਿਚਾਰੇ ਉਹ ਕਹਿੰਦੇ ਵੀ ਠੀਕ ਹੈ ਜਿੱਦਾਂ ਠੀਕ ਹੈ। ਅੱਛਾ, ਮੈਂ ਜਿਹੜੀ ਗੱਲ ਕਰਨ ਲੱਗਾ ਸੀ, ਪੰਜਾਬ ਦੇ ਵਿੱਚ ਨਾ ਜੋ ਮੈਂ ਤੁਹਾਡੀ ਉਂਗਲ ਫੜ ਕੇ ਤੁਰਨਾ ਸਿੱਖਿਆ, ਉਹ ਜੋ ਮਰਜ਼ੀ ਕਹੀ ਜਾ ਹੁਣ ਤਾਂ ਜਦੋਂ ਮਤਲਬ ਸਿਆਸਤੀ ਮਤਲਬ ਸੰਨਿਆਸ ਹੀ ਲੈ ਗਿਆ, ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਅੱਛਾ ਚਲੋ ਫਿਰ ਮੈਂ ਉੱਥੋਂ ਆਇਆ ਨਾ, ਮੈਂ ਦੂਜੀ ਗੱਲ ਛੱਡੀ। ਮੈਨੂੰ ਤੁਹਾਡੀ ਗੱਲ ਤੋਂ ਚੇਤਾ ਹੈ, ਕੇਂਦਰ ਸਰਕਾਰ ਦੇ ਵਿੱਚ ਇੱਕ ਕੈਬਨਿਟ ਮੰਤਰੀ ਨਾਂ ਨਿਤਿਨ ਗਡਕਰੀ। ਜਦੋਂ ਨਾ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਦਾ ਸਵਾਲ ਆਉਂਦਾ, ਗੱਲ ਤੁਹਾਡੇ ਤੇ ਟੁਕਣੀ ਆ, ਉਹ ਜਦੋਂ ਸਵਾਲ ਆਉਂਦਾ ਤੇ ਸਾਰੇ ਕਹਿੰਦੇ ਹੁੰਦੇ ਯਾਰ ਵੀ ਗਡਕਰੀ ਸਾਹਿਬ ਕੋਈ ਠੀਕ ਕੰਮ ਕਰਦੇ ਆ। ਉਹ ਸੜਕੀ ਮੰਤਰੀ ਨੇ ਕਿ ਗਡਕਰੀ ਸਾਹਿਬ ਨੂੰ ਜੇ ਕੋਈ ਮਿਲਣ ਵੀ ਜਾਵੇ, ਅਕਸਰ ਤੁਸੀਂ ਵਿਰੋਧੀ ਧਿਰਾਂ ਦੇ MP ਵੀ ਦੇਖੋ, ਪੰਜਾਬ ਤੋਂ ਵੀ ਦੇਖੋ, ਸਭ ਤੋਂ ਵੱਧ ਜੇ ਮੰਗ ਪੱਤਰ ਕਿਤੇ ਲੈ ਕੇ ਜਾਂਦੇ ਗਡਕਰੀ ਸਾਹਿਬ ਕੋਲ ਲੈ ਕੇ ਜਾਂਦੇ ਆ। ਪਤਾ ਨਹੀਂ ਉਹ ਸਮਾਂ ਨਹੀਂ, ਕਿਉਂਕਿ ਮੈਂ ਤਾਂ ਕਦੇ ਮਿਲਿਆ ਨਹੀਂ, ਮੈਨੂੰ ਕਦੇ ਮੌਕਾ ਨਹੀਂ ਮਿਲਿਆ ਕਿ ਭਾਈ ਦੇਖੀਏ ਬੰਦੇ ਦੀ ਸ਼ਖਸੀਅਤ ਕਿੱਦਾਂ। ਆਪਾਂ ਤਾਂ ਅਖਬਾਰਾਂ ਵਾਲੇ ਬੰਦੇ ਆ, ਖਬਰਾਂ ਵਾਲੇ ਬੰਦੇ, ਉੱਧਰਲੇ ਪਾਸੇ ਨੂੰ ਕੰਮ ਜਾਣਾ। ਹੁਣ ਸੰਧਾਲੀਆ ਸਾਹਿਬ, ਗਡਕਰੀ ਸਾਹਿਬ ਨੇ ਨਾ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀ, ਮੈਂ ਤੀਸਰੀ ਸਟੇਜ ਤੇ ਜਾ ਕੇ ਤੁਹਾਡੇ ਤੇ ਆਉਣਾ। ਉਹ ਕਹਿੰਦੇ ਯਾਰ ਵੀ ਹਰ ਬੰਦਾ ਹੀ ਪਰੇਸ਼ਾਨ ਆ, ਜਾਨੀ ਕੇਂਦਰ ਸਰਕਾਰ 'ਚ ਮਿਨਿਸਟਰ ਹੈ ਉਹ ਬੰਦਾ ਸਿਰੇ ਦਾ ਟੌਪ ਦਾ, ਹਰ ਬੰਦਾ ਕਹਿੰਦੇ ਪਰੇਸ਼ਾਨ ਆ। ਜਿਹੜਾ ਬੰਦਾ ਮੁੱਖ ਮੰਤਰੀ ਬਣ ਜਾਂਦਾ ਉਹ ਇਸੇ ਗੱਲ ਦੇ ਵਿੱਚ ਪਰੇਸ਼ਾਨੀ ਰਾਤ ਦਿਨ ਤੰਗ ਰਹਿੰਦਾ ਕਿ ਮੈਨੂੰ ਯਾਰ ਕਿਤੇ ਮੁੱਖ ਮੰਤਰੀ ਦੀ ਕੁਰਸੀ ਤੋਂ ਨਾ ਲਾ ਦੇਣ। ਜਿਹੜਾ ਕਹਿੰਦੇ MLA ਹੁੰਦਾ ਉਸ ਬੰਦੇ ਨੂੰ ਇਸ ਗੱਲ ਦੀ ਚਿੰਤਾ ਹੁੰਦੀ ਹੈ ਅਗਲੀ ਟਿਕਟ ਮਿਲ ਜੂ, ਜੇ ਟਿਕਟ ਮਿਲ ਜੂ ਤਾਂ ਲੋਕ ਵੋਟਾਂ ਪਾ ਦੇਣਗੇ। ਤੇ ਜਿਹੜਾ ਬੰਦਾ ਮਿਨਿਸਟਰ ਹੁੰਦਾ ਕਹਿੰਦੇ ਉਹਨੂੰ ਇਸੇ ਗੱਲ ਤੇ ਹੁੰਦਾ ਵੀ ਮੈਨੂੰ ਯਾਰ ਕਿਤੇ ਕੈਬਨਿਟ ਦੇ ਵਿੱਚੋਂ ਬਾਹਰ ਨਾ ਕਰ ਦੇਣਾ, ਮੈਂ ਇਕੱਲਾ MLA ਨਾ ਰਹੀ। ਉਹ ਕਹਿੰਦੇ ਇੰਨੇ ਤੰਗ ਨੇ ਬੰਦੇ, ਖਾਸ ਤੌਰ ਦੇ ਉੱਤੇ ਸਿਆਸੀ, ਵੀ ਜੇ ਇੰਨਾ ਹੀ ਤੰਗ ਨੇ ਛੱਡ ਜਾਓ ਯਾਰ, ਜੇ ਤੁਹਾਨੂੰ ਦਿਨ ਰਾਤ ਚੈਨ ਹੀ ਨਹੀਂ। ਹੁਣ ਨਿਤਿਨ ਗਡਕਰੀ ਸਾਹਿਬ ਦਾ ਇੱਕ ਬਿਆਨ ਹੋਰ ਆ ਗਿਆ, ਤੁਹਾਡੇ ਬਿਆਨ ਤੇ ਉਹਨਾਂ ਦੇ ਬਿਆਨ 'ਚ ਫਰਕ ਬੜਾ ਤੱਤਾ ਬਿਆਨ ਹੈ। ਉਹ ਕਹਿੰਦੇ ਯਾਰ ਕਦੀ ਕਦੀ ਜੀ ਕਰਦਾ ਰਾਜਨੀਤੀ ਛੱਡਦੇ ਆ, ਜਾਨੀ ਮੈਂ ਹੁਣ ਟੱਬਰ ਸਮਝੂਗਾ ਇਹ ਅਜੇ 24 ਘੰਟੇ ਨੇ ਉਹ ਬਿਆਨ ਨੂੰ। ਕਹਿੰਦੇ ਜੀ ਕੇਂਦਰ ਸਰਕਾਰ 'ਚ ਮਿਨਿਸਟਰ ਹੈ, ਮੈਂ ਫਿਰ ਦੱਸਦੇ ਹਾਂ, ਕਹਿੰਦੇ ਕਦੇ ਕਦੇ ਜੀ ਕਰਦਾ ਰਾਜਨੀਤੀ ਛੱਡਦੇ ਆ। ਕਹਿੰਦੇ ਰਾਜਨੀਤੀ ਤਾਂ ਹੁੰਦੀ ਸੀ ਮਹਾਤਮਾ ਗਾਂਧੀ ਦੇ ਟਾਈਮ, ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਟਾਈਮ, ਉਦੋਂ ਰਾਜਨੀਤੀ ਹੁੰਦੀ ਸੀ ਕਿ ਲੋਕਾਂ ਲਈ ਕੰਮ ਕਿੱਦਾਂ ਕਰਨਾ, ਸਮਾਜ ਨੂੰ ਅੱਗੇ ਕਿੱਦਾਂ ਲਿਜਾਣਾ। ਅੱਜ ਕਹਿੰਦੇ ਰਾਜਨੀਤੀ ਕਹਿੰਦੇ ਕੁਰਸੀ ਨਾਲ ਚਿੰਬੜੇ ਕਿੱਦਾਂ ਰਹਿਣਾ, ਸੱਤਾ ਦੇ ਲਈ ਕਹਿੰਦੇ ਰਾਜਨੀਤੀ ਹੁੰਦੀ ਹੈ। BJP ਦੇ ਲੀਡਰ ਨੇ, BJP ਦੀ ਕੇਂਦਰ 'ਚ ਲਗਾਤਾਰ ਦੂਜੀ ਵਾਰੀ ਸਰਕਾਰ ਹੈ। ਜਿਹੜੇ ਮਹਾਰਾਸ਼ਟਰ ਸੂਬੇ ਤੋਂ ਗਡਕਰੀ ਸਾਹਿਬ ਆਉਂਦੇ ਨੇ ਉੱਥੇ ਹੁਣੇ
ਭਾਰਤੀ ਜਨਤਾ ਪਾਰਟੀ ਦੀ ਸਾਂਝੀ ਜੀ ਇੱਕ ਸਰਕਾਰ ਬਣੀ ਹੈ, ਆਲੇ ਦੁਆਲੇ ਜਿੱਥੇ ਦੇਖੋ ਬੀਜੇਪੀ ਜਿੱਤੀ ਜਾਂਦੀ ਹੈ, ਐਨ ਉਸ ਮੌਕੇ ਤੇ ਉਹਨਾਂ ਦੀ ਇੱਕ ਪਾਰਟੀ ਦਾ ਕੇਂਦਰ ਦਾ ਇੱਕ ਲੀਡਰ ਆਖੇ ਕਿ ਰਾਜਨੀਤੀ 'ਚ ਹੋਰ ਕੁਝ ਵੀ ਨਹੀਂ ਰਿਹਾ, ਰਾਜਨੀਤੀ ਕੁਰਸੀ ਹਾਸਲ ਕਰਨ ਦੀ ਪ੍ਰਕਿਰਿਆ। ਮੈਨੂੰ ਕਹਿੰਦੇ ਕਦੇ ਕਦੇ ਲੱਗਦਾ ਹੁੰਦਾ ਇਹ ਛੱਡ ਕੇ ਪਰੇ ਹੋਵਾਂ, ਬਥੇਰੇ ਕੰਮ ਨੇ ਹੋਰ ਜਿਹੜੇ ਬਿਨਾਂ ਰਾਜਨੀਤੀ 'ਚ ਆਇਆ ਹੋ ਸਕਦੇ ਆ। ਸੰਧਾਲੀਆ ਸਾਹਿਬ, ਜੇ ਇੱਕ ਕੇਂਦਰ ਸਰਕਾਰ ਦੇ ਮਿਨਿਸਟਰ ਦੇ ਮਨ ਦੇ ਵਿੱਚ ਇਹ ਗੱਲ ਆ ਰਹੀ ਹੈ, ਤੁਹਾਡੇ ਤਾਂ ਆਈ ਸਕਦੀ ਹੈ। ਨਹੀਂ ਦੇਖੋ, ਕਾਰਨ ਆ ਵੀ ਉਹਨਾਂ ਦੇ ਤੇ ਪਤਾ ਨਹੀਂ ਕਿਹੜੀ ਗੱਲ ਆਉਂਦੀ, ਉਹਨਾਂ ਦੇ ਤੇ ਕੋਲ ਵੀ ਸਭ ਕੁਝ ਹੈਗਾ, ਮੇਰੇ ਦੇ ਹੱਥ ਵੱਲੇ ਵੀ ਕੁਝ ਨਹੀਂ, ਮੈਂ ਤੇ ਤਾਂ ਆਉਣੀ ਚਾਹੀਦੀ ਹੈ ਨਾ। ਪਰ ਇੱਕ ਗੱਲ ਹੈਗੀ, ਆਪਾਂ ਥੋੜਾ ਜਿਹਾ ਪਿੱਛੇ ਲੈ ਕੇ ਚੱਲਦੇ। ਨਿਤਿਨ ਗਡਕਰੀ ਸਾਹਿਬ ਦੇ ਉੱਪਰ ਜੇ ਤੁਸੀਂ ਗੱਲ ਛੇੜੀ ਆ, ਤਾਂ ਨਿਤਿਨ ਗਡਕਰੀ ਸਾਹਿਬ ਦੇ ਅੱਜ ਹੋ ਸਕਦਾ ਵੀ ਬਹੁਤੇ ਲੋਕਾਂ ਨੂੰ ਨਾ ਧਿਆਨ 'ਚ ਹੋਵੇ, ਪਰ ਇੱਕ ਸਮਾਂ ਇਹ ਵੀ ਸੀ ਜਦੋਂ ਨਿਤਿਨ ਗਡਕਰੀ ਸਾਹਿਬ ਦਾ ਨਾਂ ਵੱਜਦਾ ਸੀਗਾ ਕਿ ਵੀ ਉਹ ਸ਼ਾਇਦ ਮੁੱਖ ਮੰਤਰੀ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਰੇਸ ਦੇ ਵਿੱਚ ਵੀ ਹੋ ਸਕਦੇ। ਮੁੱਖ ਮੰਤਰੀ ਵਿੱਚ ਇਹ ਗੱਲ ਚੱਲਦੀ, ਜਿਵੇਂ ਗੁਜਰਾਤ ਵਾਲੀ ਗੱਲ ਚੱਲੀ, ਤੇ ਪ੍ਰਧਾਨ ਮੰਤਰੀ ਗੱਲ ਚੱਲਦੀ, ਸ਼ਾਇਦ ਅਗਲਾ ਚਿਹਰਾ ਹੋ ਸਕਦੇ। ਐਂਡ ਗਡਕਰੀ ਸਾਹਿਬ ਜੇ ਆਪਾਂ ਗੱਲ ਕਰੀਏ ਵੀ ਪ੍ਰਧਾਨਗੀ, ਬੀਜੇਪੀ ਦੀ ਪ੍ਰਧਾਨਗੀ, ਉਸ ਲੈਵਲ ਤੱਕ ਦੇ ਲੀਡਰ ਦੀ ਗੱਲਬਾਤ ਚੱਲਦੀ। ਹੁਣ ਤੁਸੀਂ ਇਹ ਦੇਖੋ ਵੀ ਇੱਕ ਉਹ ਸ਼ਖਸ ਹੋਵੇ ਜਿਸ ਸ਼ਖਸ ਦਾ ਜਿਹਨੂੰ ਮੈਂ ਗਿਣਿਆ ਜਾਂਦਾ ਹੋਵੇ ਵੀ ਯਾਰ ਜੇ ਆਹ ਚਿਹਰਾ ਨਹੀਂ ਤੇ ਫਿਰ ਆ ਹੋ ਸਕਦਾ ਵੀ ਭਾਰਤ ਦੇ ਉੱਪਰਲੇ ਚੌਂਚ ਆ ਸਿੱਧੀ ਗੱਲ, ਮਤਲਬ ਇਹ ਵੀ ਐਸ ਕੁਰਸੀ ਤੇ ਜੇ ਆਹ ਬੰਦਾ ਨਹੀਂ ਤੇ ਆ ਵੀ ਇੱਕ ਆਪਸ਼ਨ ਹੋ ਸਕਦੀ ਹੈ। ਹੁਣ ਜਿਸ ਬੰਦੇ ਦਾ ਉਹ ਕੱਦ-ਬੁੱਤ ਹੋਵੇ, ਉਹਨੂੰ ਜੇ ਆਹ ਚੀਜ਼ ਮਹਿਸੂਸ ਹੋ ਰਹੀ ਹੈ ਤੇ ਇਹਦਾ ਮਤਲਬ ਵੀ ਹੋ ਸਕਦਾ ਵੀ ਕੋਈ ਅੰਦਰ ਪਾਰਟੀ ਦੇ ਵਿੱਚ ਵੀ ਖਿੱਚੋਤਾਣ ਹੋ ਸਕਦੀ, ਕਿਉਂਕਿ ਜਿਹੜਾ ਤੁਸੀਂ ਮਹਾਰਾਸ਼ਟਰ ਵਾਲੇ ਪਾਸੇ ਇਸ਼ਾਰਾ ਕੀਤਾ ਸੀ, ਕਿਉਂਕਿ ਕਾਰਨ ਹੈ ਵੀ ਜਿਵੇਂ ਜਿਵੇਂ ਪਾਰਟੀਆਂ ਲੰਮੀਆਂ ਹੁੰਦੀਆਂ ਨੇ ਜਾਂ ਉਹਨਾਂ ਦੀ ਉਮਰ ਵੱਧਦੀ ਆ, ਤਿਵੇਂ ਤਿਵੇਂ ਧੜੇਬੰਦੀਆਂ ਤੇ ਬਣਦੀਆਂ ਆ ਜੀ। ਹਰੇਕ ਲੀਡਰ ਜਿਹੜਾ ਉਹ ਕਿਸੇ ਨਾ ਕਿਸੇ ਦੀ ਉਂਗਲ ਫੜ ਕੇ ਤੇ ਤੁਰਿਆ ਹੁੰਦਾ, ਜਦੋਂ ਤੁਸੀਂ ਮੇਰਾ ਨਾਂ ਲਾਈ ਜਾਂਦੇ। ਹੁਣ ਕਾਰਨ ਇਹ ਆ ਵੀ ਉਹ ਜਿਹਦੀ ਉਂਗਲ ਫੜ ਕੇ ਤੁਰਿਆ ਹੁੰਦਾ ਉਹ ਫਿਰ ਮਗਰ ਲਿਆਂਦੇ। ਜਦੋਂ ਹੁਣ ਆਪਾਂ ਜਵਾਕ ਦੀ ਗੱਲ ਕਰ ਲਈ ਵੀ ਮੇਲੇ 'ਚ ਲੈ ਕੇ ਚੱਲ, ਹੁਣ ਜਵਾਕ ਜੇ ਮੰਨ ਲਓ ਭਾਪੇ ਦੀ ਉਂਗਲ ਫੜੀ ਆ, ਉਹਨੇ ਤੇ ਭਾਪੇ ਦੀ ਉਂਗਲ ਖਿੱਚ ਜਾਣਾ ਵੀ ਉਹ ਲੈਣਾ ਹੀ ਮੈਂ, ਤੇ ਭਾਪੇ ਦੀ ਜੇਬ 'ਚ ਹੋਵੇ ਕੁਛ ਨਾ ਆਖੇ ਵੀ ਯਾਰ ਨਹੀਂ ਪੁੱਤ ਆਪਾਂ ਕੋਈ ਨਹੀਂ ਅਗਲੀ ਵਾਰ ਲੈਣੇ, ਆ ਜਾ ਚੱਲੀਏ। ਇੱਕ ਵਾਰਾਂ, ਦੋ ਵਾਰਾਂ, ਤਿੰਨ ਵਾਰਾਂ ਜਦੋਂ ਟਰਕੋਲੋਜੀ ਹੋ ਜਾਂਦੀ ਹੈ, ਫਿਰ ਜਵਾਕਾਂ ਦੇ ਅਗਲੀ ਵਾਰ ਮੇਲ ਹੀ ਨਹੀਂ ਜਾਣਾ, ਭਾਪੇ ਨਾਲ ਤਾਂ ਬਿਲਕੁਲ ਨਹੀਂ ਜਾਣਾ, ਬਿਲਕੁਲ ਨਹੀਂ ਜਾਣਾ। ਸੋ ਹੋ ਸਕਦਾ ਵੀ ਆਪਾਂ ਨਹੀਂ ਆਂਦੇ ਇਦਾਂ ਹੈਗਾ, ਪਰ ਜੇ ਉਹਨਾਂ ਦਾ ਬਿਆਨ ਇਹੋ ਜਿਹਾ ਆਇਆ ਤੇ ਹੋ ਸਕਦਾ ਵੀ ਇਹੋ ਜਿਹੀ ਕੋਈ ਗੱਲ ਹੋਵੇ। ਬਾਕੀ ਆਉਣ ਵਾਲੇ ਦਿਨਾਂ 'ਚ ਕਲੀਅਰ ਹੋ ਜਾਣੀ ਆ। ਬਾਕੀ ਜਿਸ ਮੌਕੇ ਤੇ ਉਹ ਸੰਨਿਆਸ ਦੀ ਗੱਲ ਕਰਦੇ, ਮੈਂ ਨਾ ਕਰਨ ਇਹੋ ਜਿਹੀ ਗੱਲ, ਕਿਉਂਕਿ ਉਹਨਾਂ ਦਾ ਜਿਹੜਾ ਚੰਦ ਕੁ ਮਹੀਨੇ ਪੁਰਾਣਾ ਬਿਆਨ ਸੀਗਾ ਉਹਦੇ ਤੋਂ ਬੜੀਆਂ ਆਸਾਂ ਨੇ ਲੋਕਾਂ ਨੂੰ ਕਿ ਵੀ 2024 ਤੱਕ ਭਾਰਤ ਦੇ ਵਿੱਚ ਅਮਰੀਕਾ ਵਰਗੀਆਂ ਸੜਕਾਂ ਹੋਣਗੀਆਂ। ਆਪਾਂ ਜਾਣਦੇ ਵੀ ਅਮਰੀਕਾ ਦੇ ਵਿੱਚ ਸੜਕਾਂ ਦਾ ਕਿੱਡਾ ਵਧੀਆ ਜਾਲ, ਇਹ ਤੂੰ ਕੈਨੇਡਾ ਵਾਲੇ ਆਖੀ ਜਾਂਦੇ ਨੇ ਵੀ ਯਾਰ ਕੈਨੇਡਾ 'ਚ ਕੋਈ ਸੜਕਾਂ ਨੇ, ਸੜਕਾਂ ਤੇ ਅਮਰੀਕਾ 'ਚ ਨੇ ਬਸ। ਹੁਣ ਜੇ ਕੈਨੇਡਾ ਵਾਲਿਆਂ ਨੂੰ ਲੱਗਦਾ ਵੀ ਸੜਕਾਂ ਅਮਰੀਕਾ 'ਚ ਨੇ ਤੇ ਉਹੋ ਜਿਹੀਆਂ ਸੜਕਾਂ ਉਹ ਕਹਿੰਦੇ ਵੀ 24 ਤੱਕ ਆਪਾਂ ਇੰਡੀਆ 'ਚ ਬਣਾ ਦੇਣੀਆਂ, ਫਿਰ ਆਸ ਤੇ ਹੁੰਦੀ ਹੈ। ਨਹੀਂ ਸੰਧਾਲੀਆ ਸਾਹਿਬ ਇਹ ਗੱਲ ਠੀਕ ਹੈ, ਮੈਨੂੰ ਲੱਗਦਾ ਕਿ ਉਹ ਸੰਨਿਆਸ ਲੈਣ ਨਾ ਲੈਣ, ਕਿਉਂਕਿ ਜਿਹੜੇ ਉਹਨਾਂ ਨੇ ਦੋ ਤਿੰਨ ਗੱਲਾਂ ਉਹ ਕੀਤੀਆਂ। ਪਹਿਲੀ ਗੱਲ ਹੈ ਕਿ ਉਹ ਸਵਾਲ ਛੱਡ ਦਿੱਤਾ ਉਹਨਾਂ ਨੇ, ਸੰਨਿਆਸ ਲੈਂਦੇ ਨਹੀਂ ਲੈਂਦੇ ਗਡਕਰੀ ਸਾਹਿਬ ਨੂੰ ਪਤਾ ਹੈ। ਸਾਰੀਆਂ ਰਾਜਸੀ ਧਿਰਾਂ ਕਹਿੰਦੀਆਂ ਕਾਂਗਰਸ ਨੂੰ ਪੁੱਛ ਲਓ ਸੇਵਾ ਕਰਨੀ ਜੀ, ਬੀਜੇਪੀ ਨੂੰ ਕਹਿੰਦੇ ਇਹ ਤਾਂ ਕਰਨੀ ਹੋਈ ਸੇਵਾ ਕਰ ਲਈ, ਹੋਰ ਕੁਝ ਵੀ ਨਹੀਂ ਕਰਨਾ। ਬਾਕੀ ਸਾਰੀਆਂ ਧਿਰਾਂ ਵੀ ਸਰ ਠੀਕ ਹੈ ਜੀ, ਘਰੋਂ ਠੀਕ ਹੈ, ਰੋਟੀ ਪਾਣੀ ਲੰਗਰ ਪਾਣੀ ਪ੍ਰਸ਼ਾਦਾ ਬਾਬੇ ਨੇ ਵਧੀਆ ਦਿੱਤਾ, ਆਹ ਤਾਂ ਸਮਾਜ ਸੁਧਾਰਨਾ। ਉਹ ਕਹਿੰਦੇ ਸਮਾਜ ਸੁਧਾਰਨ ਵਾਲੀ ਗੱਲ ਹੀ ਕੋਈ ਨਹੀਂ, ਸਿਰਫ ਸੱਤਾ ਪ੍ਰਾਪਤੀ ਹੈ। ਇਹਦਾ ਮਤਲਬ ਹੈ ਕਿ ਜੇ ਉਂਗਲੀ ਉਹਨਾਂ ਨੇ ਬਾਕੀ ਸਿਆਸੀ ਧਿਰਾਂ 'ਤੇ ਖੜੀ ਕੀਤੀ ਹੈ ਤਾਂ ਆਪਦੀ ਇਸ ਪਾਰਟੀ ਜਿਹੜੀ ਸਭ ਤੋਂ ਵੱਡੀ ਉੱਤੇ ਵੀ ਖੜੀ ਹੈ। ਉਹਨਾਂ ਨੇ ਇੱਕ ਉਦਾਹਰਨ ਦਿੱਤੀ, ਇਹ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਟ ਕੀਤੀਆਂ ਜਾਣੀਆਂ ਗੱਲਾਂ। ਇੱਕ ਲੀਡਰ ਹੁੰਦੇ ਸੀ ਜਾਰਜ ਫਰਨਾਂਡਿਸ, ਡਿਫੈਂਸ ਮਿਨਿਸਟਰ ਵੀ ਬਣੇ। ਹੋ ਸਕਦਾ ਕਿ ਉਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਡਿਫੈਂਸ ਮਿਨਿਸਟਰ ਜਾਂ ਵੱਡੇ ਮੰਤਰੀ ਸਰਹੱਦ ਦੇ ਉੱਤੇ ਜਾ ਕੇ ਦੇਖਦੇ ਹੁਣ। ਮੈਂ ਤਾਂ ਆਪਣੀ ਸੁਰਤ ਦੇ ਵਿੱਚ ਉਹ ਪਹਿਲਾ ਡਿਫੈਂਸ ਮਿਨਿਸਟਰ ਦੇਖਿਆ ਸੀ ਜਿਹੜਾ ਬੰਦਾ ਐਨ ਬਾਰਡਰ ਤੇ ਜਾ ਕੇ, ਜਿੱਥੇ ਬਰਫ਼ ਪਈ ਹੈ, ਫੌਜੀਆਂ ਵਾਲੀ ਵਰਦੀ ਪਾ ਕੇ ਐਨ ਬਾਰਡਰ ਤੇ ਖਲੋਤਾ ਹੁੰਦਾ ਸੀ ਫੌਜੀਆਂ ਦੇ ਕੋਲ। ਨਿਤਿਨ ਗਡਕਰੀ ਨੇ ਕਿਹਾ, ਕਹਿੰਦੇ ਜੀ ਮੈਂ ਉਸ ਬੰਦੇ ਦਾ ਮਰੀਦ ਹਾਂ ਤੇ ਉਹ ਬੰਦਾ ਇਹਨਾਂ ਦੇ ਨੇੜੇ ਨਹੀਂ ਸੀ ਟੁੱਕਦਾ ਇਸ ਪਾਰਟੀ ਦੇ ਸੀਗਾ। ਚਲੋ ਇੱਕ ਦੋ ਵਾਰੀ ਨੇੜੇ ਤੇੜ ਹੋਈ। ਉਹ ਬੰਦਾ ਕਹਿੰਦੇ ਜੀ ਸਾਦਾ ਰਹਿੰਦਾ ਸੀ, ਉਹਨੂੰ ਕੋਈ ਲਾਲਚ ਦੇ ਦਿਓ ਸਿਆਸੀ ਤੌਰ ਤੇ, ਉਹ ਬੰਦਾ ਉਧਰ ਨੂੰ ਤੁਰਦਾ ਹੀ ਨਹੀਂ ਸੀ। ਹੁਣ ਤੁਸੀਂ ਦੇਖੋ ਕਿ ਕੇਂਦਰ ਸਰਕਾਰ ਦਾ ਇੱਕ ਮਿਨਿਸਟਰ ਭਾਸ਼ਣ ਦੇ ਰਿਹਾ, ਕੈਮਰੇ ਚੱਲ ਰਹੇ ਨੇ, ਕੋਈ ਚੋਰੀ ਛਿਪੇ ਰਿਕਾਰਡ ਕੀਤੀ ਗੱਲਬਾਤ ਨਹੀਂ, ਤੇ ਉਹ ਆਪਦੀ ਕਿਸੇ ਸਿਆਸੀ ਪਾਰਟੀ ਦੀ ਬੰਦੇ ਦੀ ਉਦਾਹਰਨ ਨਹੀਂ ਦੇ ਰਿਹਾ। ਉਸ ਬੰਦੇ ਦੀ ਉਦਾਹਰਨ ਦੇ ਰਿਹਾ ਜਿਹੜਾ ਦੁਨੀਆ 'ਚ ਨਹੀਂ, ਉਸ ਬੰਦੇ ਦੀ ਉਦਾਹਰਨ ਦੇ ਰਿਹਾ ਜਿਹੜਾ ਪਹਿਲਾਂ ਮਿਨਿਸਟਰ ਰਿਹਾ, ਤੇ ਉਸ ਬੰਦੇ ਦੀ ਉਦਾਹਰਨ ਦੇ ਰਿਹਾ ਜਿਹਨੂੰ ਆਖਰੀ ਮੌਕੇ ਤੇ ਆ ਕੇ ਟਿਕਟ ਦੇਣੋਂ ਵੀ ਹਟ ਗਿਆ ਸੀ। ਹੁਣ ਸਿਆਸੀ ਲੀਡਰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ, ਤੇ ਜਾਰਜ ਫਰਨਾਂਡਿਸ ਵਰਗੇ ਲੀਡਰ ਜੇ ਉਹ ਸੱਚੀਓ ਚੰਗੇ ਸੀ, ਮੈਂ ਕਹਿੰਦਾ ਮਾੜਾ ਮੋਟਾ ਉਧਰਲੇ ਪਾਸੇ ਨੂੰ ਤੁਰਨਾ, ਨੋਟ ਕਿਤੇ ਨਾਲ ਲੈ ਜਾਣੇ ਆ। ਨਹੀਂ ਪਰ ਇੱਕ ਗੱਲ ਹੈ ਵੀ ਡੰਡਾ ਇੱਕ ਹੋਰ ਲੈਣਾ ਪੈਣਾ। ਦੇਖੋ ਪੀੜ੍ਹੀ ਥੱਲੇ ਸੋਟਾ ਫੇਰਨਾ ਇਹ ਮੁਹਾਵਰਾ ਆਮ ਬੰਦੇ ਤੇ ਟੁਕਦਾ, ਕਿਉਂਕਿ ਉਹਦੇ ਕੋਲ ਇੱਕੋ ਪੀੜ੍ਹੀ ਹੁੰਦੀ, ਇੱਕੋ ਡੰਡਾ ਹੁੰਦਾ। ਸਿਆਸੀ ਬੰਦਾ ਜਦ ਤੱਕ ਅਗਲੇ ਦੀ ਪੀੜ੍ਹੀ ਥੱਲੇ ਡੰਡਾ ਕੱਢੂਗਾ ਫੇਰ ਹੀ ਆਪਣੀ ਥੱਲੇ ਫੇਰੂਗਾ ਨਾ। ਆਪਣੀ ਪੀੜ੍ਹੀ ਉਹ ਕਹਿੰਦਾ ਵੀ ਵੀਰ ਉਹਦੀ ਪੀੜ੍ਹੀ ਥੱਲੇ ਤੇ ਡੰਡਾ ਮੈਂ ਰੱਖਣਾ, ਆਪਣੇ ਲਈ ਮੈਨੂੰ ਵੱਖਰਾ ਦੇ ਦਿਓ ਇੱਕ। ਸੋ ਇਸ ਕਰਕੇ ਹੋ ਸਕਦਾ ਵੀ ਚਲੋ ਇਹਦੇ 'ਚ ਉਹ ਚੇਂਜ ਆਉਂਦੀ ਕਿ ਨਹੀਂ ਆਉਂਦੀ, ਪਰ ਮੈਨੂੰ ਅਜੇ ਦਿੱਲੀ ਦੂਰ ਲੱਗਦੀ ਆ। ਉਹਨੂੰ ਭਾਵੇਂ ਤੁਸੀਂ ਜਿਹੜੀ ਮਰਜ਼ੀ ਐਕਸਪ੍ਰੈਸ ਟ੍ਰੇਨ ਚਲਾ ਲਓ, ਇਹ ਦਿੱਲੀ ਦੂਰ ਹੀ ਰਹਿਣੀ ਹੈ। ਇੱਕ ਗੱਲ ਹੋਰ ਕਰਨੀ ਆ, ਮੈਂ ਕਿਹਾ ਤੀਜੀ ਗੱਲ ਤੁਹਾਡੀ ਤੇ ਆਉਣਾ। ਮੈਂ ਕਿਹਾ ਕੋਈ ਗੱਲ ਨਹੀਂ, ਬੈਠੇ ਆ। ਮੰਨ ਲਓ ਅੱਜ ਤੁਸੀਂ ਸੰਨਿਆਸ ਲੈ ਲਿਆ, ਜਿਹਨੂੰ
ਕਿਉਂਕਿ ਬੜੀ ਵਾਰੀ ਪੰਜਾਬ ਦੇ ਬੜੇ ਲੀਡਰ ਨੇ, ਮੈਂ ਨਾਂ ਨਹੀਂ ਲੈਣਾ, ਜਿਹੜੇ ਕਹਿੰਦੇ ਹੁੰਦੇ ਹੁਣ ਨਹੀਂ ਇਲੈਕਸ਼ਨ ਲੜਨੀ, ਮੈਂ ਨਹੀਂ ਨਾਂ ਲੈਣਾ, ਮੈਂ ਫੇਰ ਕਹਿੰਨੇ 3-4 ਵਾਰੀ ਤਾਂ ਆਪਾਂ ਸੁਣਿਆ ਫੇਰ ਇਲੈਕਸ਼ਨ ਲੜਦੇ ਆ। ਮੈਨੂੰ ਤੁਹਾਡੇ ਤੋਂ ਆਸਾਂ ਬੜੀਆਂ ਉਸ ਮੁੱਦੇ ਤੇ ਕਿ ਤੁਸੀਂ ਕਿੰਨੀ ਵਾਰੀ ਸੰਨਿਆਸ ਲੈ ਕੇ ਕਿੰਨੀ ਵਾਰੀ ਮੈਂ ਅੱਜ ਦਾ ਦਿਨ ਤੇ ਲੈ ਲੈਣਾ ਜੀ, ਫਿਰ ਤੁਸੀਂ ਕੱਲ ਨੂੰ ਪਤਾ ਕਹਿਣਾ ਹਜੇ ਪੰਜਾਬ ਦੀਆਂ ਸਮੱਸਿਆਵਾਂ ਬੜੀਆਂ, ਮੈਨੂੰ ਇੱਕ ਵਾਰੀ ਇਲੈਕਸ਼ਨ ਲੜਨੀ ਪੈਣੀ। ਮੈਂ ਉਨੀ ਦੇਰ ਇਲੈਕਸ਼ਨ ਲੜੀ ਨਾ ਸਮੱਸਿਆ ਮੁੱਕੇ ਨਾ ਤੁਸੀਂ ਇਲੈਕਸ਼ਨ ਲੜਨ ਹਟੋ। ਬੀਬੀ ਮਮਤਾ ਬੈਨਰਜੀ, ਮੈਂ ਜ਼ਿਕਰ ਕਰਨਾ ਸੀ ਉਹਨਾਂ ਦਾ, ਤੁਹਾਡੀ ਗੱਲ ਤੋਂ ਹੀ ਚੇਤਾ ਆ ਗਿਆ, ਉਹ ਅੱਜ ਸੱਚੇ 'ਚ ਹੀ ਨਹੀਂ ਸੀਗਾ ਗੱਲ ਕਰਨੀ ਆ। ਦੇਖੋ ਪੰਜਾਬ ਦੇ ਜਿਹੜੇ ਲੀਡਰ ਲੋਕ ਨੇ, ਕਿਉਂਕਿ ਅਸੀਂ ਤੁਹਾਡਾ ਜੇ ਸੰਨਿਆਸ ਪ੍ਰਵਾਨ ਕੀਤਾ ਕਿ ਨਹੀਂ ਕੀਤਾ ਇਹ ਤਾਂ ਪਰਿਵਾਰ ਦੇ ਮੈਂਬਰਾਂ ਨੇ ਦੱਸਣਾ ਨਾ। ਨਹੀਂ ਤੁਸੀਂ ਜ਼ਰੂਰ ਟਿੱਪਣੀ ਕਰੋ ਜੀ ਵੀ ਮੈਂ ਸੰਨਿਆਸ ਲੈ ਲਿਆ, ਵੀ ਮੈਂ ਅੱਜ ਤੋਂ ਬਾਅਦ ਲੀਡਰੀ ਛੱਡੀ, ਮੈਂ ਨਾ ਪਹਿਲਾਂ ਲੀਡਰ ਸੀ ਐਵੇਂ ਮੈਨੂੰ ਬਣਾਇਆ ਸੀ ਤੇ ਹੁਣ ਤੇ ਬਿਲਕੁਲ ਨਹੀਂ ਹੈਗਾ, ਗੱਲੀ ਬਾਤ ਵੀ ਲੀਡਰ ਨਹੀਂ ਹੈਗਾ। ਮੈਂ ਤਾਂ ਕਹਿੰਦਾ ਵੀ ਤੁਸੀਂ ਦੱਸੋ ਵੀ ਬੰਦਾ ਲੀਡਰੀ ਛੱਡੂ ਹੈ? ਨਹੀਂ ਦੇਖੋ ਇੱਕ ਉਹਨਾਂ ਦਾ ਮੰਤਰਾਲਾ ਵੱਡਾ, ਇੱਕ ਮਾਂ ਕਹਿੰਦੇ ਮੈਂ ਨਹੀਂ ਐਤਕੀ ਰਹਿਣ ਦੋ, ਮੈਂ ਨਹੀਂ ਮੰਤਰੀ ਬਣਨਾ, ਬਾਅਦ 'ਚ ਪਤਾ ਹੁੰਦਾ ਵੀ ਭੂਆ ਦੇ ਮੁੰਡੇ ਲਈ ਟਿਕਟ ਮੰਗਦੇ ਆ ਨਾਲ, ਵੀ ਇੱਕ ਮੇਰੀ ਇੱਕ ਭੂਆ ਦੇ ਮੁੰਡੇ ਦੀ। ਅੱਛਾ ਗੱਲ ਨਿਬੇੜ ਲੈਣ ਦਿਓ। ਪੰਜਾਬ 'ਚ ਜਿੰਨੀ ਵਾਰੀ ਵੀ ਕਿਸੇ ਮੰਤਰੀ ਦੇ ਉੱਤੇ, ਕਿਸੇ ਐਮਐਲਏ ਦੇ ਉੱਤੇ ਦੋਸ਼ ਲੱਗੇ, ਸੰਧਾਲੀਆ ਸਾਹਿਬ ਉਸ ਪਾਰਟੀ ਦਾ ਵੱਡਾ ਲੀਡਰ ਕਲੀਨ ਚਿੱਟ ਜੇਬ 'ਚ ਪਾ ਕੇ ਬੈਠਾ, ਸਾਡੇ ਬੰਦੇ ਨੂੰ ਫਸਾਇਆ ਜਾ ਰਿਹਾ। ਆ ਦਿੱਲੀੋਂ ਵੀ ਸਤਿੰਦਰ ਜੈਨ ਚੱਕਿਆ, ਸਿਹਤ ਮੰਤਰੀ, ਕੇਜਰੀਵਾਲ ਸਾਹਿਬ ਕਹਿੰਦੇ ਸੀ ਫਸਾਇਆ ਜਾ ਰਿਹਾ। ਅਜੇ ਸਿਸੋਦੀਆ ਸਾਹਿਬ ਤੇ ਪਰਚਾ ਹੋਇਆ ਕਿ ਨਹੀਂ ਹੋਇਆ ਮੈਨੂੰ ਨਹੀਂ ਪਤਾ। ਕੇਜਰੀਵਾਲ ਸਾਹਿਬ ਕਹਿੰਦੇ ਸਾਡਾ ਬੰਦਾ ਐਨ ਪਾਕ ਸਾਫ਼ 22 ਸਾਲ ਦਾ, ਮੈਨੂੰ ਪਤਾ। ਪੰਜਾਬ ਦੇ ਵਿੱਚ ਕਈ ਲੀਡਰ, ਧਰਮਸੋਤ ਸਾਹਿਬ ਹੁਣ ਅੰਦਰ ਨੇ, ਅਜੇ ਦੋਸ਼ ਨਹੀਂ ਸਾਬਤ ਹੋਏ, ਉਹਨਾਂ ਦੀ ਕਲੀਨ ਚਿੱਟ ਟਾਈਮ ਨਹੀਂ ਆ ਗਈ ਸੀ। ਨਹੀਂ ਉਹਨਾਂ ਦੀ ਕਲੀਨ ਚਿੱਟ ਦੀ ਕਿਤੇ ਝੱਗੇ ਧੁੱਪ ਗਈ ਨਾ, ਧੁੱਪ ਗਈ ਨਾ, ਉਹ ਤਾਂ ਕਹਿੰਦਾ ਨਾ ਯਾਰ ਸੌਦੇ ਵਾਲੀ ਪਰਚੀ, ਕਹਿੰਦਾ ਉਹ ਯਾਰ ਉਹਦੇ ਵਿੱਚ ਹੀ ਧੁੱਪ ਗਈ, ਉਹ ਕਿਤੇ ਕਲੀਨ ਚਿੱਟ ਧੁੱਪ ਗਈ ਨਾਲ ਹੀ। ਤੁਸੀਂ ਇਹ ਦੇਖੋ ਕਿ ਫਰਕ ਕਿੰਨਾ ਆ। ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਆ, 2 ਹੀ ਸੂਬੇ ਵੰਡ ਹੋਏ, ਇੱਕ ਬੰਗਾਲ ਤੇ ਇੱਕ ਪੰਜਾਬ। ਉਹ 2 ਹੀ ਸੂਬਿਆਂ ਦੇ ਵਿੱਚ ਦੁਨੀਆ ਇੱਧਰ ਉੱਧਰ ਆਈ ਤੇ ਉਹ ਪੰਜਾਬ ਤੇ ਬੰਗਾਲ, ਤੇ ਪੰਜਾਬ ਵਾਲੇ ਕਲੀਨ ਚਿੱਟ ਜੇਬ 'ਚ ਰੱਖਦੇ ਜਿਹੜੀ ਮਰਜ਼ੀ ਸਿਆਸੀ ਪਾਰਟੀ ਹੋਵੇ। ਤੇ ਪੱਛਮੀ ਬੰਗਾਲ ਦੇ ਵਿੱਚ ਉਹ ਪਾਰਥ ਚੈਟਰਜੀ ਸੀ ਬੰਦਾ ਜਿਹੜਾ ਮਿਨਿਸਟਰ, ਉਹਦੇ ਉੱਤੇ ਦੋਸ਼ ਲੱਗਾ ਕਿ ਉਹਨੇ ਅਧਿਆਪਕ ਭਰਤੀ ਕੀਤੇ, ਘੁਟਾਲਾ ਬਹੁਤ ਵੱਡਾ ਕੀਤਾ, ਹੁਣ ਤਾਂ ਉਹਦਾ ਮਹਿਕਮਾ ਬਦਲਿਆ ਤੇ ਮਮਤਾ ਬੈਨਰਜੀ ਦੇ ਬਹੁਤ ਨੇੜੇ। ਉਹ ਬੰਦੇ ਨੂੰ ਈਡੀ ਨੇ ਆ ਕੇ ਚੱਕ ਲਿਆ, ਗ੍ਰਿਫਤਾਰ ਕੀਤਾ, ਫਿਰ ਉਹਨੂੰ ਕਹਿੰਦਾ ਜੀ ਮੇਰੇ ਤਾਂ ਪੇਨ ਬੜੀ ਹੁੰਦੀ ਹੈ ਹਨਾ, ਵੀ ਮੈਂ ਦਰਦ ਹੀ ਬੜਾ ਹੁੰਦਾ, ਸਹਾਰਿਆਂ ਜਾਂ ਖਲੋਇਆ ਨਹੀਂ ਜਾਂਦਾ। ਚੈੱਕਅਪ ਕਰਾਇਆ, ਕਹਿੰਦੇ ਜੀ ਇਹ ਬੰਦਾ ਬਿਲਕੁਲ ਠੀਕ ਹੈ, ਇਹਨੂੰ ਲੈ ਜਿੱਥੇ ਪੁੱਛਗਿੱਛ ਕਰਨੀ ਕਰੋ। ਲੋਕ ਉਡੀਕਣ ਬੀਬੀ ਮਮਤਾ ਬੈਨਰਜੀ ਕਲੀਨ ਚਿੱਟ ਕਦੋਂ ਦਿੰਦੀ ਹੈ। ਸੰਧਾਲੀਆ ਸਾਹਿਬ, ਇੱਕ ਹੁੰਦਾ ਗਲ ਲਾਉਣਾ, ਜਿੱਦਾਂ ਆਪਣੇ ਬੰਦੇ ਗਲ ਲਾ ਲੈਂਦੇ ਕਲੀਨ ਚਿੱਟ ਦੇ ਕੇ, ਇੱਕ ਹੁੰਦਾ ਗਲੋਂ ਲਾਉਣਾ, ਸਾਨੂੰ ਪਤਾ, ਇੱਕ ਹੁੰਦਾ ਸੱਚ ਨਾਲ ਖੜਨਾ। ਜੋ ਬੀਬੀ ਮਮਤਾ ਬੈਨਰਜੀ ਦੀ ਸਟੇਟਮੈਂਟ ਆਈ ਹੈ, ਉਹ ਮੁੱਖ ਮੰਤਰੀ ਹੈ, ਉਹਦਾ ਮਿਨਿਸਟਰ ਚੱਕਿਆ, ਦੋਸ਼ ਬਹੁਤ ਵੱਡਾ ਲੱਗਾ, 20-30 ਕਰੋੜ ਰੁਪਈਆ ਤਾਂ ਉਹ ਮੰਤਰੀ ਦੀ ਸਾਥਣ ਦੇ ਘਰੋਂ ਮਿਲਿਆ ਕੈਸ਼। ਉਹ ਬੀਬੀ ਕਹਿੰਦੀ ਗੱਲ ਇਹ ਹੈ ਕਿ ਜੇ ਮੇਰੇ ਮੰਤਰੀ ਨੇ ਕੁਝ ਗਲਤ ਕੀਤਾ ਹੈ, ਭਾਵੇਂ ਉਮਰ ਕੈਦ ਦੇ ਦਿਓ, ਇੱਕ ਸ਼ਬਦ ਨਹੀਂ ਮੇਰੇ ਮੂੰਹੋਂ ਤੁਸੀਂ ਸੁਣੋਗੇ, ਪਰ ਇੱਕ ਸ਼ਰਤ ਰੱਖੀ, ਇਨਕੁਆਇਰੀ ਕਰੋ, ਜਾਂਚ ਕਰੋ, ਜਿਹੜੀ ਮਰਜ਼ੀ ਏਜੰਸੀ ਤੋਂ ਕਰੋ, ਪਰ ਸਮਾਬੱਧ ਕਰ ਦਿਓ। 10 ਦਿਨਾਂ 'ਚ ਕਰਨੀ ਹੈ, 20 'ਚ ਕਰਨੀ ਹੈ, 50 'ਚ ਕਰਨੀ ਹੈ, 100 ਦਿਨ ਚਾਹੀਦੇ ਆ, 200 ਚਾਹੀਦੇ ਆ, ਇੱਕ ਡੇਟ ਦੇ ਦਿਓ ਕਿ ਭਾਈ ਅਸੀਂ ਜਾਂਚ ਪੜਤਾਲ ਕਰਨੀ ਹੈ, ਇੰਨੇ ਦਿਨਾਂ ਜਾਂਚ ਮੁਕੰਮਲ ਹੋ ਜੂ। ਕਹਿੰਦੇ ਜੇ ਬੰਦਾ ਦੋਸ਼ੀ ਹੈ ਨਾ ਤਾਂ ਤੁਸੀਂ ਉਹਨੂੰ ਭਾਵੇਂ ਉਮਰ ਕੈਦ ਕਰ ਦਿਓ, ਸਾਡੇ ਵੱਲੋਂ ਕੋਈ ਲੈਣਾ ਦੇਣਾ ਨਹੀਂ ਜਿਹੜਾ ਬੰਦਾ ਗਲਤ ਕੰਮ ਕਰਦਾ ਹੈ। ਮੈਂ ਪੰਜਾਬ 'ਚ ਅੱਜ ਤੱਕ ਕਿਸੇ ਲੀਡਰ ਦੇ ਮੂੰਹੋਂ ਸੁਣਿਆ ਹੀ ਨਹੀਂ। ਹਾਂਜੀ ਦੇਖੋ ਕਾਰਨ ਕੋਈ ਆ ਵੀ ਜੇ ਕੰਮ ਕਰਦੇ ਮਮਤਾ ਬੈਨਰਜੀ ਹੋਣੀ, ਤੇ ਇਹੀ ਕਾਰਨ ਹੈ ਵੀ ਇੰਨੀ ਵਾਰ ਇੰਨੀਆਂ ਪਾਰਟੀਆਂ ਨੂੰ ਟੱਕਰ ਦੇਣ ਤੋਂ ਬਾਅਦ ਤੁਸੀਂ ਦੇਖੋ ਵੀ ਇੱਕ ਨਵੀਂ ਪਾਰਟੀ ਬਣਾਉਣੀ, ਨਵੀਂ ਪਾਰਟੀ ਨੂੰ ਉੱਥੇ ਜਾ ਕੇ ਐਸਟੈਬਲਿਸ਼ ਕਰਨਾ, ਤੇ ਜਿਹੜੀਆਂ ਪੁਰਾਣੀਆਂ ਐਸਟੈਬਲਿਸ਼ਡ ਪਾਰਟੀਆਂ ਸੀਗੀਆਂ, ਕੁਛ ਇੱਕ ਜਥੇਬੰਦੀਆਂ ਨੂੰ ਇਹ ਲੱਗਦਾ ਸੀ ਲੈ ਸਾਡੇ ਤੋਂ ਕਿਤੇ ਖੁੱਸਣ ਲੱਗਿਆ ਵੀ ਪੱਛਮੀ ਬੰਗਾਲ ਜੀ, ਫਿਰ ਕਾਂਗਰਸ ਪਾਰਟੀ ਸਵਾ ਸਦੀ ਪੁਰਾਣੀ ਪਾਰਟੀ ਨੂੰ ਲੱਗਦਾ ਲੈ ਇੱਦਾਂ ਕਿੱਦਾਂ ਹੋ ਗਿਆ ਕਿਤੇ ਸਾਡੇ 'ਚੋਂ ਨਿਕਲ ਕੇ ਮਮਤਾ ਬੈਨਰਜੀ ਨੇ ਕੀ ਕਰ ਲੈਣਾ। ਫਿਰ ਬੀਜੇਪੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ, ਉਹਨੂੰ ਲੱਗਦਾ ਲੈ ਐਤਕੀ ਤਾਂ ਆਪਾਂ ਪੱਛਮੀ ਬੰਗਾਲ ਜਿੱਤਿਆ ਹੀ ਲੈ। ਜੇ ਸਾਰਿਆਂ ਦੇ ਜ਼ੋਰ ਲਾਉਣ ਦੇ ਬਾਵਜੂਦ ਵੀ ਉਹ ਬੀਬੀ ਖੜੀ ਹੈ ਜਾਂ ਲੋਕ ਉਹਦੇ ਨਾਲ ਖੜੇ ਨੇ, ਤੇ ਹੋ ਸਕਦਾ ਵੀ ਆਹ ਵਾਲਾ ਜਿਹੜਾ ਕਿਰਦਾਰ ਆ ਉਹ ਲੋਕਾਂ ਨੇ ਦੇਖਿਆ ਹੋਵੇ। ਤੇ ਮੇਰੇ ਖਿਆਲ ਨਾਲ ਇਹੋ ਜਿਹੇ ਲੀਡਰਾਂ ਦੀ, ਇਹੋ ਜਿਹੇ ਨੇਤਾਵਾਂ ਦੀ ਲੋੜ ਵੀ ਹੁੰਦੀ ਆ। ਬਾਕੀ ਚਲੋ ਜੇ ਉਹਨਾਂ ਨੇ ਕਹਿ ਦਿੱਤਾ, ਉਹਨਾਂ ਕਹਿਦਾ ਨਾ ਸਮਾਂ ਬਾਅਦ ਅਸੀਂ ਹੁਣ ਕਰਨੇ ਨਹੀਂ ਕਰਨੇ, ਇਹ ਟਾਈਮ ਦੱਸੋ। ਨਹੀਂ ਪਰ ਇੱਕ ਗੱਲ ਤਾਂ ਹੈਗੀ ਆ, ਮੈਂ ਕਹਿੰਦਾ ਕਿ ਸਮਾਂ ਬਾਅਦ ਕਰ ਲੈਣ ਸੰਧਾਲੀਆ ਸਾਹਿਬ। ਮੈਂ ਫਿਰ ਮੇਰੇ ਮਨ 'ਚ ਆਉਂਦਾ ਸੀ ਇਹਦੇ ਪੰਜਾਬ ਦਾ ਕੋਈ ਲੀਡਰ ਚੱਕ ਬਾਅਦ 'ਚ ਹੋ ਜਾਵੇ, ਧਰਨੇ ਪਹਿਲਾਂ ਸਾਡਾ ਬੰਦਾ ਚੱਕ ਲਿਆ, ਸਾਡੇ ਬੰਦੇ ਨੂੰ ਬੋਰੀ 'ਚ ਪਾ ਲਿਆ, ਸਾਡੇ ਬੰਦੇ ਨੂੰ ਬੋਰੇ 'ਚ ਪਾ ਲਿਆ, ਜਿਹਦਾ ਕੋਲ ਖੜ ਕੇ ਪਵਾ ਕੇ ਆਏ ਹੁੰਦੇ ਆ। ਨਹੀਂ ਦੇਖੋ ਕਾਰਨ ਆ ਵੀ ਉਹ ਇਸ ਕਰਕੇ ਵੀ ਕਰਨਾ ਪੈਂਦਾ ਨਾ ਵੀਰ ਜੀ, ਅੱਜ ਨਾ ਗਏ ਫਿਰ ਕੱਲ੍ਹ ਨੂੰ ਕਿਸੇ ਨੇ ਆਉਣਾ ਨਹੀਂ, ਕੱਲ੍ਹ ਨੂੰ ਆਊਗਾ। ਹਾਂ ਇਹ ਵੀ ਗੱਲ ਹੁੰਦੀ ਆ। ਪਰ ਚਲੋ ਜੋ ਵੀ ਆ, ਇੱਕ ਗੱਲ ਤੇ ਪੱਕੀ ਆ ਵੀ ਜੇ ਸਿਆਸਤ ਨੂੰ ਆਪਾਂ ਚਲੋ ਗਡਕਰੀ ਸਾਹਿਬ ਦੀ ਗੱਲ ਤੋਂ ਸ਼ੁਰੂ ਕਰ ਲੈਂਦੇ ਵੀ ਜੇ ਉਹਨਾਂ ਦੀ ਗੱਲ ਦੇ ਹਿਸਾਬ ਨਾਲ ਦੇਖਿਆ ਜਾਵੇ ਵੀ ਅੱਜ ਕੱਲ੍ਹ ਇਹ ਸਾਰਾ ਕੁਛ ਇਸੇ ਕੁਛ ਪਾਸੇ ਚੱਲ ਪਿਆ ਤੇ ਬਸ ਸਭ ਕੁਛ ਮੇਰਾ ਮੇਰਾ ਮੇਰਾ, ਤੇ ਫਿਰ ਤੇ ਆਪਾਂ ਆਸ ਘੱਟ ਕਰੀਏ। ਕਿਉਂਕਿ ਜੇ ਆਪਾਂ ਚੰਦ ਦਿਨ ਲੰਘਿਆ ਗੱਲ ਕਰਦੇ ਸੀ ਵੀ 2023 24 25 ਤੱਕ ਆਪਣਾ ਇਹ ਮੁਲਕ ਜਿਹੜਾ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਬਣ ਜਾਣਾ,
ਤੇ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਯਾਨੀ ਕਿ ਸਾਹ ਲੈਣ ਵਾਲੇ ਜਿਨ੍ਹਾਂ ਨੂੰ ਖਾਣ ਦੀ ਲੋੜ ਆ, ਪੀਣ ਦੀ ਲੋੜ ਆ, ਕੰਮ ਦੀ ਲੋੜ ਆ, ਰਹਿਣ ਦੀ ਲੋੜ ਆ, ਰੋਟੀ ਕੱਪੜਾ ਮਕਾਨ ਉਹਨਾਂ ਦੀਆਂ ਲੋੜਾਂ ਨੇ, ਉਹ ਪੂਰੀਆਂ ਕਿੱਦਾਂ ਹੋਣਗੀਆਂ ਜੇ ਉਹਨਾਂ ਵਾਲੇ ਪਾਸੇ ਧਿਆਨ ਹੀ ਨਹੀਂ ਹੋਊਗਾ ਕਿਸੇ ਦਾ। ਸੋ ਆਸ ਕਰਦੇ ਆ ਵੀ ਚਲੋ ਇਸ ਪਾਸੇ ਵੀ ਕੋਈ ਨਾ ਕੋਈ ਜੇ ਵਿਚਾਰ ਚੱਲਿਆ ਤੇ ਸ਼ਾਇਦ ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਕੋਈ ਮੋੜਾ ਪੈ ਜਾਵੇ। ਬਾਕੀ ਜਦੋਂ ਤੱਕ ਨਹੀਂ ਮੋੜਾ ਪੈਂਦਾ ਉਨੀ ਦੇਰ ਤੱਕ ਟਿੱਪਣੀ ਤੇ ਕਰ ਹੀ ਸਕਦੇ ਨਾ ਵੀ ਮੈਂ ਸੰਨਿਆਸ ਲਿਆ, ਮੈਂ ਸੰਨਿਆਸ ਲਿਆ। ਨਹੀਂ, ਮੈਂ ਸੰਧਾਲੀਆ ਸਾਹਿਬ ਇੱਕ ਗੱਲ ਪੱਕੀ ਹੈ, ਤੁਸੀਂ ਜੋ ਮਰਜ਼ੀ ਕਹੀ ਜਾਓ, ਅਸੀਂ ਅਜੇ ਤੁਹਾਨੂੰ ਪਤਾ ਨਹੀਂ ਕਿੰਨੇ ਕੁ ਥਾਵਾਂ ਦੇ ਉੱਤੇ ਦੇਖਣਾ ਚਾਹੁੰਦੇ ਹਾਂ। ਤੇ ਜਦੋਂ ਤੁਸੀਂ ਬਿਲਕੁਲ ਹੀ ਹੱਥ ਖੜੇ ਕਰਤੇ, ਜੋ ਦੋ ਬੰਦੇ ਠਾ ਲੈਣ ਆਪਾਂ 40 ਸਾਲਾਂ ਬਾਅਦ, ਅਸੀਂ ਉਦੋਂ ਵੀ ਤੁਹਾਨੂੰ ਮਾਰਗਦਰਸ਼ਕ ਜ਼ਰੂਰ ਰੱਖਣਾ। ਚਲੋ ਇੱਦਾਂ ਕਰ ਲਈ ਨੇ। ਅੱਛਾ, ਆਪਾਂ ਹੁਣ ਖਬਰ ਵਾਲੇ ਪਾਸੇ ਆਈਏ। ਲਾਲ ਚੰਦ ਕਟਾਰੂ ਚਾਕੂਰੀ ਮੰਤਰੀ ਨੇ, ਉਹਨਾਂ ਦੇ ਕੋਲ ਜਿਹੜਾ ਮਹਿਕਮਾ ਉਹ ਹੈ ਵੀ ਦਾਣਾ ਫੱਕਾ ਸਾਂਭਣ ਵਾਲਾ ਜੀ। ਹੁਣ ਗੱਲ ਇਹ ਹੈ ਵੀ ਦਾਣੇ ਫੱਕੇ ਦੇ ਚੱਕਰੇ ਹੁੰਦਾ ਵੀ ਜਿਹੜੀ ਚੀਜ਼ ਮੰਡੀ 'ਚ ਚੁੱਕੀ ਗਦਾਮ 'ਚ ਲਾਈ, ਗਦਾਮ ਦੇ ਵਿੱਚੋਂ ਹਿਸਾਬ ਹੋਇਆ। ਐਂਡ ਪਿਛਲੇ ਦਿਨ ਕਈ ਤਰ੍ਹਾਂ ਦੇ ਰੌਲੇ ਰੱਪੇ ਪੈਂਦੇ ਰਹੇ ਵੀ ਉਹ ਗਦਾਮ 'ਚ ਤਾਂ ਮਹਾਰਾਜ ਬੋਰੀ ਤਾਂ ਲਾਈ ਸੀਗੀ, ਫਿਰ ਜਦੋਂ ਹਿਸਾਬ ਕਿਤਾਬ ਕੀਤਾ ਬੋਰੀਆਂ ਗਾਇਬ ਹੋ ਗਈਆਂ। ਫਿਰ ਪੁੱਛਿਆ ਕਿੱਧਰ ਗਈਆਂ, ਕੋਈ ਕਹਿੰਦਾ ਯਾਰ ਗਲ ਗਈਆਂ, ਕੋਈ ਕਹਿੰਦੇ ਚੂਹੇ ਖਾ ਗਏ, ਇਹ ਉਹ ਟਾਈਪ ਸਾਰਾ ਕੁਛ ਪਿਛਲੇ ਸਮੇਂ 'ਚ ਕਈ ਕੁਛ ਹੁੰਦਾ ਆਇਆ। ਫਿਰ ਜਦੋਂ ਬਾਅਦ 'ਚ ਪਤਾ ਲੱਗਦਾ ਸੀ ਵੀ ਉਹਦਾ ਬਣਿਆ ਕੀ, ਉਹ ਅਜੇ ਤੱਕ ਕਦੀ ਕੋਈ ਖਬਰ ਆਈ ਨਹੀਂ ਬਾਹਰ 'ਚ ਵੀ ਕੀ ਬਣਿਆ। ਜਿੱਦਣ ਕਿਤੇ ਬਣੂਗਾ ਆਪਾਂ ਦੱਸ ਦੇਵਾਂਗੇ। ਪਰ ਮੈਨੂੰ ਲੱਗਦਾ ਵੀ ਇਸੇ ਡਰੋਂ ਉਹਨਾਂ ਨੇ ਹੁਣ ਕਹਿੰਦੇ ਵੀ ਹਰੇਕ ਆਪਣੇ ਮਹਿਕਮੇ ਦੇ ਵਿੱਚ ਹਰੇਕ ਜ਼ਿਲ੍ਹੇ ਵਾਲੇ ਅਫਸਰ ਜਿਹੜੇ ਸਾਹਿਬਾਨ ਨੇ ਉਹਨਾਂ ਨੂੰ ਕਹਿਦਾ ਵੀ ਮਹਾਰਾਜ ਤੁਸੀਂ ਆਪਣੇ ਅੰਡਰ ਆਉਂਦੇ ਜਿੰਨੇ ਵੀ ਗੋਦਾਮ ਨੇ ਉਹਨਾਂ ਨੂੰ ਇੱਕ ਵਾਰ ਚੈੱਕ ਕਰ ਲਓ, ਕੋਠੇ 'ਤੇ ਚੜ੍ਹ ਕੇ ਚੈੱਕ ਕਰ ਲਓ, ਤਰਪਾਲ ਲਾ ਕੇ ਚੈੱਕ ਕਰ ਲਓ, ਇੱਕ ਵਾਰ ਚੂਹੇ ਗਿਣਨੇ ਦੇ ਚੂਹੇ ਗਿਣ ਲਓ, ਪਰ ਦੱਸੋ ਜ਼ਰੂਰ ਵੀ ਉੱਥੇ ਅੰਦਰ ਸਮਾਨ ਕਿਹੜਾ ਪਿਆ, ਕਿੰਨਾ ਪਿਆ, ਕਿਸ ਹਾਲਤ 'ਚ ਪਿਆ। ਸੰਧਾਲੀਆ ਸਾਹਿਬ, ਪਹਿਲੀ ਗੱਲ ਕਿ ਉਹਨਾਂ ਨੇ ਕਿਹਾ ਕਿ ਜੇ ਕੋਈ ਘਪਲਾ ਹੋਇਆ, ਚਾਹੇ ਹੋਣ ਵਾਲੇ ਨੇ ਕੀਤਾ, ਚਾਹੇ ਪਿਛਲਿਆਂ ਨੇ ਕੋਈ ਸੇਵਾ ਮੁਕਤ ਹੋ ਗਿਆ, ਛੱਡਣਾ ਮੈਂ ਕੋਈ ਨਹੀਂ। ਮੈਨੂੰ ਅੱਜ ਤੱਕ ਇਹ ਗੱਲ ਨਹੀਂ ਸਮਝ ਆਈ ਕਿ ਪੰਜਾਬ, ਆਪਾਂ ਨੂੰ ਪਤਾ ਕਿ ਅਨਾਜ ਦਾ ਕਟੋਰਾ, ਕਿ ਇੱਥੇ ਅਨਾਜ ਪੈਦਾ ਹੁੰਦਾ, ਹੋਰ ਸਾਡੇ ਕੋਲ ਫੈਕਟਰੀਆਂ ਤਾਂ ਬਹੁਤੀਆਂ ਹੈ ਨਹੀਂ, ਨਾ ਬੰਦਰਗਾਹ ਲੱਗਦੀ ਹੈ। ਜਿਹੜਾ ਪੰਜਾਬ ਦਾ ਮੁੱਖ ਕਿੱਤਾ ਕਣਕ ਬੀਜ ਲਈ, ਝੋਨਾ ਬੀਜ ਲਿਆ, ਮੱਕੀ ਬੀਜ ਲਈ, ਕੁਛ ਵੀ ਹੋ ਗਿਆ ਨਾ, ਉਹ ਚੀਜ਼ ਖੇਤੋਂ ਵੱਢ ਕੇ ਮੰਡੀ ਆ ਗਈ, ਮੰਡੀ ਤੋਂ ਗਡਾਊਨ 'ਚ ਜਾਣੀ ਆ। ਸਾਡੀਆਂ ਕੁਝ ਏਜੰਸੀਆਂ ਨੇ ਖਰੀਦਣੀਆਂ, ਉਹਨਾਂ ਨੇ ਫਿਰ ਸਾਂਭਣੀਆਂ। ਜਾਣੀ ਜੇ ਤਾਂ ਕਹੋ ਨਾ ਕਿ ਇੱਕ ਛੋਟੀ ਚੀਜ਼ ਸੀ ਯਾਰ ਉੱਥੇ ਕੋਨੇ 'ਤੇ ਪਈ ਰਹਿ ਗਈ ਆ। ਹੁਣ ਇਹ ਅਨਾਜ ਉਹ ਚੀਜ਼ ਹੈ ਜਿਹਨੂੰ ਸਾਡੀਆਂ ਬੀਬੀਆਂ ਜਾਣੀ ਕਿ ਪਹਿਲਾਂ ਕਣਕ ਆਉਂਦੀ ਹੈ ਠੰਡੀ ਕਰਕੇ ਪੁੱਤ ਦਾਣੇ ਕਣਕ 'ਚ ਡਰਮ 'ਚ ਪਾਉਣੇ ਆ। ਆਪਾਂ ਕਣਕ ਕਈ ਦਿਨ ਬੀਬੀਆਂ ਰੱਖਦੀਆਂ, ਜਾਣੀ ਕਣਕ ਉੱਥੇ ਕਿਹੜਾ ਜਾਣੀ ਕਿ ਹੀਟਰ ਲਾਇਆ ਹੁੰਦਾ ਉਹਨੂੰ ਵੀ ਗਰਮ ਹੋ ਗਈ ਆ, ਜਾਣੀ ਉਹਨੂੰ ਠੰਡੀ ਕਰਕੇ ਪਾਉਣਾ ਕਿ ਉਹ ਠੀਕ ਰਹੇ, ਉਹ ਖਰਾਬ ਨਾ ਹੋਵੇ। ਉਹਦੇ ਤੋਂ ਬਾਅਦ ਹੁੰਦਾ ਕਿ ਕਈ ਵਾਰੀ ਬੀਬੀਆਂ ਨੇ ਵੀ ਢੱਕਣ ਕਿੰਨੀ ਕੁ ਦੇਰ ਖੋਲ੍ਹਣਾ ਹੈ, ਢੱਕਣ ਦੇ ਆਲੇ ਦੁਆਲੇ, ਡਰਮ ਦੇ ਢੱਕਣ ਦੇ ਆਲੇ ਮਿੱਟੀ ਲਾਈ ਹੁੰਦੀ ਹੈ ਬੀਬੀਆਂ ਨੇ। ਜਾਣੀ ਜੇ ਪੰਜਾਬ ਦੀਆਂ ਆਮ ਘਰਾਂ ਦੀਆਂ ਅਨਪੜ੍ਹ ਬੀਬੀਆਂ ਨੂੰ ਵੀ ਪਤਾ ਹੈ ਕਿ ਦਾਣਾ ਫੱਕਾ ਜਿਹੜਾ ਤੁਸੀਂ ਸ਼ਬਦ ਵਰਤਿਆ ਉਹ ਸਾਂਭਣਾ ਕਿੱਦਾਂ, ਜਿਨ੍ਹਾਂ ਨੂੰ ਅਸੀਂ ਮੋਟੀਆਂ ਤਨਖਾਹਾਂ ਦਿੰਦੇ ਹਾਂ। ਇਸ ਕਰਕੇ ਤਨਖਾਹ ਦਿੰਦੇ ਵੀ ਤੁਹਾਨੂੰ ਪਤਾ ਹੈ, ਤੁਸੀਂ ਸਾਂਭ ਸਕਦੇ ਹੋ, ਨਹੀਂ ਤਾਂ ਅਸੀਂ ਕਿਸੇ ਵੀ ਪਿੰਡ ਦੇ ਧੰਨਾ ਸਿੰਘ ਨੂੰ ਲਾ ਦਿੰਦੇ ਤੁਹਾਡੀ ਜਗ੍ਹਾ ਦੇ ਉੱਤੇ, ਉਹ ਫਿਰ ਕੰਮ ਕਰ ਲੈਂਦਾ। ਤੁਹਾਨੂੰ ਤਨਖਾਹ ਇਸ ਕਰਕੇ ਦਿੰਦੇ ਸੀ ਅਧਿਕਾਰੀਆਂ ਨੂੰ, ਮੰਤਰੀਆਂ ਨੂੰ, ਕਿ ਤੁਸੀਂ ਜਿਹੜਾ ਦਾਣਾ ਫੱਕਾ ਪੰਜਾਬ ਦੇ ਖੇਤਾਂ 'ਚ ਪੈਦਾ ਹੋਇਆ, ਮੰਡੀ 'ਚ ਵਿਕਿਆ ਤੇ ਮੁੜ ਕੇ ਤੁਸੀਂ ਸਾਂਭਣਾ। ਕਿਉਂਕਿ ਮਸਲਾ ਇੱਥੇ ਤੱਕ ਸੀਮਤ ਨਹੀਂ ਕਿ ਕਿਸਾਨ ਦੀ ਮੰਡੀ 'ਚੋਂ ਕਣਕ ਝੋਨਾ ਵਿਕ ਗਿਆ ਨਾ, ਉਹ ਕਣਕ ਤੇ ਉਹ ਝੋਨਾ ਕਿਸੇ ਦੇ ਮੂੰਹ ਰਾਹੀਂ ਕਿਸੇ ਦੇ ਢਿੱਡ 'ਚ ਪੈਣਾ। ਤੇ ਜੇ ਉਹਦੀ ਕੁਆਲਿਟੀ ਖਰਾਬ ਹੋਈ, ਠੀਕ ਨਾ ਹੋਈ, ਤਾਂ ਫਿਰ ਔਖਾ। ਬੜਾ ਕੁਛ ਚੱਲਦਾ ਰਿਹਾ ਪੰਜਾਬ 'ਚ। ਆਪਣੇ ਕਈ ਵਾਰੀ ਬੰਦੇ ਫੜ ਹੋਏ ਜੀ ਉੱਥੇ ਅੰਦਰ ਕਣਕ ਦੇ ਉੱਤੇ ਪਾਣੀ ਪਾਉਂਦੇ ਹੋਏ ਉਹਦਾ ਭਾਰ ਵਧਾਉਣ ਨੂੰ ਗੋਡਾਊਨ ਦੇ ਵਿੱਚ। ਕਈ ਵਾਰੀ ਬੰਦੇ ਫੜ ਹੋਏ ਜੀ ਆਹ ਦੇਖੋ ਗੋਡਾਊਨ ਦੇ ਵਿੱਚੋਂ ਕਣਕ 2 ਨੰਬਰ ਦੇ ਵਿੱਚ ਬਾਹਰ ਲਿਜਾਈ ਜਾ ਰਹੀ ਸੀ ਕਿ ਬਾਹਰ ਵੇਚਣੀ ਹੈ। ਕਈ ਵਾਰੀ ਹੁੰਦਾ ਕਿ ਜੀ ਚੂਹੇ ਖਾ ਗਏ। ਮੈਨੂੰ ਇਸ ਗੱਲ ਦੀ ਹੈਰਾਨੀ ਆ ਸੰਧਾਲੀਆ ਸਾਹਿਬ ਕਿ ਸਾਲ ਬਾਅਦ ਇੱਕ ਗੋਡਾਊਨ ਦੇ ਵਿੱਚ ਜਿਹੜਾ ਅਧਿਕਾਰੀ ਕਿਸੇ ਦੇ ਅਧੀਨ ਆਉਂਦਾ ਹੈ, ਉੱਥੇ ਤੁਸੀਂ ਗਿਣਦੇ ਕਿਉਂ ਨਹੀਂ ਕਿ ਭਾਈ ਜੀ ਇੱਥੇ 4 ਲੱਖ ਬੋਰੀ ਪਈ, ਹੁਣ 3,99,998 ਬੋਰੀਆਂ ਹੈ ਕਿ ਪੂਰੀਆਂ ਬੋਰੀਆਂ ਆ। ਉਹਦੇ ਵਿੱਚੋਂ ਕਿੰਨੀਆਂ ਬੋਰੀਆਂ ਚੂਹੇ ਨੇ ਟੁੱਕ ਦਿੱਤੀਆਂ ਆ, ਕਿੰਨੀਆਂ ਬੋਰੀਆਂ ਗਿੱਲੀਆਂ ਆ। ਜੇ ਬਹੁਤ ਸਾਰਾ ਅਨਾਜ ਸਾਡਾ ਜਾਣੀ ਬਾਹਰ ਪਿਆ ਹੁੰਦਾ, ਲੀਡਰਾਂ ਨੂੰ ਘਰ ਨਵੇਂ ਮਿਲ ਜਾਂਦੇ, ਲੀਡਰਾਂ ਨੂੰ ਗੱਡੀਆਂ ਨਵੀਆਂ ਮਿਲ ਜਾਂਦੀਆਂ, ਪਰ ਸਾਨੂੰ ਗੋਡਾਊਨ ਨਹੀਂ ਮਿਲਦੇ ਕਿ ਅਸੀਂ ਜਿਹੜਾ ਕਣਕ ਤੇ ਝੋਨਾ ਪੰਜਾਬ 'ਚ ਪੈਦਾ ਕਰਦੇ ਹਾਂ ਸਾਰੇ ਦਾ ਸਾਰਾ ਇਨਸਾਈਡ ਰੱਖ ਲਈ, ਆਊਟਸਾਈਡ ਪਿਆ ਹੁੰਦਾ। ਹਨੇਰੀ ਆਉਂਦੀ ਆ, ਤਰਪਾਲ ਉੜ ਗਈ ਜੀ, ਅਸੀਂ ਉਹ ਗਿਣਦੇ ਹੀ ਨਹੀਂ ਬੋਰੀਆਂ। ਮੈਂ ਕਹਿੰਦਾ ਕਿ ਲਾਲ ਚੰਦ ਕਟਾਰੂ ਚੱਕ ਹੋਰੀ, ਤੁਸੀਂ ਬਾਰ-ਬਾਰ ਗੱਲ ਸੁਣਾਉਂਦੇ ਹੁੰਦੇ ਕਿ ਉਹ ਕਹਿੰਦੇ ਬਾਲਟੀ 'ਚ ਕੱਪੜੇ ਪਾਏ ਹੋਏ ਤੇ ਕਹਿੰਦੇ ਤੁਸੀਂ ਮੰਤਰੀ ਬਣ ਗਿਆ ਜੀ। ਜਿਹੜਾ ਬੰਦਾ ਇੰਨਾ ਡਾਊਨ ਟੂ ਅਰਥ ਹੈ, ਜ਼ਮੀਨ ਦੇ ਨਾਲ ਜੁੜਿਆ ਹੈ, ਉਹਨੂੰ ਪਤਾ ਹੁੰਦਾ ਕਿ ਭਾਈ ਕਿਹੜੀ ਚੀਜ਼ ਕਿੱਦਾਂ ਹੋਣੀ। ਉਹ ਕਹਿੰਦੇ ਜੀ 1 ਹਫ਼ਤਾ 7 ਦਿਨ ਆ, ਜਿੰਨੇ ਵੀ ਅਧਿਕਾਰੀ ਨੇ ਆਪੋ ਆਪਣੇ ਗਡਾਊਨ ਦਾ ਸਾਨੂੰ ਲੇਖਾ ਜੋਖਾ ਦਿਓ। ਹੁਣ ਮੰਨ ਲਓ ਕਿ ਇੱਕ ਅਧਿਕਾਰੀ ਇੱਕ ਜ਼ਿਲ੍ਹੇ ਦਾ 7 ਦਿਨੇ ਦੱਸੂਗਾ ਜੀ ਮੇਰੇ ਕੋਲ 3 ਲੱਖ ਬੋਰੀ ਪਈ ਹੈ, ਉਹ ਫਿਰ ਫਾਈਲ ਖੋਲਣਗੇ, ਤੇਰੇ ਕੋਲ 3,13,000 ਬੋਰੀ ਚਾਹੀਦੀ ਹੈ, ਤੇਰੇ ਕੋਲ 4,15,000 ਬੋਰੀ ਚਾਹੀਦੀ ਹੈ, ਇੰਨੀਆਂ ਨੇ ਉੱਥੇ ਕਿੱਥੇ ਗਈਆਂ। ਫਿਰ ਉਹ ਕਹਿਣਗੇ ਜੀ ਮੈਨੂੰ ਤਾਂ 6 ਮਹੀਨੇ ਹੋਏ ਆਏ ਨੂੰ, ਮੈਨੂੰ ਤਾਂ ਆਹ ਕੁਛ ਹੀ ਮਿਲਿਆ ਸੀ, ਮੈਂ ਉਦਣ ਵੀ ਆ ਕੇ ਚੈੱਕ ਕਰਾਈ ਆ, ਦੇਖੋ ਮੈਂ ਲਿਖਿਆ। ਫਿਰ ਉਹ ਕਹਿਣਗੇ ਜੀ ਪਿਛਲੇ ਨੂੰ ਲੈ ਆਓ, ਫਿਰ ਉਹ ਤੋਂ ਪਿਛਲੇ ਨੂੰ ਲੈ ਆਓ। 7 ਹੀ ਦਿਨ ਦਿੱਤੇ, ਕਹਿੰਦੇ ਜਿਹਨੇ 7 ਦਿਨ 'ਚ ਹਿਸਾਬ ਨਾ ਦਿੱਤਾ, ਕਿਉਂਕਿ ਬੋਰੀਆਂ ਗੰਢੀਆਂ ਕੋਈ ਔਖੀਆਂ ਨਹੀਂ, ਫਿਰ ਉਹਨੂੰ ਕਹਿੰਦੇ ਫਿਰ ਹਿਸਾਬ ਅਸੀਂ ਲੈਣਾ ਜਾਣਦੇ ਹਾਂ, ਕੋਈ ਗੱਲ ਨਹੀਂ,
ਹਰ ਸਾਲ ਇੱਕ ਸਮਾਂ ਨਿਰਧਾਰਿਤ ਹੋਣਾ ਚਾਹੀਦਾ ਕਿ ਭਾਈ ਹਰ ਸਾਲ ਤੁਸੀਂ ਰਿਪੋਰਟ ਦੇਣੀ ਆ ਕਿ ਅਸੀਂ ਬੋਰੀਆਂ ਗਿਣੀਆਂ, ਬੋਰੀਆਂ ਦੀ ਗਿਣਤੀ ਦਰੁਸਤ ਪਾਈ ਗਈ, ਬੋਰੀਆਂ ਦੀ ਹਾਲਤ ਦਰੁਸਤ ਪਾਈ ਗਈ, ਬੋਰੀਆਂ ਦੇ ਵਿਚਲੇ ਅਨਾਜ ਦੀ ਹਾਲਤ ਦਰੁਸਤ ਪਾਈ ਗਈ। ਕਿਉਂਕਿ ਕੱਲ ਨੂੰ ਸੰਧਾਲੀਆ ਸਾਹਿਬ ਸਰਕਾਰੀ ਅਨਾਜ ਆ, ਸਰਕਾਰਾਂ ਨੇ ਕਦੇ ਮਿਡ ਡੇ ਮੀਲ ਲਈ ਭੇਜਣਾ, ਕਦੇ ਕਿਸੇ ਪਾਸੇ ਭੇਜਣਾ। ਹੀ ਨਿਆਣੇ ਬਿਮਾਰ ਥੋੜੀ ਕਰਨੇ ਆ ਕਿ ਤੁਸੀਂ ਨੰਗੀ ਕਣਕ ਰੱਖੋ, ਨੰਗਾ ਝੋਨਾ ਰੱਖੋ, ਮੁੜ ਕੇ ਗਿੱਲਾ ਕਰੀ ਜਾਓ ਤੇ ਆਹ ਕੁਛ ਕਰੀ ਜਾਓ। ਮੈਨੂੰ ਲੱਗਦਾ ਹੁਣ ਬਹੁਤ ਸਾਰਿਆਂ ਦੀ ਸ਼ਾਮਤ ਆਉਣੀ ਆ। ਨਹੀਂ ਆ ਜਾਵੇ ਤਾਂ ਚੰਗੀ ਗੱਲ ਹੈ। ਦੇਖੋ ਕਾਰਨ ਆ ਵੀ ਇਹ ਗੱਲ ਤੇ ਪੱਕੀ ਆ ਵੀ ਉਹਦੇ 'ਚ ਜ਼ਰੂਰ ਇਹ ਗੱਲ ਹੁੰਦੀ ਹੈ ਵੀ ਇੰਨਾ ਅਨਾਜ ਸੀਗਾ, ਉਹਦੇ 'ਚੋਂ ਇੰਨੇ % ਜਾਂ ਤਾਂ ਉਹ ਸੁੱਕ ਗਿਆ, ਮਤਲਬ ਉਹਦਾ ਵਜ਼ਨ ਘਟ ਗਿਆ, ਜਾਂ ਉਹ ਚੂਹਿਆਂ ਨੇ ਟੁੱਕਤਾ, ਜਾਂ ਉਹ ਮੰਨ ਲਓ ਵੀ ਕਿਤੇ ਮੀਂਹ ਕਣੀ ਪੈ ਗਿਆ, ਹੈ ਨਾ। ਕੁਛ % ਤਾਂ ਹੁੰਦੀ, ਚਲੋ ਜਿੰਨੀ % ਆ ਜਿਵੇਂ % ਆ ਉਹਦਾ ਹਿਸਾਬ ਤਾਂ ਉਹ ਵੱਖਰਾ ਕਰ ਲੈਣਗੇ। ਪਰ ਕੁਛ ਚੀਜ਼ਾਂ ਮੈਨੂੰ ਲੱਗਦਾ ਹੁੰਦਾ ਵੀ ਵੈਸੇ ਹੈਰਾਨੀ ਵਾਲੀਆਂ ਵੀ ਮੰਨ ਲਓ ਜੇ ਹੁਣ ਕਰੇਟ ਆ, ਉਹ ਜਿਹੜੇ ਬਾਲੇ ਜਿਹੇ ਹੁੰਦੇ ਜਿਹਦੇ 'ਤੇ ਰੱਖਣਾ ਹੁੰਦਾ, ਮੰਨ ਲਓ ਵੀ ਤੁਸੀਂ ਆਹ ਥੱਲੇ ਫੜ ਦੇ ਵਿੱਚ ਕੱਚਾ ਫੜਿਆ, ਉੱਤੇ ਕਰੇਟ ਰੱਖ ਲਏ, ਉੱਤੇ ਬੋਰੀਆਂ ਰੱਖਣੀਆਂ, ਉਹਦੀ ਵੀ ਤਾਂ ਕੋਈ ਨਾ ਕੋਈ ਉਮਰ ਹੁੰਦੀ ਹੋਊਗੀ ਨਾ ਵੀ ਹਾਂ ਭਾਈ ਸਾਹਿਬ ਇੰਨਾ ਕੁ ਚਿਰ ਉਹ ਕੱਢਦਾ, ਇੰਨੇ ਚਿਰ ਬਾਅਦ ਉਹਨੂੰ ਬਦਲਣ ਦੀ ਲੋੜ ਆ। ਜੇ ਉਹ ਤੋਂ ਪਹਿਲਾਂ ਖਰਾਬ ਹੋਇਆ ਤਾਂ ਜਿੱਥੋਂ ਆਪਾਂ ਸਪਲਾਈ ਕੀਤੀ ਉਹਨਾਂ ਨੂੰ ਪੁੱਛ ਲਓ, ਜਾਂ ਜੇ ਉਹਨੂੰ ਵਿੱਚ ਰਿਪੇਅਰ ਦੀ ਲੋੜ ਹੁੰਦੀ, ਜੇ ਨਹੀਂ ਕਰਾਈ ਕਿਸੇ ਨੇ ਤਾਂ ਉਹਦਾ ਹਿਸਾਬ ਕਿਤਾਬ ਕਰ ਲਈਏ। ਰਹੀ ਗੱਲ ਤਰਪਾਲ ਦੀ, ਉਹ ਵੀ ਤਾਂ ਕੋਈ ਨਾ ਕੋਈ ਦੱਸਦਾ ਹੀ ਹੋਊਗਾ ਨਾ ਵੀ ਸਰ ਇੰਨੀ ਮਟਾਈ ਵਾਲੀ ਹੈ, ਇੰਨਾ ਕੁ ਚਿਰ ਇਹ ਕੱਢ ਸਕਦੀ ਹੈ, ਅਤੇ ਜੇ ਇੱਦਾਂ ਸਾਂਭ ਲਓ ਤਾਂ ਇੰਨਾ ਚਿਰ ਕੱਢ ਜੂਗੀ, ਅਤੇ ਜੇ ਨਾ ਸਾਂਭੀ ਤਾਂ ਇਹ ਖਤਮ ਹੋ ਜਾਣੀ ਹੈ। ਉਹ ਵੀ ਮੇਰੇ ਖਿਆਲ ਨਾਲ ਜ਼ਰੂਰ ਪਤਾ ਕਰ ਲੈਣਾ ਚਾਹੀਦਾ ਵੀ ਉਹ ਵਾਕਿਆ ਹੀ ਉਸੇ ਗ੍ਰੇਡ ਦੀ ਆਉਂਦੀ ਰਹੀ ਹੈ ਜਿਸ ਹਿਸਾਬ ਨਾਲ ਆਪਾਂ ਸਮਝਦੇ ਰਹੇ। ਹਾਂ ਇੱਕ ਚੀਜ਼ ਹੈਗੀ ਹੈ ਵੀ ਚੂਹਾ, ਉਹ ਤਾਂ ਹੁਣ ਪਤਾ ਨਹੀਂ ਵੀ ਕਿੱਥੋਂ ਕਿੰਨੇ ਵੱਧ ਗਏ ਅਤੇ ਕਿੱਥੋਂ ਕਿਤੇ ਨਿਕਲ ਗਏ। ਨਾ ਚੂਹੇ ਨੂੰ ਹੁਣ ਹੱਥ ਬੰਨ੍ਹ ਕੇ ਸਾਹਮਣੇ ਲਿਆ ਦੇ ਵੀ ਹਾਂ ਵੀ ਤੂੰ ਮਿੱਤਰਾ ਦੱਸ ਕਿੰਨੇ ਖਾਧੇ, ਤੂੰ ਕਿਹਨਾਂ ਦਾ। ਇਸ ਕਰਕੇ ਚੂਹੇ ਨੇ ਤਾਂ ਜਵਾਬ ਦੇਣਾ ਨਹੀਂ। ਹਾਂ ਪਰ ਇੱਕ ਗੱਲ ਹੈਗੀ ਆ ਵੀ ਚੂਹਿਆਂ ਦੀ ਰੋਕਥਾਮ ਦਾ ਹੱਲ ਤਾਂ ਹੁੰਦਾ ਹੀ ਹੈ, ਉਹਦਾ ਵੀ ਬਜਟ ਹੁੰਦਾ ਵੀ ਹਾਂਜੀ ਇੱਥੇ ਚੂਹਿਆਂ ਦੀ ਰੋਕਥਾਮ ਦੇ ਲਈ ਆਹ ਹੱਲ ਕੀਤਾ ਗਿਆ। ਜੇ ਉਹ ਕੀਤਾ ਗਿਆ ਉਹਦੇ ਬਾਵਜੂਦ ਵੀ ਚੂਹੇ ਆਉਂਦੇ ਨੇ, ਤੇ ਫਿਰ ਉਹ ਹੱਲ ਦੇ ਵਿੱਚ ਨੁਕਸ ਹੈ ਜਾਂ ਕਿਤੇ ਬੰਦੇ 'ਚ ਨੁਕਸ ਹੈ। ਮੈਂ ਨਹੀਂ ਸਹਿਮਤ। ਤੁਸੀਂ ਜੇ ਚੂਹੇ ਥਾਣਿਓ ਸ਼ਰਾਬ ਪੀ ਸਕਦੇ ਮਾਲਖਾਨੇ ਦੇ ਵਿੱਚ, ਇਹਦੀ ਸਾਰੀ ਪੀ ਗਏ, ਦੱਸ ਬੋਤਲ ਖੋਲ ਕੇ ਪੀ, ਇਹ ਤਾਂ ਬੁਰੀ ਆ ਭਰਾ। ਮੈਂ ਤਾਂ ਹੀ ਕਿਹਾ ਵੀ ਇਹ ਕਾਰਨ ਆ ਵੀ ਉਹ ਗੱਲਾਂ ਸਾਰੀਆਂ ਬਣੀਆਂ ਨੇ। ਪਹਿਲਾਂ ਇੱਕ ਮੱਦ ਹੁੰਦੀ ਆ, ਫਿਰ ਉਸ ਮੱਦ ਦੇ ਸੱਜੇ ਖੱਬੇ ਚੋਰ ਮੋਰੀ ਹੁੰਦੀ ਆ। ਹਾਂ ਮੱਦ ਜਿਹੜੀ ਉਹਨੂੰ ਇੱਕ ਵਾਰ ਚੈੱਕ ਕਰ ਲਿਆ ਜਾਵੇ, ਉਹਦੇ ਵਿੱਚ ਕਿੱਥੇ ਕਿ ਜੇ ਚੋਰ ਮੋਰੀ ਸੀਗੀ ਤੇ ਕਿੱਥੇ ਕਿ ਜੇ ਬਣਾ ਲਈ ਗਈ, ਉਹ ਵੀ ਨਾਲ ਜੇ ਚੈੱਕ ਹੋ ਜਾਵੇ, ਤੇ ਮੇਰੇ ਖਿਆਲ ਨਾਲ ਅਗਲੇ ਸਾਲਾਂ ਤੋਂ ਵੈਸੇ ਹੀ ਕੰਮ ਦਰੁਸਤ ਹੋ ਜਾਣਾ। ਨਹੀਂ ਦਰੁਸਤ ਹੋ ਜਾਣਾ। ਮੈਂ ਤਾਂ ਇਹ ਵੀ ਚਾਹੁੰਦਾ ਕਿ ਜਿਹੜੇ ਮੁੰਡੇ ਨੌਜਵਾਨ ਮੁੰਡੇ ਕੁੜੀਆਂ ਹੈਗੇ ਬੇਰੁਜ਼ਗਾਰ ਨੇ, ਉਹਨਾਂ ਦੀਆਂ ਟੀਮਾਂ ਬਣਾਓ, ਆਪ ਵੀ ਘਰੇ ਗਿਣੇ, ਕਿਉਂਕਿ ਅਗਲੇ ਤਾਂ ਕਹਿਣਗੇ ਗਿਣ ਕੇ ਕਿ ਪੂਰੀਆਂ ਹੀ ਆ ਜੀ। ਮਾੜਾ ਜਿਹਾ ਕਿਤੇ ਨਾ ਕਿਤੇ ਕ੍ਰਾਸ ਚੈੱਕ ਕਰ ਲਿਆ ਜਾਵੇ ਕਿ ਸਾਰਾ ਕੁਝ ਪੂਰਾ, ਸਾਰਾ ਕੁਝ ਦਰੁਸਤ ਆ। ਬਾਕੀ ਆ ਤੁਸੀਂ ਦੱਸਤਾ ਕਿ ਥੱਲੇ ਜਿਹੜਾ ਸ਼ਿਕੰਜਾ ਜਿਹਾ ਰੱਖਿਆ ਹੁੰਦਾ, ਜੇ ਤੇ ਬੋਰੀ ਰੱਖੀ ਹੁੰਦੀ ਹੈ। ਸੰਧਾਲੀਆ ਸਾਹਿਬ ਜੇ ਇੱਥੇ ਬੂਟੇ ਲਾਉਣ ਤੇ ਬੂਟੇ ਵੱਢਣ 'ਚ ਪੈਸੇ ਖਾਧੇ ਜਾ ਸਕਦੇ ਆ, ਜੇ ਇੱਥੇ ਬੂਟੇ ਦੇ ਆਲੇ ਦੁਆਲੇ ਟਰੀ ਗਾਰਡ ਲਾਉਣ 'ਚ ਪੈਸੇ ਖਾਧੇ ਜਾ ਸਕਦੇ, ਉਹ 'ਚ ਕਿਹੜਾ ਨਹੀਂ ਖਾਧੇ ਜਾ ਸਕਦੇ। ਗੱਲ ਤਾਂ ਹੋਈ ਆ। ਇੱਕ ਮੈਂ ਬਹਿ ਕੇ ਦੇਖਿਆ ਕੰਮ ਤਿਆਰ ਕਰਦਾ ਤਾਂ ਤੁਸੀਂ ਕਹਿ ਦੋ ਕਿ ਉਹ ਟੁੱਟੇ ਪਏ ਜੀ, ਮੈਂ ਦੁਬਾਰਾ ਮੈਂ ਉਹੀ ਬੇਨਤੀ ਕਰਦਾ ਵੀ ਹਰੇਕ ਚੀਜ਼ ਦੇ ਵਿੱਚ ਝੋਲ ਹੁੰਦਾ। ਹਰੇਕ ਚੀਜ਼ ਨੂੰ ਜੇ ਤੇ ਆਪਾਂ ਝੋਲ ਦੇ ਹਿਸਾਬ ਨਾਲ ਵਰਤਣਾ, ਉਹ ਆਪਣੇ ਤੇ ਵੀ ਝੋਲ ਰੱਖਣਾ ਕਿੰਨਾ ਗਾ ਹੈ। ਤੇ ਕੰਮ ਪੀਂਘ ਵਾਲਾ ਹੀ ਨਾ ਵੀ ਇੱਕ ਤੇ ਤੁਸੀਂ ਹਲਕੀ ਮਤਲਬ ਪੀਂਘ ਚਲਾਉਣੀ ਹੈ, ਇਹ ਕਹਿੰਦਾ ਨਾ ਇੱਕ ਰਾਂ ਵੀ ਐ ਪੂਰੀ ਮਤਲਬ ਪੱਤਿਆਂ ਤੱਕ ਜਾਣੀ ਚਾਹੀਦੀ ਹੈ। ਉਹ ਫਿਰ ਹੁਣ ਪੱਤਿਆਂ ਤੱਕ ਜਾ ਕੇ ਮੁੜਦੀ ਕਿ ਨਹੀਂ ਮੁੜਦੀ ਇਹਦਾ ਟਾਈਮ ਦੱਸਦਾ। ਬਾਕੀ ਹੁਣ ਜੇ ਚਲੋ ਕਟਾਰੂ ਚੱਕ ਸਾਹਿਬ ਨੇ ਹੁਕਮ ਦੇ ਦਿੱਤਾ 7 ਦਿਨ ਡੀਕ ਲੈਣੇ, ਕਿਹੜਾ ਜ਼ਿਆਦੇ ਨਹੀਂ। ਸੰਧਾਲੀਆ ਸਾਹਿਬ ਕਿੰਨਾ ਵਧੀਆ ਹੋਵੇ ਜੇ ਸਾਰੇ ਅਧਿਕਾਰੀ ਕਹਿਣ ਜੀ ਠੀਕ ਹੈ ਪੂਰੀ ਆ, ਤੇ ਕਹਿ ਦਿਆਂਗੇ ਉਹ 'ਚ ਕੀ ਫਰਕ ਪੈਂਦਾ। ਨਹੀਂ ਜਾਨੀ ਹੋਵੇ ਵੀ ਪੂਰੀ, ਮੈਂ ਕਹਿੰਦਾ ਕੱਲੀ ਜਾ ਕੇ ਤੁਸੀਂ ਬੋਰੀ ਗਿਣ ਲੈਣੀ ਕਿਤੇ। ਅੱਛਾ ਚਲੋ ਠੀਕ ਹੈ। ਅੱਛਾ ਸਰਦਾਰ ਮਾਨ ਸਿੰਘ ਮਾਨ, ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਬੇਟੇ ਨੇ MP ਸਾਹਿਬ ਦੇ, ਇਲੈਕਸ਼ਨ ਵੀ ਲੜੀ ਉਹਨਾਂ ਨੇ ਕਈ ਵਾਰ। ਮਾਨ ਸਿੰਘ ਮਾਨ ਸਾਹਿਬ ਹੁਣ ਗਏ ਤੇ ਉਹਨਾਂ ਨੇ ਜਾ ਕੇ ਕਿਹਾ, ਕਹਿੰਦੇ ਜੀ ਦੇਖੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੀ ਜਿਹੜੀ ਤਸਵੀਰ ਲਾਈ ਹੈ ਉਹ ਹਟਾ ਦੇਣੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਨਾਸਤਕ ਬੰਦਾ ਕਹਿੰਦੇ। ਅੱਜ ਤੱਕ ਤਾਂ ਸਾਨੂੰ ਇਹ ਲੱਗਦਾ ਸੀ ਕਿ ਜਿਹੜੇ ਧਾਰਮਿਕ ਬੰਦੇ ਆ ਉਹ ਇਸੇ ਗੱਲ ਦੇ ਉੱਤੇ ਜ਼ਿਆਦਾ ਠੋਕ ਵਜਾ ਕੇ ਗੱਲ ਕਰਦੇ ਸੀ ਕਿ ਉਹ ਤਾਂ ਦਸਤਾਰ ਸਜਾਉਂਦੇ ਸੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰੀ, ਉਹ ਵਧੀਆ ਤਰੀਕੇ ਦੇ ਨਾਲ ਉਹ ਧਾਰਮਿਕ ਬੰਦੇ ਸੀਗੇ, ਐਸੀ ਗੱਲ ਕੋਈ ਨਹੀਂ। ਦੂਜੇ ਪਾਸੇ ਜਿਹੜੇ ਕੁਝ ਦੂਸਰੀ ਸੋਚ ਵਾਲੇ ਉਹ ਕਹਿੰਦੇ ਜੀ ਨਹੀਂ ਆ ਦੇਖੋ ਉਹਨਾਂ ਨੇ ਆ ਕੁਝ ਲਿਖਤਾਂ ਲਿਖੀਆਂ ਨੇ। ਸੰਧਾਲੀਆ ਸਾਹਿਬ ਇੱਕ ਗੱਲ ਤਾਂ ਪੱਕੀ ਹੈ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਨੂੰ ਜਿੰਨਾ ਕੁ ਆਪਾਂ ਪੜ੍ਹਦੇ ਹਾਂ, ਜਿੰਨਾ ਕੁ ਉਹਨਾਂ ਬਾਰੇ ਜਾਣਦੇ ਹਾਂ, ਜਿੰਨਾ ਕੁ ਉਹਨਾਂ ਬਾਰੇ ਸੁਣਦੇ ਹਾਂ ਵਿਦਵਾਨ ਸੱਜਣਾ ਤੋਂ, ਜਾਂ ਜਿੰਨੀ ਕੁ ਉਹਨਾਂ ਦੀ ਆਪਾਂ ਨੂੰ ਲਾਈਫ ਸਟੋਰੀ ਪਤਾ, ਇੱਕ ਗੱਲ ਬੜੀ ਕਲੀਅਰ ਹੈ ਕਿ ਉਹ ਬੰਦਾ ਕਿਸੇ ਦਾ ਮਾੜਾ ਨਹੀਂ ਸੀ ਚਾਹੁੰਦਾ। ਉਹ ਬੰਦਾ ਉਹਨਾਂ ਸਾਰਿਆਂ ਨੂੰ, ਉਹ ਸਾਰੀ ਦੁਨੀਆ ਬਾਰੇ ਸੋਚਦਾ ਸੀ। ਜੇ ਉਹਦੀਆਂ ਕਿਸੇ ਨੇ ਲਿਖਤਾਂ ਪੜ੍ਹੀਆਂ, ਨਾ ਉਹਨੇ ਇਕੱਲਾ ਭਾਰਤੀਆਂ ਬਾਰੇ ਕਿਹਾ, ਨਾ ਉਹਨੇ ਇਕੱਲਾ ਪੰਜਾਬੀਆਂ ਬਾਰੇ ਕਿਹਾ, ਨਾ ਇਕੱਲਾ ਸਿੱਖਾਂ ਬਾਰੇ ਕਿਹਾ, ਨਾ ਇਕੱਲਾ ਹਿੰਦੂਆਂ ਬਾਰੇ। ਉਹ ਤਾਂ ਇੱਕੋ ਹੀ ਗੱਲ ਸੀ ਵੀ ਕੁੱਲ ਦੁਨੀਆ ਦੇ ਵਿੱਚ ਜਿਹੜੇ ਵੀ ਬੰਦੇ ਨਾਲ ਧੱਕਾ ਹੁੰਦਾ ਹੈ, ਉਸ ਧੱਕੇ ਨੂੰ ਖਤਮ ਕਰਨ ਦੇ ਲਈ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਇਹਦੇ ਵਿੱਚ ਕੀ ਮਾੜਾ ਹੈ? ਸਾਡੇ ਸਿੱਖ ਗੁਰੂ ਸਾਹਿਬਾਨ, ਉਹਨਾਂ ਦੀ ਤਾਂ ਫਿਲਾਸਫੀ ਮੁੱਢ ਤੋਂ ਇਹ ਰਹੀ ਹੈ, ਦਿੱਲੀ ਜਾ ਕੇ ਸੀਸ ਦਿੱਤਾ ਸੀ, ਸਿੱਖਾਂ ਲਈ ਥੋੜੀ ਸੀ ਦਿੱਤਾ। ਕੋਈ ਆਏ ਸੀ ਸੱਜਣ ਉੱਪਰਲੇ ਪਾਸਿਓਂ ਪਹਾੜਾਂ ਦੇ ਉੱਪਰੋਂ
ਕਿ ਭਾਈ ਧੱਕਾ ਹੋ ਰਿਹਾ ਸਾਡੇ ਨਾਲ, ਦੇਖਿਆ ਥੋੜ੍ਹੀ ਗਿਆ। ਜਾਣੀ ਕਿ ਸਾਨੂੰ ਤਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਹੀ ਇਹ ਨੇ ਕਿ ਭਾਈ ਜੇ ਕਿਸੇ ਨਾਲ ਵੀ ਧੱਕਾ ਹੁੰਦਾ ਤਾਂ ਖੜਨਾ। ਹੁਣ ਸਰਦਾਰ ਮਾਨ ਸਿੰਘ ਮਾਨ ਸਾਹਿਬ ਜਿਹੜੇ ਨੇ ਉਹ ਕਹਿੰਦੇ ਜੀ ਨਾ, ਬੰਦਾ ਨਾਸਤਕ ਬਿਲਕੁਲ ਹੀ, ਉਹਦੀਆਂ ਤਸਵੀਰਾਂ ਲਾਓ, ਅਸੀਂ ਤਾਂ ਇੱਥੇ ਧਾਰਮਿਕ ਤੌਰ ਦੇ ਉੱਤੇ ਸ਼ਰਧਾ ਲਈ ਆਉਨੇ ਆ ਤੇ ਨਾਸਤਕਾਂ ਦੀਆਂ ਤਸਵੀਰਾਂ ਸਾਨੂੰ ਦਿਖਾਉਣੀਆਂ ਜਾਇਜ਼ ਨਹੀਂ। ਇੱਕ ਪੱਤਰਕਾਰ ਨੇ ਸਵਾਲ ਕਰ ਲਿਆ, ਕਹਿੰਦੇ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰੀ ਵੀ SGPC ਦੇ ਮੈਂਬਰ ਰਹੇ ਆ, ਤੀਜੀ ਵਾਰੀ MP ਬਣ ਗਏ ਆ, ਧਾਰਮਿਕ ਮਸਲਿਆਂ ਦੇ ਉੱਤੇ ਬੜੀ ਪਕੜ ਹੈ, ਮੰਗ ਨਹੀਂ ਕੀਤੀ ਉਹਨਾਂ ਨੇ ਅੱਜ ਤੱਕ, ਹੁਣ ਹੀ ਮੰਗ ਜਾਣੀ ਕਿਉਂ ਹੋਣ ਲੱਗ ਪਈ? ਉਹ ਉਹਦੇ ਲਈ ਮਾਫੀ ਮੰਗਦੇ, ਕਹਿੰਦੇ ਹਾਂ ਠੀਕ ਹੈ। ਚਲੋ ਇੱਕ ਗੱਲ ਤਾਂ ਹੈਗੀ ਹੈ ਵੀ ਇਹ ਇੱਕ ਐਸਾ ਵਿਸ਼ਾ ਜਿਹੜਾ ਛਿੜ ਪਿਆ। ਪਹਿਲੀ ਗੱਲ ਤੇ ਵੀ ਇਹ ਛਿੜਨਾ ਨਹੀਂ ਚਾਹੀਦਾ ਸੀ। ਦੂਜੀ ਗੱਲ ਵੀ ਜੇ ਛਿੜ ਪਿਆ, ਇਹਦੇ ਪਿੱਛੇ ਹੁਣ ਜਿੰਨੇ ਕੁ ਵੀ ਰਾਜਨੀਤਿਕ ਮਾਹਰ ਨੇ ਉਹ ਆਪੋ ਆਪਣੀ ਰਾਏ ਦਿੰਦੇ ਆ। ਬਹੁਤਾ ਕਰਕੇ ਇੱਕ ਇਹਦੇ ਵਿੱਚ ਐਂਗਲ ਹੋਰ ਆਉਂਦਾ, ਉਹ ਇਹ ਆਉਂਦਾ ਕਿ ਵੀ ਇਸ ਤੋਂ ਪਹਿਲਾਂ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀਆਂ ਤਸਵੀਰਾਂ ਨੂੰ ਸਰਕਾਰੀ ਪੱਧਰ ਤੇ ਦਫ਼ਤਰਾਂ 'ਚ ਲਾਉਣ ਦੀ ਗੱਲ ਕਦੀ ਨਹੀਂ ਸੀ ਚੱਲੀ ਜੀ। ਹੁਣ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਤਸਵੀਰ ਜਾਂ ਨਾਲ ਡਾਕਟਰ ਸਾਹਿਬ ਦੀ ਫੋਟੋ ਜਿਹੜੀ ਹੈ ਉਹ ਲੱਗਦੀ ਹੈ ਨਾ। ਹੁਣ ਉਹਦੇ ਤੋਂ ਬਾਅਦ ਇਹ ਵਿਸ਼ਾ ਜਿਹੜਾ ਉਹ ਚੱਲਿਆ। ਹੁਣ ਕਾਰਨ ਇਹ ਆ ਵੀ ਇਹ ਤਾਂ ਚਲੋ ਮਾਨ ਸਾਹਿਬ ਜਾਣਦੇ ਹੋਣਗੇ ਜਾਂ ਮਾਨ ਸਿੰਘ ਮਾਨ ਹੋਰੀ ਜਾਣਦੇ ਹੋਣਗੇ ਵੀ ਕਿਤੇ ਇਹ ਕਾਰਨ ਤੇ ਨਹੀਂ ਜੁੜਦਾ ਵੀ ਹਾਂਜੀ ਇੱਕ ਤਸਵੀਰ ਜਿਹੜੀ ਉਹ ਅਚਾਨਕ ਹੁਣ ਜੇ ਦਫ਼ਤਰਾਂ ਦੇ ਵਿੱਚ ਲੱਗਣ ਲੱਗ ਪਈ ਹੈ ਤੇ ਫਿਰ ਹੁਣ ਇਹਦੇ ਤੇ ਆ ਜਾਈਏ ਆਪਾਂ। ਦੂਸਰੀ ਗੱਲ ਜਿਹੜੀ ਮੈਂ SGPC ਦੇ ਅਹੁਦੇਦਾਰ ਨੇ ਗਰੇਵਾਲ ਸਾਹਿਬ ਉਹਨਾਂ ਦੀ ਗੱਲ ਸੁਣ ਰਿਹਾ ਸੀ, ਉਹ ਕਹਿੰਦੇ ਦੇਖੋ ਗੱਲ ਇਹ ਹੈ ਕਿ ਵੀ ਕਿਸੇ ਇੱਕ ਸ਼ਖਸ ਵੱਲੋਂ ਕੀਤੀ ਗਈ ਮੰਗ ਦੇ ਉੱਪਰ ਅਚਾਨਕ ਆਪਾਂ ਰਿਐਕਸ਼ਨ ਦੇ ਦਈਏ ਵੀ ਹਾਂਜੀ ਆਪਾਂ ਲਾ ਦੇਂਗੇ ਜੀ, ਆਪਾਂ ਪਾਸੇ ਕਰ ਦਿਆਂਗੇ। ਕਹਿੰਦੇ ਨਾ ਤਾਂ ਦੇਖੋ ਕੇਂਦਰੀ ਅਜਾਇਬ ਘਰ ਦੇ ਵਿੱਚ ਤਸਵੀਰ ਲਾਉਣ ਦੇ ਲੱਗਿਆ ਇਹ ਹੁੰਦਾ ਵੀ ਅੱਜ ਜਿਹੜੀ ਸਵੇਰੇ ਲਾਤੀ, ਤੇ ਨਾ ਇਹੋ ਹੀ ਹੋ ਸਕਦਾ ਵੀ ਆਪਾਂ ਸਵੇਰੇ ਲਾਤੀ। ਉਹ ਕਹਿੰਦੇ ਜੇ ਆਪਾਂ ਪੁਰਾਣੀਆਂ ਲਿਖਤਾਂ ਪੜ੍ਹਦੇ ਹਾਂ ਤੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਬਾਰੇ ਇਹ ਵੀ ਕਿਹਾ ਜਾਂਦਾ ਵੀ ਉਹ ਬਾਅਦ ਦੇ ਵਿੱਚ ਉਹਨਾਂ ਨੇ ਧਰਮ ਵਾਲੇ ਪਾਸੇ ਮੋੜਾ ਕੱਟ ਲਿਆ ਸੀ, ਉਹ ਕੇਸਾਧਾਰੀ ਹੋ ਗਏ ਸੀਗੇ, ਉਹਨਾਂ ਦੀਆਂ ਲਿਖਤਾਂ ਜਿਹੜੀਆਂ ਨੇ ਉਹ ਵੀ ਵੱਖਰੀ ਤਰ੍ਹਾਂ ਦੀਆਂ ਮਿਲਦੀਆਂ ਨੇ। ਤੇ ਫਿਰ ਇਹ ਕਹਿਣਾ ਅਚਾਨਕ ਤੋਂ ਕਿਸੇ ਸ਼ਖਸ ਵੱਲੋਂ ਕਿ ਹਾਂਜੀ ਉਹ ਤਾਂ ਨਾਸਤਕ ਸੀਗੇ ਜਾਂ ਉਹ ਨਾਸਤਕ ਨਹੀਂ ਸੀਗੇ, ਉਹ ਕਹਿੰਦੇ ਵੀ ਬਹੁਤ ਜਲਦਬਾਜ਼ੀ ਆ। ਬਾਕੀ ਉਹ ਕਹਿੰਦੇ ਚਿੱਠੀ ਉਹਨਾਂ ਦੀ ਅਜੇ ਅਸੀਂ ਪੜ੍ਹੀ ਨਹੀਂ SGPC, ਕਿਉਂਕਿ ਉਹ ਮੇਰੇ ਖਿਆਲ ਨਾਲ ਇੱਕ ਵੱਡੀ ਜਥੇਬੰਦੀ ਹੈ ਤੇ ਜਥੇਬੰਦੀ ਜਦੋਂ ਦੁਬਾਰਾ ਸਿਰ ਜੋੜ ਕੇ ਬੈਠੂਗੀ ਉਸ ਤੋਂ ਬਾਅਦ ਉਹਨਾਂ ਦਾ ਕੀ ਜਵਾਬ ਆਉਂਦਾ, ਮੇਰੇ ਖਿਆਲ ਨਾਲ ਫਿਰ ਉਹ ਰਿਐਕਸ਼ਨ ਬਣਦਾ। ਅਜੇ ਤੋਂ ਉਹਨਾਂ ਆਪਣੇ ਵੱਲੋਂ ਇੱਕ ਮੰਗ ਰੱਖ ਦਿੱਤੀ ਆ, ਉਹ ਇੱਕ ਡਿਬੇਟ ਦਾ ਵਿਸ਼ਾ ਬਣ ਗਿਆ ਤੇ ਡਿਬੇਟ ਮੇਰੇ ਖਿਆਲ ਨਾਲ ਵੱਖਰੀ ਤਰ੍ਹਾਂ ਦੀ ਪੂਰੀ ਦੁਨੀਆ 'ਚ ਚੱਲ ਗਈ ਹੈ। ਵੈਸੇ ਵੀ ਮੈਨੂੰ ਲੱਗਦਾ ਵੀ ਇਹ ਵਧੀਆ ਤਰੀਕਾ ਨਾਲ ਇੱਕ ਡਿਬੇਟ ਚਲਾ ਲਿਓ, ਉਸ ਤੋਂ ਬਾਅਦ ਉਸ ਡਿਬੇਟ ਦੇ ਉੱਪਰ ਗੱਲਾਂ ਹੋਈ ਜਾਣ, ਬਾਕੀ ਦੀਆਂ ਗੱਲਾਂ ਜਿਹੜੀਆਂ ਉਹ ਆਸੇ-ਪਾਸੇ ਰਹਿ ਜਾਣ। ਮੈਨੂੰ ਚੇਤਾ ਆਇਆ ਸੰਧਾਲੀਆ ਸਾਹਿਬ ਜਦੋਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬਿਆਨ ਦਿੱਤਾ ਨਾ, ਉਹਦੇ ਤੋਂ ਬਾਅਦ ਫਿਰ ਇੱਕ ਬੀਬੀ ਨੇ ਪਰਚਾ ਕਰਾਤਾ, ਸ਼ਿਕਾਇਤ ਦਿੱਤੀ, ਉਸੇ ਥਾਣੇ ਜਾ ਕੇ ਉਸ ਬੀਬੀ ਦੇ ਖਿਲਾਫ ਇਹਨਾਂ ਨੇ ਸ਼ਿਕਾਇਤ ਦਿੱਤੀ। ਫਿਰ ਜਿੱਥੇ ਵੀ ਕਿਤੇ ਜਾਂਦੇ ਆ ਪੱਤਰਕਾਰ ਇਹੀ ਸਵਾਲ ਪੁੱਛਦੇ ਆ। ਉਹਦੇ ਤੋਂ ਬਾਅਦ ਹੁਣ ਸਰਦਾਰ ਮਾਨ ਸਿੰਘ ਮਾਨ ਹੋਰਾਂ ਨੇ ਉੱਪਰ ਜਾ ਕੇ ਬੇਨਤੀ ਕੀਤੀ ਲਿਖਤੀ ਰੂਪ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਕਿ ਆਹ ਕੰਮ ਨਹੀਂ ਹੋਣਾ ਚਾਹੀਦਾ। ਮੈਨੂੰ ਚੇਤੇ ਆਉਂਦਾ ਸੀ ਕਿ ਪੰਜਾਬ ਦੇ ਵਿੱਚ 3.25 ਕਰੋੜ ਲੋਕ ਰਹਿੰਦੇ ਨੇ, ਉਹਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ, ਵਿੱਤੀ ਤੌਰ ਤੇ ਪੰਜਾਬ ਕਮਜ਼ੋਰ ਹੈ, ਕਰਜ਼ਾ ਸਾਡੇ ਸਿਰ ਚੜਿਆ ਹੋਇਆ। ਸਰਦਾਰ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਪ੍ਰਚਾਰ ਕਰਦਿਆਂ ਬਾਰਡਰ ਜਿਹੜਾ ਅਟਾਰੀ ਵਾਲਾ ਉਹਦੇ ਰਾਹੀਂ ਵਪਾਰ ਖੋਲ੍ਹਣ ਦੀ ਇੱਕ ਮੰਗ ਕੀਤੀ ਸੀ। ਅੱਜ ਕੱਲ੍ਹ ਸੰਸਦ ਦਾ ਸੈਸ਼ਨ ਚੱਲਦਾ, ਉਹ ਸੰਸਦ ਦੇ ਵਿੱਚ ਜਾਣ ਦੇ ਲਈ ਉਹਨਾਂ ਦੇ ਕੋਲ ਅਧਿਕਾਰ ਹੈ। ਉਸੇ ਪਾਰਲੀਮੈਂਟ ਦੇ ਵਿੱਚ ਬਹੁਤ ਸਾਰੇ ਮੰਤਰੀ ਹੁੰਦੇ ਆ, ਉੱਥੇ ਸਵਾਲ ਪੁੱਛੇ ਜਾਂਦੇ ਆ। ਮੈਨੂੰ ਡਾਕਟਰ ਧਰਮਵੀਰ ਗਾਂਧੀ ਦਾ ਚੇਤਾ ਆਉਂਦਾ, ਸੰਗਰੂਰੋਂ ਪਟਿਆਲਾ ਦੂਰ ਨਹੀਂ, ਮੈਨੂੰ ਨਹੀਂ ਪਤਾ ਕਿ ਉਹਨਾਂ ਦਾ ਕੰਮ ਕੋਈ ਨੇਪਰੇ ਚੜ੍ਹਿਆ ਕਿ ਨਹੀਂ ਚੜ੍ਹਿਆ। ਜਿੰਨੀ ਦੇਰ ਉਹ MP ਰਹੇ ਆ ਉਹਨਾਂ ਦੇ ਹੱਥ ਦੇ ਵਿੱਚ ਫਾਈਲਾਂ ਹੁੰਦੀਆਂ ਸੀ, ਸਰਕਾਰ ਉਹਨਾਂ ਦੀ ਪਾਰਟੀ ਦੀ ਹੈ ਨਹੀਂ ਸੀ, ਨਾ ਅੱਜ ਤੱਕ ਕੇਂਦਰ 'ਚ ਬਣੀ ਹੈ। ਉਹਨਾਂ ਨੇ ਰੇਲ ਰੂਟ ਆਹ ਕਰਕੇ ਮੰਤਰੀ ਦੇ ਸਾਹਮਣੇ ਜਾ ਕੇ ਸਾਰਾ ਹੋਮਵਰਕ ਕਰਕੇ ਰੱਖਣਾ ਜੀ, ਆਹ ਦੇਖੋ ਆਹ ਸਾਡੇ ਕੋਲ ਪੰਜਾਬ ਦੀ ਇੰਨੀ ਆਬਾਦੀ ਹੈ, ਆਹ ਇੱਕ ਰੇਲ ਲਿੰਕ ਨਹੀਂ ਬਣਿਆ, ਇਹਦੇ ਕਰਕੇ ਇੰਨੇ ਜ਼ਿਲ੍ਹਿਆਂ ਦੇ ਇੰਨੇ ਲੱਖ ਲੋਕ ਜਿਹੜੇ ਆ ਉਹਨਾਂ ਨੂੰ ਬੱਸਾਂ 'ਚ ਸਫ਼ਰ ਕਰਨਾ ਪੈਂਦਾ, ਬੱਸਾਂ 'ਚ ਸਫ਼ਰ ਕਰਦੇ ਆ ਪ੍ਰੈਸ਼ਰ ਵੱਧਦਾ, ਤੇਲ ਵੱਧ ਫੂਕ ਹੁੰਦਾ, ਐਕਸੀਡੈਂਟ ਵੱਧ ਹੁੰਦੇ ਆ। ਇੰਨਾ ਕੁ ਟੋਟਾ ਜੇ ਤੁਸੀਂ ਰੇਲਵੇ ਲਾਈਨ ਦਾ ਪਾ ਦਿਓ, ਇੰਨੇ ਜ਼ਿਲ੍ਹਿਆਂ ਦੇ ਇੰਨੇ ਲੋਕ ਦਿੱਲੀ ਤੇ ਚੰਡੀਗੜ੍ਹ ਨੂੰ ਰੇਲ ਰਾਹੀਂ ਚਲੇ ਜਾ ਕਰਨਗੇ, ਸੜਕ ਤੇ ਟ੍ਰੈਫਿਕ ਘਟੂਗਾ, ਐਕਸੀਡੈਂਟ ਘਟਣਗੇ, ਤੇਲ ਵੀ ਤੁਹਾਡਾ ਬਚੂਗਾ, ਇੰਸ਼ੋਰੈਂਸ ਦੇਣੀ ਪੈਂਦੀ, ਸਾਰਾ ਕੁਛ ਐਂ ਕਲੀਅਰ ਕਰਦੇ ਸੀ। ਮੈਂ ਕਹਿੰਦਾ ਕਿ ਚਲੋ ਜਦੋਂ ਵੇਲ ਲੱਗੇ, ਠੀਕ ਹੈ, ਹਰ ਇੱਕ ਬੰਦੇ ਦੇ ਆਪਣੇ ਵਿਚਾਰ ਨੇ, ਆਪਣੇ ਮੁੱਦੇ ਨੇ, ਰੱਖਣੇ ਚਾਹੀਦੇ ਆ। ਉਦੋਂ ਜਿਹੜਾ ਵਾਅਦਾ ਉਦੋਂ ਲੋਕਾਂ ਦੇ ਨਾਲ ਕੀਤਾ ਸੀ ਕਿ ਭਾਈ ਅਸੀਂ ਕੋਸ਼ਿਸ਼ ਕਰਾਂਗੇ ਵਪਾਰ ਖੋਲ੍ਹਣਾ ਚਾਹੀਦਾ, ਐਨ ਚੰਗੇ ਤਰੀਕੇ ਪੜਚੋਲ ਕਰਕੇ ਕਿ ਭਾਈ ਕਿਹੜੀਆਂ ਚੀਜ਼ਾਂ ਦੀ ਪਾਕਿਸਤਾਨ 'ਚ ਲੋੜ ਹੈ, ਕਿਹੜੀਆਂ ਚੀਜ਼ਾਂ ਦੀ ਉਹ ਪਰਲੇ ਪਾਸੇ ਜਿੰਨਾ ਸਿਲਕ ਰੂਟ ਕਹਿੰਦੇ ਹੋ ਉੱਥੇ ਕਿਹੜੇ ਦੇਸ਼ ਦੇ ਵਿੱਚ ਕਿਹੜੀ ਚੀਜ਼ ਭਾਰਤ ਦੀ ਪੰਜਾਬ ਦੀ ਜਾਵੇ, ਉੱਥੇ ਇੰਨੇ ਰੁਪਏ ਨੂੰ ਟਮਾਟਰ ਹੈ, ਇੰਨੇ ਰੁਪਏ ਨੂੰ ਖੇਤੀਬਾੜੀ ਵਾਲੀ ਮਸ਼ੀਨਰੀ ਹੈ, ਸਾਡੇ ਇੱਥੇ ਸਸਤੀ ਬਣਦੀ ਆ, ਸਾਨੂੰ ਇੰਨਾ ਫਾਇਦਾ ਹੋ ਜੂ, ਸਰਕਾਰ ਨੂੰ ਇੰਨਾ ਟੈਕਸ ਆਊਗਾ, ਲੋਕਾਂ ਦੇ ਇੰਨੇ ਪੈਸੇ ਬਚਣਗੇ, ਇੰਨੇ ਕਾਰਖਾਨੇ ਲੱਗ ਜਾਣਗੇ, ਇੰਨੇ ਲੋਕਾਂ ਨੂੰ ਉਹਦੇ ਵਿੱਚ ਕੰਮ ਮਿਲ ਜੂਗਾ। ਪ੍ਰੋਪਰ ਹੋਮਵਰਕ ਕਰਨ, ਸਰਦਾਰ ਮਾਨ ਸਿੰਘ ਹੋਰਾਂ ਨੂੰ ਵੀ ਲਾ ਦੇਣ, ਸਾਰੇ ਬੰਦਿਆਂ ਨੂੰ ਲਾਉਣ ਤੇ ਉੱਥੇ ਜਾ ਕੇ ਫਾਈਲਾਂ ਇਹ ਰੱਖਣ। ਸੰਧਾਲੀਆ ਸਾਹਿਬ ਸਵਾਦ ਆ ਜਾਏ, ਪੰਜਾਬ ਅਸ਼ ਕਰ ਉੱਠੇ। ਨਹੀਂ ਇਹਦੇ 'ਚ ਆਪਾਂ ਇੱਕ ਚਲੋ ਵੈਸੇ ਖੈਰ ਉਹ ਤਾਂ ਹੁਣ ਵੱਡੇ ਬੰਦੇ ਨੇ, ਆਪਾਂ ਵੈਸੇ ਉਹਨਾਂ ਦਾ ਧਿਆਨ ਦਵਾ ਦਿੰਦੇ ਹਾਂ। ਬੰਦਾ ਸੰਗਰੂਰ ਤੋਂ MP ਵੀ ਇੱਕੋ ਹੀ ਸੀਗਾ,
ਉਹਦਾ ਹੋਰ ਕੋਈ ਐਮਪੀ ਨਹੀਂ ਸੀ ਹੈਗਾ, ਮਤਲਬ ਮੈਂਬਰ ਪਾਰਲੀਮੈਂਟ ਪੂਰੇ ਇੰਡੀਆ ਦੇ ਵਿੱਚੋਂ ਕੋਈ ਨਹੀਂ ਸੀ ਹੈਗਾ, ਸਿਰਫ ਇੱਕ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਸੀ। ਐਂਡ ਜਿੰਨਾ ਕੁ ਸਮਾਂ ਉਹਨਾਂ ਨੇ 3-3.5 ਸਾਲ ਦਾ ਉੱਥੇ ਕੱਢਿਆ, ਉਹ ਆਪਾਂ ਇਹ ਵੀ ਯਾਦ ਕਰਾ ਦਿੰਦੇ ਹਾਂ ਵੀ ਜਦੋਂ ਇਲੈਕਸ਼ਨ ਚੱਲਦੀ ਸੀ, ਪ੍ਰਚਾਰ ਦੇ ਦੌਰਾਨ ਵੀ ਬੰਦਾ ਇੱਕ ਦਿਨ ਉੱਥੇ ਗਿਆ ਸੀ ਵੀ ਯਾਰ ਆਹ ਮੁੱਦਾ ਮੈਂ ਉੱਥੇ ਜਾ ਕੇ ਚੁੱਕਣਾ ਤੇ ਮੇਰੀ ਉੱਥੇ ਗੱਲ ਬਣਦੀ ਹੈ, ਸੇਮ ਮੁੱਦਾ ਹੈ ਨਾ, ਜੋ ਮੈਂ ਮੁੱਦਾ ਜਾ ਕੇ ਉੱਥੇ ਰੱਖਣਾ, ਕਿਉਂਕਿ ਮੇਰਾ ਉੱਥੇ ਟਾਈਮ ਹੈ, ਮੇਰੇ ਕੋਲ ਦਿਨ ਆ, ਉਹ ਮੇਰਾ ਟਾਈਮ ਮੈਂ ਛੱਡਣਾ ਨਹੀਂ, ਭਾਵੇਂ ਮੈਨੂੰ ਪ੍ਰਚਾਰ ਦਾ ਛੱਡਣਾ ਪੈ ਜੇ। ਇਹ ਸੰਗਰੂਰ ਹਲਕੇ ਦੇ ਲੋਕਾਂ ਨੇ ਦੇਖਿਆ ਹੋਊਗਾ ਕਿ ਵੀ ਜਿੰਨਾ ਕੁ ਚਿਰ ਵੀ ਉਹ ਐਮਪੀ ਰਹੇ ਨੇ, ਉਹਨਾਂ ਨੇ ਉੱਥੇ ਕਿੰਨੇ ਕੰਮ ਕਰਾਏ ਨੇ ਜਾਂ ਕਿੰਨੇ ਨਹੀਂ ਕਰਾਏ, ਕਿਉਂਕਿ ਕੰਪੈਰੀਜ਼ਨ ਉਹਨਾਂ ਨੂੰ ਕਰਨ ਦਾ ਹੱਕ ਹੈ, ਕਿਉਂਕਿ ਉਹਨਾਂ ਨੇ ਐਤਕੀ ਦੂਸਰੇ ਕੈਂਡੀਡੇਟ ਨੂੰ ਚੁਣਿਆ। ਹੁਣ ਜੇ ਆਪਾਂ ਕਹੀਏ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਤੇ ਅਜੇ ਉਹ ਵੀ ਇਕੱਲੇ ਨੇ, ਉਹਨਾਂ ਦੀ ਪਾਰਟੀ ਦਾ ਵੀ ਹੋਰ ਕੋਈ ਐਮਪੀ ਨਹੀਂ ਹੈਗਾ, ਪੂਰੇ ਇੰਡੀਆ 'ਚ ਨਹੀਂ ਹੈਗਾ। ਸੋ ਮੈਨੂੰ ਲੱਗਦਾ ਵੀ 1.5 ਸਾਲ ਦੇ ਵਿੱਚ ਜੇ ਉਹ ਉਸ ਕੰਪੈਰੀਜ਼ਨ ਦੇ ਵਿੱਚ ਪੈਣ ਨਾਲੋਂ ਵੀ ਹਾਂ ਕੌਣ ਅੱਤਵਾਦੀ ਸੀ, ਕੌਣ ਅੱਤਵਾਦੀ ਨਹੀਂ ਸੀ, ਉਸ ਹਲਕੇ ਦੇ ਉੱਪਰ ਇਹ ਕੰਪੈਰੀਜ਼ਨ ਕਰ ਲੈਣ ਵੀ ਪਹਿਲਿਆਂ ਨੇ ਕਿਹੜੇ ਕੰਮ ਨਹੀਂ ਕਰਾਏ ਤੇ ਮੈਂ ਕਿਹੜੇ ਕਰਾ ਦਿੱਤੇ, ਉਹ ਜ਼ਿਆਦਾ ਵਧੀਆ ਨਹੀਂ। ਕਿਉਂਕਿ ਜਦੋਂ 24 'ਚ ਇਲੈਕਸ਼ਨ ਆਉਣੀ ਹੈ, ਉਦੋਂ ਇੱਕ ਨਾ ਫਿਰ ਮੌਕਾ ਆਉਣਾ ਲੋਕਾਂ ਦੇ ਕੋਲ ਜਾਣ ਦਾ, ਵੋਟਾਂ ਮੰਗਣ ਦਾ, ਫਿਰ ਮੌਕਾ ਮਿਲਣਾ ਵੀ 5 ਸਾਲ ਹੋਰ, ਫਿਰ ਜਿੰਨੇ ਮਰਜ਼ੀ ਮੁੱਦੇ ਚੁੱਕੀ ਜਾਣ। ਕੀ ਲੱਗਦਾ ਆਪਾਂ ਹੋਰ ਦਗਾਹ ਨੂੰ ਲੈ ਜਾਂਦੇ ਹਾਂ। ਭਗਵੰਤ ਮਾਨ ਹੋਰੀ ਪਹਿਲੀ ਵਾਰੀ 4 ਜਣੇ ਜਿੱਤੇ ਸੀ, ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਕਿ ਜਿੰਨਿਆਂ ਨੂੰ ਗ੍ਰਾਂਟਾਂ ਵੰਡਦੇ ਸੀ ਸਾਰਾ ਹਿਸਾਬ ਦਿੰਦੇ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਕਿ ਭਾਈ ਐਸ ਪਿੰਡ ਨੂੰ ਆ ਗ੍ਰਾਂਟ ਵੰਡੀ ਹੈ, ਮਾਨ ਸਾਹਿਬ ਤੁਸੀਂ ਵੀ ਕਰ ਦਿਓ ਸ਼ੁਰੂ, ਗ੍ਰਾਂਟ ਦਾ 1 ਰੁਪਈਆ ਨਾ ਲੈਪਸ ਹੋਵੇ ਐਤਕੀ, ਤੁਸੀਂ ਅਗਲੀ ਵਾਰੀ ਜਿੱਤ ਜਾਣਾ। ਫਿਰ ਜੇ ਤੁਸੀਂ ਕੰਮ ਇਸ ਤਰੀਕੇ ਨਾਲ ਕੀਤੇ, ਲੋਕਾਂ ਦੇ ਮੁੱਦੇ ਚੁੱਕੇ, ਤੁਹਾਡੀ 2027 'ਚ ਸਰਕਾਰ ਵੀ ਬਣ ਸਕਦੀ ਹੈ। ਕਿਉਂਕਿ ਪਿਛਲਾ ਮਾਨ ਅਗਲੀ ਵਾਰੀ ਐਮਪੀ ਬਣ ਗਿਆ ਸੀ ਸੰਗਰੂਰ ਤੋਂ, ਭਗਵੰਤ ਮਾਨ ਇਕੱਲਾ ਹੀ ਸੀ। ਤੇ ਜੇ ਕੋਈ ਕਹੇ ਕਿ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਨੂੰ ਪੰਜਾਬ ਜਿਤਾ ਗਿਆ, ਨਹੀਂ। ਜੇ ਕੋਈ ਕਹੇ ਰਾਘਵ ਚੱਡੇ ਨੇ ਜਿਤਾਤਾ, ਨਹੀਂ। ਜੇ ਕੋਈ ਕਹੇ ਕਿ ਜਰਨੈਲ ਸਿੰਘ ਜਿਤਾ ਗਿਆ, ਨਹੀਂ। ਜੇ ਇਦਾਂ ਹੁੰਦੀ ਤਾਂ ਭਗਵੰਤ ਮਾਨ ਨੂੰ ਸੀਐਮ ਦਾ ਦਾਅਵੇਦਾਰ ਬਣਾਉਣ ਦੀ ਲੋੜ ਹੀ ਨਹੀਂ ਸੀ। ਉਹ ਬੰਦਾ 2 ਵਾਰੀ ਐਮਪੀ ਰਿਹਾ, ਉਹਦੇ ਚਿਹਰੇ ਨੂੰ ਅੱਗੇ ਰੱਖ ਕੇ ਅਗਲਿਆਂ ਨੇ ਚੋਣ ਲੜੀ, ਅਗਲਾ ਸਰਕਾਰ ਬਣਾ ਗਿਆ ਸੂਬੇ 'ਚ, ਤੁਸੀਂ ਵੀ ਬਣਾ ਸਕਦੇ ਹੋ। ਅਸੀਂ ਨਹੀਂ ਕਹਿੰਦੇ ਉਹਦੇ ਪਿੱਛੇ ਚੱਲਣਾ ਚਾਹੀਦਾ, ਅਸੀਂ ਕਹਿੰਦੇ ਕਿ ਭਾਈ ਪੰਜਾਬ ਦੇ ਮੁੱਦੇ ਚੁੱਕੋ, ਠੋਕ ਵਜਾ ਕੇ ਪੰਜਾਬ ਦੇ ਲੋਕ ਹੱਥਾਂ ਤੇ ਚੱਕਦੇ ਆ, ਬਹਿਸ ਛੇੜਨ ਦੀ ਲੋੜ ਨਹੀਂ ਹੈ। ਨਹੀਂ, ਇਹ ਤਾਂ ਗੱਲ ਹੈਗੀ। ਬਾਕੀ ਚਲੋ ਇਹ ਕੁਛ ਰਾਜਨੀਤਿਕ ਮਾਹਰ ਇਸ ਚੀਜ਼ ਨਾਲ ਵੀ ਜੋੜਦੇ ਆ ਕਿ ਕਿਉਂਕਿ ਐਸਜੀਪੀਸੀ ਦੀਆਂ ਇਲੈਕਸ਼ਨਾਂ ਦੀ ਗੱਲ ਹੈ, ਐਂਡ ਇਹ ਮੁੱਦਾ ਜਦੋਂ ਆਪਾਂ ਉੱਥੋਂ ਅਜਾਇਬ ਘਰ ਦੇ ਵਿੱਚੋਂ ਤਸਵੀਰ ਲਾਉਣੀ ਆ ਜਾਂ ਨਹੀਂ ਲਾਉਣੀ, ਉਹਨੂੰ ਹੋ ਸਕਦਾ ਵੀ ਸਿਆਸਤ ਦੇ ਰੰਗ ਨਾਲ ਵੀ ਜੋੜਿਆ ਜਾਂਦਾ, ਕੀ ਆ ਕੀ ਨਹੀਂ, ਇਹ ਤਾਂ ਉਹ ਜ਼ਿਆਦਾ ਬੈਟਰ ਜਾਣਦੇ ਆ, ਆਪਾਂ ਉਸ ਡਿਸਕਸ਼ਨ 'ਚ ਨਹੀਂ ਪੈ ਸਕਦੇ। ਪਰ ਇੰਨਾ ਹੈ ਕਿ ਵੀ ਇਹ ਜਿਹੜਾ ਮੁੱਦਾ ਹੈ ਉਹ ਡਿਬੇਟ ਦਾ ਵਿਸ਼ਾ ਬਣ ਗਿਆ, ਐਂਡ ਇਸ ਡਿਬੇਟ ਦੇ ਵਿੱਚੋਂ ਕੀ ਨਿਕਲਣ ਦੀ ਆਸ ਹੈ, ਮੈਂ ਆਨਾ ਵੀ ਆਪਣੇ ਪਰਿਵਾਰ ਦੇ ਮੈਂਬਰ ਟਿੱਪਣੀ ਕਰ ਸਕਦੇ ਕਿ ਉਹਨਾਂ ਨੂੰ ਕਿੰਨੀ ਕਿ ਡਿਬੇਟ ਲੱਗਦਾ ਕਿ ਵੀ ਹਾਂਜੀ ਇੱਥੇ ਗੱਲ ਕਰਨ ਦੀ ਲੋੜ ਹੈ, ਜਾਂ ਇੱਕ ਬਹੁਤ ਵੱਡਾ ਵਿਸ਼ਾ ਹੈ ਜਿਹਦੇ 'ਤੇ ਆਪਾਂ ਨੂੰ ਟਾਈਮ ਜਾਂ ਐਨਰਜੀ ਲਾਉਣ ਦੀ ਲੋੜ ਆ, ਜਾਂ ਫਿਰ ਪੰਜਾਬ ਦੇ ਜਾਂ ਇਵਨ ਸੰਗਰੂਰ ਦੇ ਹੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਐਸੇ ਕੰਮ ਨੇ ਜਿਨ੍ਹਾਂ ਦੇ ਉੱਪਰ ਜ਼ਿਆਦਾ ਧਿਆਨ ਦੇਣ ਦੀ ਲੋੜ ਆ। ਸੰਧਾਲੀਆ ਸਾਹਿਬ, ਬੜੀ ਚਰਚਾ ਚੱਲੀ ਜਦੋਂ ਨਾ 2 ਗੈਂਗਸਟਰਾਂ ਦਾ ਐਨਕਾਊਂਟਰ ਹੋਇਆ, ਉਹਦੇ ਤੋਂ ਬਾਅਦ ਪੰਜਾਬ ਪੁਲਿਸ ਬੱਲੇ ਜੇ ਇੱਦਾਂ, ਆਪਾਂ ਕਈ ਵਾਰੀ ਆਉਂਦੇ ਹੁੰਦੇ ਆ ਕਿ ਹਰ ਡਿਪਾਰਟਮੈਂਟ 'ਚ ਨਾ ਚੰਗੇ ਬੰਦੇ ਸਾਰੇ ਹੁੰਦੇ ਤੇ ਨਾ ਸਾਰੇ ਮਾੜੇ ਹੁੰਦੇ ਆ। ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਸਾਹਿਬ ਨੇ ਖੁਦ ਦੱਸਿਆ, ਉਹ ਕਹਿੰਦੇ ਜੀ ਅਸੀਂ ਹੁਣ ਆਪਣੇ ਡਿਪਾਰਟਮੈਂਟ ਵਿੱਚੋਂ ਕਾਲੀਆਂ ਭੇਡਾਂ ਦਾ ਵੀ ਸਫਾਇਆ ਕਰਨਾ, ਗੈਂਗਸਟਰਾਂ ਦਾ ਤਾਂ ਕਰਨਾ ਹੀ ਹੈ, ਨਸ਼ਿਆਂ ਨੂੰ ਤਾਂ ਰੋਕਣਾ ਹੀ ਹੈ, ਡਿਪਾਰਟਮੈਂਟ 'ਚ ਵੀ ਕਹਿੰਦੇ ਕਿ ਇੱਦਾਂ ਦੇ ਬੰਦੇ ਆ। ਹੁਣ ਫਿਰੋਜ਼ਪੁਰ ਦੇ ਵਿੱਚ ਇੱਕ ਇੰਸਪੈਕਟਰ, ਇੱਕ ASI, ਇੱਕ ਹੈੱਡ ਕਾਂਸਟੇਬਲ, 3 ਬੰਦੇ ਨੌਕਰੀਓਂ ਬਰਖਾਸਤ ਕੀਤੇ ਆ। ਤੁਸੀਂ ਇਹ ਦੇਖੋ ਕਿ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਜੀ ਨਸ਼ਾ ਬੰਦ ਕਰਨਾ ਹੀ, ਤੇ ਬੰਦ ਕਾਹਦੇ ਨਾਲ ਕਰਨਾ, ਪੁਲਿਸ ਵਿਭਾਗ ਨਾਲ, ਤੇ ਦੂਸਰੇ ਪਾਸੇ ਦੋਸ਼ ਕੀ ਲੱਗਾ ਕਿ 2 ਮੁੰਡਿਆਂ ਦੇ ਉੱਤੇ ਇਹਨਾਂ ਨੇ ਝੂਠਾ ਨਸ਼ੇ ਦਾ ਕੇਸ ਪਾਤਾ ਹੁਣੇ ਹੀ 5 ਦਿਨ ਪਹਿਲਾਂ, ਕਿ ਜੀ ਇਹਨਾਂ ਕੋਲ 1 ਕਿਲੋ ਹੈਰੋਇਨ ਬਰਾਮਦ ਹੋਈ ਹੈ, ਇੰਨੇ ਲੱਖ ਰੁਪਈਆ ਇਹਨਾਂ ਕੋਲ ਫੜਿਆ ਗਿਆ, ਇਹ ਬਹੁਤ ਵੱਡੇ ਤਸਕਰ ਨੇ। ਹੁਣ ਜ਼ਿਲ੍ਹੇ ਦੇ ਪੁਲਿਸ ਮੁਖੀ ਉਹ ਕਹਿੰਦੇ ਜੀ ਸਾਨੂੰ ਸ਼ੱਕ ਸੀ ਥੋੜਾ ਜਿਹਾ ਕਿ ਇਹਨਾਂ ਨੇ ਐਲਾਨ ਤਾਂ ਕਰਤਾ ਕਿ ਅਸੀਂ ਬੰਦੇ ਫੜ ਲਏ, ਬੰਦੇ ਫੜ ਕੇ ਅੰਦਰ ਵੀ ਦੇ ਦਿੱਤੇ, ਪਰਚਾ ਵੀ ਦੇ ਦਿੱਤਾ, ਪਰ ਸਾਨੂੰ ਸ਼ੱਕ ਸੀ, ਕਹਿੰਦੇ ਅਸੀਂ ਆਪਣੇ ਪੱਧਰ ਤੇ ਉੱਪਰਲੇ ਅਧਿਕਾਰੀਆਂ ਤੋਂ ਪ੍ਰਵਾਨਗੀ ਲੈ ਕੇ ਜਾਂਚ ਸ਼ੁਰੂ ਕਰਾਤੀ, ਤੇ ਫਿਰ ਪਤਾ ਕੀ ਲੱਗਾ, ਮੁੰਡਿਆਂ ਤੋਂ ਪੈਸੇ ਭਾਲਦੇ ਹੀ ਕਿ ਨਹੀਂ ਤਾਂ ਤੁਹਾਡੇ ਤੇ ਪਰਚਾ ਪਾ ਦੇਵਾਂਗੇ, ਪੈਸੇ ਉਹਨਾਂ ਨੇ ਦਿੱਤੇ ਨਹੀਂ, ਪਰਚਾ ਪਾਉਣ ਵਾਲੇ ਕੰਮ ਵੱਲ ਚੱਲ ਪਏ, ਵਿੱਚ ਹੀ ਉੱਪਰਲੇ ਅਧਿਕਾਰੀਆਂ ਦੀ ਜਾਂਚ ਮੁਕੰਮਲ ਹੋ ਗਈ, ਉਹਨਾਂ ਨੇ 3 ਹੀ ਬੰਦੇ ਕਿ ਭਾਈ ਇਹਨਾਂ ਦਾ ਗਰੋਹ ਬਣਿਆ, ਇਹ ਮੁੰਡਿਆਂ ਨੂੰ ਫਸਾਉਂਦੇ ਆ, ਨਸ਼ੇ ਦੇ ਕੇਸਾਂ ਦੇ ਵਿੱਚ 2 ਨੰਬਰ ਦੇ ਵਿੱਚ ਤਾਂ ਪੈਸੇ ਉਗਰਾਉਂਦੇ ਆ। ਤੁਸੀਂ ਦੇਖੋ ਇੱਕ ਸਸਪੈਂਸ਼ਨ ਹੁੰਦੀ ਹੈ, ਇੱਕ ਬਰਖਾਸਤਗੀ ਹੁੰਦੀ ਹੈ, ਉਹ ਕਹਿੰਦੇ ਬਾਹਰ ਚਲੋ ਤੁਹਾਡਾ ਡਿਪਾਰਟਮੈਂਟ 'ਚ ਕੰਮ ਕੋਈ ਨਹੀਂ। ਇਹਦੇ 'ਚ ਮੈਂ ਨਾ ਇੱਕ ਗੱਲ ਹੋਰ, ਜੇ DGP ਸਾਹਿਬ ਨੇ ਗੱਲ ਕਹੀ ਹੈ ਸ਼ਾਇਦ ਉਹਨਾਂ ਦੇ ਵੀ ਧਿਆਨ 'ਚ ਹੋਵੇ, ਆਪਾਂ ਨੂੰ ਇਹ ਪਤਾ ਵੀ ਜੇ ਮੰਨ ਲਓ ਕਿਸੇ ਦੇ ਉੱਪਰ ਕੇਸ ਪਿਆ, ਮੰਨ ਲਓ ਕਿਲੋ ਹੈਰੋਇਨ ਆ ਜੀ, ਹੁਣ ਕਿਲੋ ਹੈਰੋਇਨ ਜੇ ਮੰਨ ਲਓ ਉਹਨਾਂ ਦੇ ਉੱਪਰ ਪਾਈ ਆ, ਤੇ ਕੱਲ੍ਹ ਨੂੰ ਉਹ ਅਦਾਲਤ 'ਤੇ ਜਾਣੀ ਗੱਲਬਾਤ, ਤੇ ਉਹਨਾਂ ਦੇ ਕਹਿਣੇ ਵੀ ਹਾਂਜੀ ਕਿੱਥੇ ਆ ਜੀ, ਉਹ ਕਿਲੋ ਹੈਰੋਇਨ ਕਿਤੇ ਤੇ ਵਿਖਾਉਣੀ ਪਊਗੀ, ਐਂਡ ਜੇ ਮੰਨ ਲਓ ਕੇਸ ਚੱਲਦਾ ਕੱਲ੍ਹ ਨੂੰ ਵਿਖਾ ਵੀ ਦਿੰਦੇ ਨੇ, ਫਿਰ ਉਹਨਾਂ ਕੋਲ ਕਿੱਥੋਂ ਆਈ, ਇਹ ਵੀ ਪਤਾ ਕਰ ਲੈਣਾ ਚਾਹੀਦਾ। ਐਂਡ ਜੇ ਇੱਦਾਂ ਦੇ ਸਮਾਨ ਆਲਰੇਡੀ ਰੱਖੀ ਬੈਠੇ ਨੇ ਬੰਦੇ ਜੇ ਗਰਾਉਣ ਦੇ ਲਈ, ਤੇ ਇਹ ਵਾਕਈ ਚੰਗੀ ਗੱਲ ਹੈ, ਬਹੁਤ ਵਧੀਆ ਪਹਿਲ ਆ ਵੀ ਉਹ ਇਹ ਕੰਮ ਕਰ ਰਹੇ ਨੇ ਵੀ ਇੱਦਾਂ ਦੇ ਬੰਦੇ ਆਪਾਂ ਲੱਭਣੇ ਆ, ਕਿਉਂਕਿ ਇਹ ਜਿਹੜਾ ਰਸਤਾ ਨਾ, ਉਹ ਜਿਹੜਾ ਪਿਛਲੇ ਦਿਨ ਤੁਸੀਂ ਐਨਕਾਊਂਟਰ ਦੀ ਗੱਲ ਕੀਤੀ, ਉਹਦੇ 'ਚੋਂ ਇੱਕ ਕੇਸ ਦੇ ਵਿੱਚ ਇਹੋ ਜਿਹੀ ਘਟਨਾ ਹੀ ਵਾਪਰੀ ਸੀ
ਵੀ ਉਹ ਮੁੰਡੇ ਇੱਕ ਦੇ ਨਾਲ ਧੱਕਾ ਹੋਇਆ ਤੇ ਉਸ ਤੋਂ ਬਾਅਦ ਉਹ ਅੰਦਰ ਚਲੇ ਗਿਆ ਤੇ ਫਿਰ ਉਹਨੂੰ ਲੱਗਿਆ ਵੀ ਯਾਰ ਮੇਰੀ ਸੁਣਵਾਈ ਕਿਤੇ ਨਹੀਂ ਹੈਗੀ। ਹੁਣ ਜੇ ਮੰਨ ਲਓ ਇਹ ਮੁੰਡਿਆਂ ਦੇ ਨਾਲ ਇਹ ਚੀਜ਼ ਹੋਈ, ਜੇ ਆਹ ਮੰਨ ਲਓ ਭਾਂਡਾ ਨਾ ਫੁੱਟਦਾ, ਉਹ ਅੱਗੇ ਤੁਰੇ ਜਾਂਦੇ ਤੇ ਤੁਸੀਂ ਦੇਖੋ ਵੀ ਜੇ ਉਹ ਇਨੋਸੈਂਟ ਬੰਦੇ ਉਹ ਅੰਦਰ ਜਾਂਦੇ, ਅੰਦਰ ਜਾ ਕੇ ਉਹਨਾਂ ਨੂੰ ਕੋਈ ਹੋਰ ਮਿਲਦਾ, ਅੱਛਾ ਲੱਗ ਕਰਤਾ, ਜੇ ਕਰ ਹੀ ਦਿੱਤਾ ਤੇ ਫਿਰ ਸੱਚੀ ਮੁੱਚੀ ਵਾਲਾ ਕਰ ਲਿਆ, ਏਡੀ ਕਿਹੜੀ ਗੱਲ ਆ। ਉਹ ਫਿਰ ਕਹਾਣੀ ਕਿੱਧਰ ਨੂੰ ਤੁਰਦੀ, ਕਿਉਂਕਿ ਮੇਰੇ ਖਿਆਲ ਨਾਲ ਇਹ ਉਹ ਰੂਟ ਆ ਜਿੱਥੋਂ ਜੜ ਸ਼ੁਰੂ ਹੁੰਦੀ ਆ। ਇਹ ਸੰਧਾਲੀਆ ਸਾਹਿਬ ਤੁਹਾਡੀ ਗੱਲ ਠੀਕ ਹੈ। ਤੁਸੀਂ ਦੇਖੋ ਬੰਦੇ ਦੇ ਸੋਚ ਦਾ ਫਰਕ ਹੁੰਦਾ। ਇੱਕ ਪਾਸੇ ਉਹ ਬੰਦੇ ਨੇ ਕਿਸੇ ਦੇ ਉੱਤੇ ਪਰਚਾ ਪਾਉਣ ਨੂੰ ਫਿਰਦੇ ਨਹੀਂ ਜਾਇਜ਼, ਉਹਨਾਂ ਲਈ ਉਹ ਵੀ ਜਾਇਜ਼ ਆ। ਇੱਥੇ ਸਾਡਾ ਸਾਰਾ ਟੱਬਰ ਤੁਸੀਂ ਆਪ ਰਾਜਨੀਤੀ ਛੱਡਣ ਦਾ ਵੈਸੇ ਉਹ ਦਿਖਾਵਾ ਜੇ ਕਰਦੇ ਹੋ, ਤਾਂ ਵੀ ਨਹੀਂ ਮੰਨਦੇ, ਕਹਿੰਦੇ ਨਹੀਂ ਯਾਰ ਇੱਦਾਂ ਛਡਾਉਣੀ ਥੋੜਾ। ਨਹੀਂ ਉਹ ਤਾਂ ਟਿੱਪਣੀਆਂ ਕਰ ਰਹੇ, ਸੋਚ ਦਾ ਬਿਲਕੁਲ ਮਤਲਬ ਛੱਡੀ ਰਾਜਨੀਤੀ। ਇਹਦੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਨਾ ਜਦੋਂ ਅਕਾਲੀ ਦਲ ਚ ਬਾਹਰ ਆਏ, ਕਹਿੰਦੇ ਹੁਣ ਨਹੀਂ ਰਾਜਨੀਤੀ, ਛਿੱਤ ਨਹੀਂ ਤਕੜਾ, ਹੁਣ ਨਹੀਂ ਕੀਤੀ ਜਾਣੀ ਰਾਜਨੀਤੀ। ਮੈਂ ਵੈਸੇ ਹੀ ਗੱਲ ਹੀ ਕੀਤੀ, ਇਹ ਤੁਹਾਡੇ ਨਾਲ ਇਹਦਾ ਸੰਬੰਧ ਕੋਈ ਨਹੀਂ ਹੈਗਾ, ਤੁਹਾਡਾ ਤਾਂ ਛਿੱਤ ਵੀ ਤਕੜਾ। ਨਹੀਂ ਚਲੋ ਕੋਈ ਗੱਲ ਨਹੀਂ। ਅੱਛਾ ਆਪਾਂ ਹੁਣ ਗੱਲ ਕਰੀਏ ਮੁਹੱਲਾ ਕਲੀਨਿਕਾਂ ਦੀ। ਮੁਹੱਲਾ ਕਲੀਨਿਕ ਕਹਿੰਦੇ ਆ ਵੀ 15 ਅਗਸਤ ਨੂੰ 75 ਮੁਹੱਲਾ ਕਲੀਨਿਕ ਪੰਜਾਬ 'ਚ ਖੁੱਲ੍ਹਣੇ ਆ। ਉਹਦੇ ਲਈ ਸਰਕਾਰ ਲੱਗੀ ਆਪਣੇ ਤੌਰ 'ਤੇ। ਪਿਛਲੇ ਦਿਨੀ ਮਾਨ ਸਾਹਿਬ ਨੇ ਇੱਕ ਮੁਹੱਲਾ ਕਲੀਨਿਕ ਦਾ ਦੌਰਾ ਵੀ ਕੀਤਾ ਸੀ। ਉਹਦੇ 'ਤੇ ਹੁਣ ਸਿਆਸਤ ਚੱਲ ਪਈ। ਕਹਿੰਦੇ ਜੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਗੱਲ ਕਰੀ, ਉਹ ਕਹਿੰਦੇ ਵੀ ਆਹ ਦੇਖ ਲਓ ਸਾਡੀਆਂ ਸਕੀਮਾਂ ਤੇ ਸਾਡੇ ਵਾਲੀਆਂ ਥਾਵਾਂ ਬਦਲ ਕੇ ਤੇ ਤੁਸੀਂ ਕਹੋ ਵੀ ਅਸੀਂ ਵਿਕਾਸ ਕਰ ਰਹੇ, ਇਹ ਕੰਮ ਛੱਡ ਦਿਓ ਮਾਨ ਸਾਹਿਬ, ਇਹ ਕੰਮ ਨਹੀਂ ਠੀਕ ਹੈਗਾ। ਰਾਜਾ ਵੜਿੰਗ ਸਾਹਿਬ ਨੇ ਤਾਂ ਜਿਹੜਾ ਟਵੀਟ ਕੀਤਾ, 2 ਫੋਟੋਆਂ ਲਾ ਕੇ, ਇੱਕ 'ਤੇ ਸੇਵਾ ਕੇਂਦਰ ਲਿਖਿਆ, ਇੱਕ ਦੇ ਉੱਪਰ ਆਮ ਆਦਮੀ ਕਲੀਨਿਕ ਲਿਖਿਆ, ਮਾਨ ਸਾਹਿਬ ਦੀ ਫੋਟੋ ਆ ਨਾਲ। ਉਹਨਾਂ ਇਹ ਵੀ ਦੱਸਦਾ ਵੀ 5 ਲੀਟਰ ਪੇਂਟ ਤੇ 2 ਬੰਦੇ ਪੇਂਟਰ ਚਾਹੀਦੇ, ਬਸ ਲੈ ਵੀ ਬਣ ਗਿਆ ਮੁਹੱਲਾ ਕਲੀਨਿਕ। ਕਹਿੰਦੇ ਵੀ ਇਹ ਜਿਹੜਾ ਵਿਕਾਸ ਹੋ ਰਿਹਾ ਇਹ ਤਾਂ ਡਿਫਰੈਂਟ ਹੀ ਚੀਜ਼ ਹੈ ਮਹਾਰਾਜ, ਵੀ ਪ੍ਰਚਾਰ ਜ਼ਿਆਦਾ ਤੇ ਕੰਮ ਘੱਟ ਹੈ। ਹੁਣ ਉਹਨੂੰ ਲੈ ਕੇ ਇਸ ਵਕਤ ਸਿਆਸਤ ਮੱਗ ਗਈ। ਸੰਧਾਲੀਆ ਸਾਹਿਬ ਪਿਛਲੇ ਦਿਨੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਜਿਹੜਾ ਸਾਡਾ ਮੁਹੱਲਾ ਕਲੀਨਿਕ ਵਾਲਾ ਪ੍ਰੋਜੈਕਟ ਹੈ ਆਮ ਆਦਮੀ ਪਾਰਟੀ ਦਾ, ਅਮਰੀਕਾ ਦੀ ਸਰਕਾਰ ਕਹਿੰਦੀ ਸਾਨੂੰ ਵੀ ਸਮਝਾਓ ਕਿੱਦਾਂ ਕਰਦੇ ਹੋ, ਅਸੀਂ ਵੀ ਆਪਣੇ ਲਾਗੂ ਕਰਨਾ ਹੈ। ਇੰਨਾ ਵਧੀਆ ਪ੍ਰੋਜੈਕਟ ਹੈ, ਕਹਿੰਦੇ ਦਿੱਲੀ 'ਚ ਅਸੀਂ ਕਰਤਾ, ਪੰਜਾਬ 'ਚ ਕਰ ਦੇਣਾ। ਹੁਣ ਉਹ ਕਰਨ ਲੱਗੇ ਆ। ਮੁਹੱਲਾ ਕਲੀਨਿਕ ਦਾ ਮਤਲਬ ਹੈ ਕਿ ਘਰ ਦੇ ਨੇੜੇ ਸਹੂਲਤ। ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬਿਲਕੁਲ ਠੀਕ ਕਿਹਾ ਤੇ ਗਲਤ ਰਾਜਾ ਵੜਿੰਗ ਸਾਹਿਬ ਨੇ ਵੀ ਨਹੀਂ ਕਿਹਾ। ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ 13,000 ਪਿੰਡ ਹੈ ਪੰਜਾਬ 'ਚ, 75 ਮੁਹੱਲਾ ਕਲੀਨਿਕ ਕਹਿੰਦੇ। ਉਹ ਕਾਹਦੇ ਮੁਹੱਲਾ ਕਲੀਨਿਕ ਹੋਏ, ਉਹ ਤਾਂ ਹਲਕੇ ਦੇ ਵੀ ਕਲੀਨਿਕ ਨਾ ਹੋਏ। ਚਲੋ ਸਰਕਾਰ ਵਾਲੇ ਕਹਿੰਦੇ ਜੀ ਅਸੀਂ ਅਜੇ ਸ਼ੁਰੂ ਕੀਤਾ, ਅਸੀਂ ਸਾਰੇ ਥਾਂ ਬਣਾਵਾਂਗੇ, ਹੌਲੀ ਹੌਲੀ ਬਣਨੇ ਆ। ਦੂਸਰੀ ਗੱਲ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬਿਲਕੁਲ ਠੀਕ ਆਖੀ ਹੈ ਕਿ ਭਾਈ ਉਹਨਾਂ ਦੁਆਰਾ ਬਣਾਈਆਂ ਗਈਆਂ ਬਿਲਡਿੰਗਾਂ ਦੇ ਵਿੱਚ ਇਹ ਕੰਮ ਸ਼ੁਰੂ ਹੋਣ ਲੱਗਾ। ਮੈਂ ਕਹਿੰਦਾ ਕਿ ਇੱਕ ਆਨਾ ਵੀ ਉਹਨਾਂ ਦੀ ਗੱਲ ਇੱਧਰ ਉੱਧਰ ਨਹੀਂ ਹੈਗੀ, ਉਹ ਸੱਚ ਬੋਲਦੇ ਆ। ਤੀਸਰੇ ਪਾਸੇ ਜੇ ਰਾਜਾ ਵੜਿੰਗ ਸਾਹਿਬ ਕਹਿੰਦੇ ਆ, ਉਹ ਕਹਿੰਦੇ ਜੀ 5 ਜਣੀ ਇਮਾਰਤ ਬਣੀ ਪਈ ਸੀ, ਉਹਨੂੰ 5 ਲੀਟਰ ਪੇਂਟ ਕਰਕੇ ਉੱਪਰ 2 ਬੰਦਿਆਂ ਤੋਂ ਲਿਖਾ ਕੇ ਤਾਂ ਚਲੋ ਜਿਨ੍ਹਾਂ ਨੇ ਆਪਣਾ ਨਾਂ ਲਿਖ ਲਿਆ ਤੇ ਨਾਂ ਵੀ ਆਮ ਆਦਮੀ ਕਲੀਨਿਕ ਰੱਖ ਲਿਆ, ਸ਼ੌਹਰਤ ਦੇ ਭੁੱਖੇ ਬੰਦੇ ਨੇ। ਇਸ ਗੱਲ ਦੇ ਵਿੱਚ ਰੱਤੀ ਭਰ ਵੀ ਜਿਹੜਾ ਉਹ ਝੂਠ ਨਹੀਂ ਹੈ ਕਿ ਭਾਈ ਇੰਨਾ ਕੀ ਪੇਂਟ ਲੱਗਾ। ਠੀਕ ਹੈ, ਇੱਥੇ ਆਪਾਂ ਗੱਲ ਉਹਨਾਂ ਦੀ ਨਿਬੇੜਤੀ ਕਿ ਉਹਨਾਂ ਨੇ ਸੱਚ ਕਿਹਾ। ਪਰ ਇੱਕ ਹੋਰ ਮਨ ਦੇ ਵਿੱਚ ਆਉਂਦਾ ਹੈ ਕਿ ਉਹ ਜਿਹੜੀਆਂ ਇਮਾਰਤਾਂ ਨੇ ਸੁਵਿਧਾ ਕੇਂਦਰ, ਮੈਂ ਕਹਿੰਦਾ ਕਿ ਉਹਨਾਂ ਨੇ ਜਿਹਨਾਂ ਨੇ ਸ਼ੁਰੂ ਕੀਤੇ ਨਾ ਸੇਵਾ ਕੇਂਦਰ ਤੇ ਸੁਵਿਧਾ ਕੇਂਦਰ, ਕਮਾਲ ਦੀ ਸਕੀਮ ਜੀ। ਉਹ ਚੱਲਦੇ ਰਹਿਣੇ ਚਾਹੀਦੇ ਸੀ, ਉਹ ਬੰਦ ਨਹੀਂ ਸੀ ਹੋਣੇ ਚਾਹੀਦੇ। ਲੋਕਾਂ ਨੂੰ ਘਰ ਦੇ ਨੇੜੇ ਸਹੂਲਤ ਮਿਲਦੀ ਸੀ। ਇਹ ਆਖ ਕੇ ਬੰਦ ਕੀਤੇਗਾ ਜੀ ਲੋਕ ਤਾਂ ਥੋੜ੍ਹੇ ਆਉਂਦੇ, ਖਰਚਾ ਵੱਧ ਹੁੰਦਾ। ਵਾਹ ਵੀ ਵਾਹ, ਤੁਹਾਡੀਆਂ ਗੱਡੀਆਂ ਚੱਲਦੀਆਂ, ਸਰਕਾਰੀ ਤੇਲ ਪੈਂਦਾ, ਕਈਆਂ ਦੇ ਲੋਕਾਂ ਦੇ ਕੰਮ ਤੁਸੀਂ ਪੂਰਾ ਨਹੀਂ ਆਉਂਦੇ, ਨਹੀਂ ਆਉਂਦੇ ਕਈ ਵਾਰੀ ਕੰਮ। ਲੋਕਾਂ ਦਾ ਕਦੇ ਨਹੀਂ ਕਿਹਾ ਯਾਰ ਇਹਨਾਂ ਤੋਂ ਗੱਡੀਆਂ ਵਾਪਸ ਲੈ ਲਓ ਵੀ ਤੂੰ ਸਾਡੇ ਕੰਮ ਨਹੀਂ ਆਏ। ਤੇ ਜਿਹੜਾ ਲੋਕਾਂ ਲਈ ਦਫ਼ਤਰ ਖੋਲ੍ਹਿਆ ਉੱਥੇ ਖਰਚ ਤੁਹਾਡੇ ਚੁੱਭਦਾ ਬੜਾ, ਫੋੜੇ ਵਾਂਗੂ ਟਿਸ ਟਿਸ ਕਰਦਾ। ਹੁਣ ਸੰਧਾਲੀਆ ਸਾਹਿਬ ਕਿ ਜੇ ਮੁਹੱਲਾ ਕਲੀਨਿਕ ਖੁੱਲ੍ਹਣੇ ਆ, ਸਾਨੂੰ ਨਹੀਂ ਪਤਾ ਉਹ ਕਿੰਨੇ ਕੁ ਚੱਲਣੇ ਆ। ਪੇਂਡੂ ਡਿਸਪੈਂਸਰੀਆਂ ਖੁੱਲ੍ਹੀਆਂ ਸੀ, ਕਦੇ ਪੰਚਾਇਤ ਵਿਭਾਗ ਨੂੰ ਦੇਤੀਆਂ, ਕਦੇ ਸਿਹਤ ਵਿਭਾਗ ਨੂੰ ਦੇਤੀਆਂ। ਹਰ ਵਾਰੀ ਆਹੀ ਦਾਅਵਾ ਹੁੰਦਾ ਹੈ ਕਿ ਭਾਈ ਹੁਣ ਤਾਂ ਘਰ ਦੇ ਨੇੜੇ ਸਰਕਾਰੀ ਡਾਕਟਰ ਬੈਠੂਗਾ, ਉੱਥੇ ਕੋ ਜਾਣਾ ਹੈ। ਮੰਨ ਲਓ ਕਿ ਇੱਕ ਪਿੰਡ ਦੇ ਵਿੱਚ ਮੁਹੱਲਾ ਕਲੀਨਿਕ ਖੋਲ੍ਹਣਾ ਹੈ, ਉੱਥੇ ਇੱਕ ਸਰਕਾਰ ਦੀ ਇਮਾਰਤ ਲੱਖਾਂ ਰੁਪਈਆ ਲਾ ਕੇ ਬਣੀ ਆ ਤੇ ਉਹ ਬੰਦ ਪਈ ਹੈ। ਇਹ ਕਿੰਨੀ ਕੁ ਸਿਆਣਪ ਹੋਣੀ ਸੀ ਜੇ ਉਹ ਬੰਦ ਪਏ ਕਮਰੇ ਨੂੰ ਰੰਗ ਕਰਕੇ ਉੱਥੇ ਮੁਹੱਲਾ ਕਲੀਨਿਕ ਖੋਲ੍ਹਣ ਦੀ ਜਗ੍ਹਾ ਨਵੀਂ ਇਮਾਰਤ ਉਸਾਰਨੀ ਸ਼ੁਰੂ ਕਰਦੇ। ਫਿਰ ਆਪਣੇ ਭਾਈ ਜੀ ਨੇ ਪਤਾ ਕਿ ਨਹੀਂ, ਪਹਿਲੀਆਂ ਇਮਾਰਤਾਂ ਤਾਂ ਬੰਦ ਪਈਆਂ, ਸਰਕਾਰ ਇਹਨਾਂ ਦੀ ਵਰਤੋਂ ਨਹੀਂ ਸੀ ਕਰ ਸਕਦੀ। ਇੱਥੇ ਨਸ਼ੇੜੀਆਂ ਦਾ ਅੱਡਾ ਬਣਦੇ ਜਾ ਰਹੇ ਆ, ਇੱਥੇ ਲੋਕਾਂ ਨੇ ਪਾਥੀਆਂ ਪੱਥੀਆਂ। ਉਹ ਕਿਸੇ ਪਾਰਟੀ ਦੀ ਸਲਤਨਤ ਨਹੀਂ। ਉਹ ਜਿਹੜੀਆਂ ਪ੍ਰਾਪਰਟੀਆਂ ਨੇ, ਜਿਹੜੀਆਂ ਇਮਾਰਤਾਂ ਬਣੀਆਂ, ਉਹ ਪੰਜਾਬ ਦੇ ਲੋਕਾਂ ਦਾ ਟੈਕਸ ਦਾ ਪੈਸਾ ਹੈ, ਉਹਦੇ ਨਾਲ ਉਹ ਇਮਾਰਤਾਂ ਬਣੀਆਂ। ਇਮਾਰਤਾਂ ਖਾਲੀ ਪਈਆਂ। ਜੇ ਹੁਣ ਸਰਕਾਰ ਉਹਨਾਂ ਇਮਾਰਤਾਂ ਦੀ ਲੋਕਾਂ ਲਈ ਵਰਤੋਂ ਕਰਨਾ ਚਾਹੁੰਦੀ ਹੈ, ਕਰਨ ਦੇਣਾ ਚਾਹੀਦਾ। ਆਮ ਆਦਮੀ ਪਾਰਟੀ ਨੂੰ ਵੀ ਚਾਹੀਦਾ, ਕਹਿ ਦਿਓ ਯਾਰ ਇੰਨਾ ਕਿ ਐਸ ਅਕਾਲੀ ਸਰਕਾਰ ਦੇ ਵੇਲੇ ਬਣੀਆਂ ਸੀ, ਐਸ ਸਰਕਾਰ ਨੇ ਬੰਦ ਕਰਤੇ ਸੀ, ਅਸੀਂ ਉਹਨਾਂ ਦੀਆਂ ਇਮਾਰਤਾਂ ਬਣਾਈਆਂ ਹੋਈਆਂ ਜਿਹੜੀਆਂ ਇਸ ਕੰਮ ਦੇ ਲਈ ਵਰਤਣ ਲੱਗੇ ਆ। ਕੀ ਘਟਦਾ ਜੀ? ਕਹਿਤਾ ਇੱਕ ਬੇਨਤੀ ਸੁਣਿਓ ਆਖਰੀ। ਮੈਨੂੰ ਇਹ ਲੱਗਦਾ ਸੰਧਾਲੀਆ ਸਾਹਿਬ, ਚਾਹੇ ਟੈਂਟ ਲਾ ਦਿਓ ਲੋਕਾਂ ਨੂੰ, ਡਾਕਟਰ ਚਾਹੀਦਾ ਲੋਕਾਂ ਨੂੰ। ਲੋਕਾਂ ਨੇ ਕੰਧਾਂ ਤੋਂ ਇਲਾਜ ਨਹੀਂ ਕਰਾਉਣਾ, ਕੰਧ ਦਵਾਈ ਨਹੀਂ, ਕੰਧ ਨੂੰ ਚੱਟ ਕੇ ਬਿਮਾਰੀ ਠੀਕ ਹੋ ਜੂ।
ਯਾਨੀ ਕੰਧ ਉਹ ਕਿਹਨੇ ਬਣਾਈ ਹੈ? ਆ ਪਹਿਲੇ ਸਰਕਾਰੀ ਹਸਪਤਾਲ ਬਣਾਏ ਆ, ਡਿਸਪੈਂਸਰੀਆਂ ਬਣਾਈਆਂ, ਕਿੰਨੇ ਕੁ ਡਾਕਟਰਾਂ ਤੇ ਕਿੰਨੀਆਂ ਕੁ ਦਵਾਈਆਂ ਉੱਥੇ। ਯਾਰ ਤੁਸੀਂ ਇੱਕ ਦੂਸਰੇ ਨੂੰ ਸਲਾਹਾਂ ਦਿਓ। ਪੰਜਾਬ ਦੇ ਲੋਕ ਟੁੱਟ ਚੁੱਕੇ ਇਲਾਜ ਕਰਾ ਕਰਾ ਕੇ ਪ੍ਰਾਈਵੇਟ ਹਸਪਤਾਲਾਂ ਚੋਂ ਕਿ ਭਾਈ ਅਸੀਂ ਕੰਮ ਸ਼ੁਰੂ ਕੀਤਾ ਸੀ, ਇਸ ਕਰਕੇ ਅਸੀਂ ਦਵਾਈਆਂ ਥੋੜ੍ਹੀਆਂ ਦੇ ਸਕੇ ਹਾਂ, ਇਸ ਕਰਕੇ ਡਾਕਟਰ ਘਟੇ ਨੇ। ਕਦੇ ਲੋਕਾਂ ਲਈ ਸਿਰ ਵੀ ਜੋੜ ਲਓ ਕਿ ਤਨਖਾਹਾਂ ਵਧਾਉਣ ਲਈ ਜੋੜਨਾ ਇਕੱਲਾ। ਨਹੀਂ ਦੇਖੋ ਗੱਲ ਇਹ ਹੈ ਵੀ ਸਿਰ ਜੁੜ ਗਿਆ ਤੇ ਫਿਰ ਪਾਰਟੀ ਜੁੜ ਜਾਣੀ। ਇਦਾਂ ਕਿੱਦਾਂ ਫਿਰ ਤੁਸੀਂ ਰੌਲਾ ਪਾਣੇ ਮੀਡੀਆ ਵਾਲੇ ਵੀ ਰਲ ਗਏ ਇਦਾਂ ਥੋੜ੍ਹਾ ਹੁੰਦਾ। ਦੇਖੋ ਗੱਲ ਇਹ ਆ ਵੀ ਹਰਭਜਨ ਸਿੰਘ ਈਟੀਓ ਸਾਹਿਬ ਬਿਜਲੀ ਮੰਤਰੀ ਨੇ, ਉਹਨਾਂ ਨੂੰ ਪੁੱਛ ਲੈ ਗਏ ਨੇ। ਉਹ ਕਹਿੰਦੇ ਦੇਖੋ ਜਨਾਬ ਗੱਲ ਇਹ ਆ ਵੀ ਰਾਜਾ ਵੜਿੰਗ ਸਾਹਿਬ ਨੇ ਤੇ ਇਲਜ਼ਾਮ ਲਾਤਾ ਵੀ ਮਹਾਰਾਜ ਬਿਲਡਿੰਗਾਂ ਦੇ ਉੱਧਰ ਬਣੀਆਂ ਸੀਗੀਆਂ ਤੇ ਸੇਵਾ ਕੇਂਦਰ ਨੇ ਤੁਸੀਂ ਮਾਰ ਕੇ ਰੰਗ ਜਾਂ ਤੁਸੀਂ ਕਹਿੰਦੇ ਵੀ ਲੈ ਵੀ ਅਸੀਂ ਸੇਵਾ ਕੇਂਦਰ ਬਣਾਤਾ। ਉਹ ਕਹਿੰਦੇ ਜੀ ਮੈਂ ਬੇਨਤੀ ਕਰਦਾ ਰਾਜਾ ਵੜਿੰਗ ਸਾਹਿਬ ਨੂੰ 5 ਸਾਲ ਸਰਕਾਰ ਰਹੀ ਉਹਨਾਂ ਦੀ, ਇੰਨਾ ਸਸਤਾ ਸੌਦਾ ਸੀ ਤੇ ਉਹ ਮਾਰ ਲੈਂਦੇ, ਕਿੱਡਾ ਕੰਮਾਂ 'ਚੋਂ ਕੰਮ ਸੀ। ਆਹ ਵੀ ਜੇ ਉਹਨਾਂ ਨੂੰ ਅੱਜ ਪਤਾ ਲੱਗ ਗਿਆ ਵੀ 5 ਲੀਟਰ ਤੇਲ ਤੇ 2 ਪੇਂਟਰ ਲੱਗਦੇ ਆ ਤੇ ਕਹਿੰਦੇ ਉਦੋਂ ਦਾ ਕੰਮ ਕਰ ਦਿੰਦੇ। 5 ਸਾਲ ਲੋਕ ਨਜ਼ਾਰੇ ਲੈਂਦੇ ਵੀ ਲੈ ਵੀ ਮਹੱਲਾ ਕਲੀਨਿਕ ਤਾਂ ਕੈਪਟਨ ਸਾਹਿਬ ਖੋਲ ਗਏ ਸੀ, 5 ਸਾਲ ਨਾਲ ਇਲਾਜ ਹੋ ਜਾਂਦਾ। ਦੂਸਰੀ ਗੱਲ ਕਹਿੰਦੇ ਵੀ ਇਹ ਇਕੱਲਾ ਪੇਂਟ ਨਾਲ ਨਹੀਂ, ਤੁਸੀਂ ਦੇਖ ਲਿਓ ਜਦੋਂ ਚੱਲ ਜੂਗਾ ਉਦੋਂ ਬਾਅਦ ਸਾਡੇ ਨਾਲ ਜਾ ਕੇ ਗੱਲ ਕਰਿਓ। ਤੇ ਸਭ ਤੋਂ ਵੱਡਾ ਸਵਾਲ ਉਹ ਕਹਿੰਦੇ ਇਸੇ ਚੀਜ਼ ਦਾ ਜਿਹੜਾ ਤੁਸੀਂ ਹੁਣੇ ਜ਼ਿਕਰ ਕੀਤਾ ਸੀ। ਉਹ ਕਹਿੰਦੇ ਵੀ ਇਹ ਕਿੱਡੀ ਕੁ ਸਿਆਣੀ ਗੱਲ ਹੋਣੀ ਸੀ ਵੀ ਜਿੱਥੇ ਇਸ ਵਕਤ ਭਰਿੰਡਾਂ ਲੱਗੀਆਂ ਨੇ, ਭੂੰਡ ਲੱਗੇ ਨੇ, ਪਾਥੀਆਂ ਪੱਥੀਆਂ ਨੇ, ਜਾਂ ਕਿਸੇ ਨਾ ਕਿਸੇ ਦੀ ਕੋਈ ਬਾਰੀ ਬੂਰੀ ਤੋੜ ਕੇ ਹੌਲੀ ਹੌਲੀ ਕਹਿੰਦਾ ਵੀ ਚੱਲ ਕੋਈ ਨਹੀਂ ਇੱਥੇ ਲੱਗ ਗਏ ਆਪਣਾ ਪਹਿਲਾਂ ਕੱਟੀਆਂ ਬੰਨਿਆ ਕਰਾਂਗੇ ਫਿਰ ਹੌਲੀ ਹੌਲੀ ਮੱਝਾਂ ਵਾੜਦੇ, ਕੋਈ ਗੱਲ ਨਹੀਂ ਫਰਕ ਪੈਂਦਾ, ਧਰੇਕ ਉੱਥੇ ਵਧੀਆ ਥਾਂ ਖੁੱਲ੍ਹਾ ਹਵਾ ਰਹੇ। ਉਹ ਸਾਰਾ ਕੁਝ ਕਹਿੰਦੇ ਜੇ ਅਸੀਂ ਖਰਾਬ ਹੁਣ ਉਹ ਬਚਾ ਕੇ ਤੇ ਉਹ ਕਿਸੇ ਕੰਮੇ ਲੈ ਲਿਆ ਤੇ ਇਹਦੇ 'ਚ ਗਲਤ ਕੀ ਕਰ ਲਿਆ ਜੀ। ਦੇਖੋ ਉਹਨਾਂ ਨੇ ਆਪਣਾ ਲੌਜਿਕ ਦਿੱਤਾ, ਜਿਹੜੇ ਬੰਦਿਆਂ ਦਾ ਪਹਿਲਾਂ ਕੰਮ ਸੀ ਉਹ ਵੀ ਆਪਣੀ ਥਾਂ ਠੀਕ ਨੇ, ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦਾ, ਤਿੰਨੇ ਠੀਕ ਨੇ। ਹਾਂ ਉਹ ਕਿਉਂਕਿ ਦੇਖੋ ਜੀ ਅਗਲੇ ਵਿਰੋਧੀ ਪਾਰਟੀ ਨੇ ਵਿਰੋਧ ਤੇ ਕਰਨਾ ਹੀ ਹੈ, ਨਹੀਂ ਕਰਨਾ ਹੀ। ਸੰਧਾਲੀਆ ਸਾਹਿਬ ਮੈਂ ਕਹਿੰਦਾ ਕਿ 15 ਅਗਸਤ ਬਹੁਤ ਨੇੜੇ ਆ, ਆਪਾਂ 15 ਸਤੰਬਰ ਨੂੰ ਗੱਲ ਕਰਾਂਗੇ। ਜੇ ਤਾਂ ਉਹ 1 ਮਹੀਨਾ ਇਹ 75 ਮੁਹੱਲਾ ਕਲੀਨਿਕਾਂ ਦੇ ਵਿੱਚ ਲੋਕਾਂ ਦੇ ਟੈਸਟ ਮੁਫਤ ਹੋਏ, ਲੋਕਾਂ ਨੂੰ ਦਵਾਈਆਂ ਉੱਥੋਂ ਮਿਲੀਆਂ, ਟੈਸਟਾਂ ਦੀਆਂ ਰਿਪੋਰਟਾਂ ਨੇੜਿਓਂ ਮਿਲੀਆਂ, ਲੋਕ ਕਹਿਣਗੇ ਕਿ ਨਹੀਂ ਯਾਰ ਅਸੀਂ ਅੱਗੇ ਹੋਰ ਪਾਸੇ ਜਾਂਦੇ, ਸਾਡਾ ਹੁਣ ਇੱਥੋਂ ਸਰਦਾ ਸਟਾਫ ਇਹ ਉਪਲਬਧ ਕਰਾ ਸਕੇ। ਮੈਂ ਕਹਿੰਦਾ ਕਿ ਫਿਰ ਇਹਨਾਂ ਦੀ ਬੱਲੇ ਬੱਲੇ, ਨਹੀਂ ਤਾਂ ਅਸੀਂ ਕਤਾਰ ਤਾਂ ਪਿਛਲੇ ਪਾਸੇ ਖੜੇ ਕਰ ਹੀ ਦੇਣੇ ਕਿ ਭਾਈ ਤੁਹਾਡਾ ਰਾਸ਼ਨ ਕਾਰਡ ਸਭ ਤੋਂ ਥੱਲੇ ਰੱਖਿਆ ਤੇ ਬਾਰੀ ਅਸੀਂ ਉੱਪਰੋਂ ਲੈਣੀ ਆ। ਨਹੀਂ ਇਹ ਤਾਂ ਗੱਲ ਹੈ ਜੀ। ਦੇਖੋ ਚਲੋ ਅਜੇ ਉਹ ਖੁੱਲ੍ਹਣੇ ਨੇ ਜੀ, ਜਦੋਂ ਖੁੱਲਣਗੇ ਅਗਲੇ ਦਾਅਵਿਆਂ ਦੇ ਹਿਸਾਬ ਨਾਲ ਉਹਦੇ 'ਤੇ ਖਰੇ ਉਤਰਨਗੇ, ਫਿਰ ਆਪਾਂ ਉਹਦੇ ਹਿਸਾਬ ਨਾਲ ਗੱਲ ਕਰ ਲਵਾਂਗੇ। ਅਜੇ ਸ਼ੁਰੂਆਤ ਹੈ। ਸੰਧਾਲੀਆ ਸਾਹਿਬ ਜੇ ਕਿਸੇ ਨੂੰ ਨੁਕਸ ਲੱਗਦਾ ਕਿ ਆਮ ਆਦਮੀ ਕਲੀਨਿਕ 'ਚ ਨੁਕਸ ਹੈ, ਮੁਹੱਲਾ ਕਲੀਨਿਕ 'ਚ, ਤੁਸੀਂ ਇਹ ਨਾ ਕਹੋ ਕਿ ਇਹ 'ਚ ਨੁਕਸ ਹੈ, ਤੁਸੀਂ ਉਹਦਾ ਅਲਟਰਨੇਟਿਵ ਦੱਸ ਦਿਓ ਕਿ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਲਾਜ ਚਾਹੀਦਾ। ਜੇ ਇਕੱਲਾ ਆਪਾਂ ਨੁਕਸ ਕੱਢਾਂਗੇ, ਉਹਨੂੰ ਸੈੱਟ ਨਹੀਂ ਕਰਾਂਗੇ, ਕਿਸੇ ਨਿਆਣੇ ਦੀ ਲੱਤ ਟੁੱਟ ਗਈ, ਉਹ ਇਹਨੂੰ ਲੱਗੇ ਯਾਰ ਇਹਨੂੰ ਐ ਨਾ ਬੰਨੋ ਐ ਬੰਨੋ, ਇਹ ਤਾਂ ਗਲਤ ਜੁੜ ਜਾਣੀ ਆ, ਗਲਤ ਜੁੜ ਜਾਣੀ ਦੱਸੀ ਜਾਂਦੇ, ਸਹੀ ਕਿੱਦਾਂ ਜੁੜਨੀ ਉਹ ਦੱਸਦੇ ਨਹੀਂ। ਹੁਣ ਲੱਤ ਐਂ ਤਾਂ ਰੱਖ ਨਹੀਂ ਸਕਦੇ ਆਪਾਂ ਲੰਮਕਦੀ ਨਾ, ਉਹਨੂੰ ਕਿਸੇ ਨਾ ਕਿਸੇ ਪਾਸੇ ਕਰਨਾ ਪੈਣਾ ਪੱਟੀ ਪੁੱਟੀ ਲਾ ਕੇ। ਇਹ ਤਾਂ ਗੱਲ ਹੈਗੀ। ਬਾਕੀ ਚਲੋ ਆ ਦੇਖਦੇ ਹਾਂ, ਮੇਰੇ ਖਿਆਲ ਹੁਣ ਕਿਹੜਾ ਦਿਨ ਰਹਿ ਗਏ। ਇਹ ਸਾਰਾ ਕੁਝ ਇੱਕ ਨਾ ਜਦੋਂ ਉਦਘਾਟਨ ਹੋ ਗਿਆ ਉਸ ਤੋਂ ਬਾਅਦ ਲੋਕ ਜਦੋਂ ਜਾਣ ਲੱਗ ਪਏ ਪ੍ਰੈਕਟੀਕਲੀ ਉੱਥੇ ਕੀ ਹੁੰਦਾ ਕੀ ਨਹੀਂ ਹੁੰਦਾ, ਆਪੇ ਆਪ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ। ਦੂਸਰੀ ਗੱਲ ਹੁਣ ਜਿਹੜੀ ਆਪਾਂ ਕਰਨੀ PTI ਅਧਿਆਪਕ, ਮੈਂ ਵੀ ਉੱਧਰ ਹੀ ਆਉਣ ਲੱਗਾ ਸੀ ਹੁਣੇ, ਜਦੋਂ ਤੁਸੀਂ ਆਖਿਆ ਨਾ ਵੀ ਉੱਥੇ ਇੱਦਾਂ ਹੋ ਗਿਆ ਉੱਦਾਂ ਹੋ ਗਿਆ, ਤੇ ਮੈਂ ਕਿਹਾ ਵੀ ਉਹ ਤਾਂ ਵਿਚਾਰੇ ਇਸੇ ਕੰਮ ਹੀ ਗਏ, ਮਹਾਰਾਜ ਸਾਡਾ ਵੀ ਸੁਣ ਲਓ ਕੁਛ। ਉਹ ਕਹਿੰਦੇ ਵੀ ਸੁਣਦੇ ਆ ਤੁਹਾਡਾ। ਫਿਰ ਸੰਧਾਲੀਆ ਚੀਕਾਂ ਸੁਣੀਆਂ, ਕਹਿੰਦੇ ਚੀਕਾਂ ਸੁਣੀਆਂ, ਪਾਣੀ ਦੀਆਂ ਬਸ਼ਾਰਾਂ, ਪੱਗਾਂ ਵੀ ਕਈਆਂ ਲਿੱਥੀਆਂ, ਕੱਪੜੇ ਕੁੱਪੜੇ ਵੀ ਪਾਟੇ, ਇੱਕ ਪੱਤਰਕਾਰ ਦੇ ਵੀ ਲੱਤ ਤੇ ਡਾਂਗ ਮਾਰਤੀ, ਕਹਿੰਦੇ DSP ਸਾਹਿਬ ਨੇ ਉੱਥੇ। ਨਹੀਂ ਉਹ ਕਹਿੰਦਾ ਤੂੰ ਕੈਮਰਾ ਕਰ ਚੁੱਕੀ ਫਿਰਦਾ, ਹਾਂ ਵੀ ਤੂੰ ਤੇਰਾ ਕੰਮ ਇੱਥੇ ਕੀ ਆ ਬਈ। ਨਹੀਂ ਇੱਦਾਂ ਨਹੀਂ ਹੋਇਆ ਕਾਕਾ, ਮੁੜ ਕੇ ਤੇਰਾ ਕੈਮਰਾ ਟੁੱਟ ਜਾਣਾ, ਫਿਰ ਤੂੰ ਰੌਲਾ ਪਾਉਣਾ, ਤੂੰ ਪਿੱਛੇ ਹੋ ਕੇ ਫੋਟੋ ਮੇਰੀ ਪੇਟ ਵਾਲੇ ਪਾਸੇ। ਹੁਣ ਸੰਧਾਲੀਆ ਸਾਹਿਬ ਦੇਖੋ PTI ਅਧਿਆਪਕ ਬੇਰੁਜ਼ਗਾਰ ਨੇ, ਜਿਹੜਾ ਬੰਦੇ ਨੂੰ ਯੋਗਤਾ ਪ੍ਰਾਪਤ ਹੈ ਜਿਹੜਾ, ਤੇ ਜੇ ਅਸਾਮੀਆਂ ਖਾਲੀ ਆ ਉਹ ਰੱਖਣੇ ਚਾਹੀਦੇ ਆ। ਆਪਾਂ ਕਿੰਨੀ ਵਾਰੀ ਬੇਨਤੀ ਕੀਤੀ, ਵੈਸੇ ਕਈ ਮੰਤਰੀ ਇੱਦਾਂ ਕਰਦੇ ਵੀ ਆ, ਉਹ ਜਾ ਕੇ ਪਹਿਲਾਂ ਗੱਲ ਕਰ ਲੈਂਦੇ ਆ, ਵਿੱਚ ਬਹਿ ਜਾਂਦੇ ਆ ਕਿ ਭਾਈ ਸਾਨੂੰ ਇੰਨਾ ਕੁ ਸਮਾਂ ਚਾਹੀਦਾ। ਤੇ ਬੇਰੁਜ਼ਗਾਰ ਇਹ ਨਹੀਂ ਕਹਿੰਦੇ ਹੁੰਦੇ ਸਵੇਰੇ ਸਾਨੂੰ ਜੁਆਇਨਿੰਗ ਲੈਟਰ ਚਾਹੀਦਾ, ਉਹ ਕਹਿੰਦੇ ਹੁੰਦੇ ਯਾਰ ਭਰੋਸਾ ਨਾ ਤੋੜਿਓ, ਮਹੀਨੇ 2 ਲੈਣੇ 3 ਲੈਣੇ ਲੈ ਲਿਓ, ਪਰ 90 ਦਿਨਾਂ ਬਾਅਦ ਸਾਨੂੰ ਕਿਤੇ ਨਾ ਕਿਤੇ ਰੱਖ ਲਓ। ਹੁਣ PTI ਅਧਿਆਪਕ ਜਿਹੜੇ ਨੇ, ਉਹਨਾਂ ਨੇ ਪਿਛਲੇ ਦਿਨੀ ਕਿਹਾ ਸੀ ਕਿ ਜੀ ਸਾਡੇ ਕੋਲੇ ਇਲੈਕਸ਼ਨ ਤੋਂ ਪਹਿਲਾਂ ਤਾਂ ਆ ਕੇ ਸਾਨੂੰ ਜੂਸ ਪਲਾ ਟੈਂਕੀਆਂ ਤੋਂ ਲਾਉਂਦੇ ਸੀ, ਹੁਣ ਸਰਕਾਰ ਬਣ ਗਈ ਆ ਸਾਨੂੰ ਪੁੱਛਦੇ ਨਹੀਂ। ਭਗਵੰਤ ਮਾਨ ਮੁੱਖ ਮੰਤਰੀ ਨੇ ਉਹਨਾਂ ਦੇ ਘਰ ਦੇ ਮੂਹਰੇ ਜਾ ਕੇ ਘਰਾਓ ਕੀਤਾ, ਅਗਲੇ ਪਾਸੇ ਨੂੰ ਤੁਰੇ, ਤਾਂ ਪੁਲਿਸ ਕੋਲ ਤਾਂ ਇੱਕੋ ਕੰਮ ਹੁੰਦਾ, ਰੋਕ ਲਓ, ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰਦੇ ਆ, ਮੁੜ ਕੇ ਪਾਣੀ ਦੀਆਂ ਬਸ਼ਾਰਾਂ, ਉੱਥੇ ਪੱਗਾਂ ਵੀ ਲਿੱਥੀਆਂ, ਉੱਥੇ ਤੇਲ ਪਾ ਕੇ ਆਤਮਦਾਹ ਕਰਨ ਦੀ ਵੀ ਕੋਸ਼ਿਸ਼ ਕੀਤੀ। ਇਹਦਾ ਹੱਲ ਲੱਭਣਾ ਚਾਹੀਦਾ ਸਰਕਾਰ ਨੂੰ, ਕਿਉਂਕਿ ਪੰਜਾਬ ਦੀ ਧੀਆਂ ਪੁੱਤ ਨੇ, ਓਵਰੇਜ ਹੋ ਚੱਲੇ ਆ, ਤੇ ਪੜ੍ਹਾਈ ਕੀਤੀ ਆ ਭਾਈ ਉਹਨਾਂ ਨੇ, ਕਿਸੇ ਦੇ ਚੀਨੀਆਂ ਤਾਂ ਨਹੀਂ ਲਾਈਆਂ, ਕੋਈ 2 ਨੰਬਰ ਦਾ ਕੰਮ ਤਾਂ ਨਹੀਂ ਕੀਤਾ, ਚਿੱਟਾ ਤਾਂ ਨਹੀਂ ਵੇਚਿਆ। ਤੇ ਜਿਹੜੇ ਬੰਦਿਆਂ ਨੇ 2 ਨੰਬਰ ਦਾ ਕੰਮ ਨਹੀਂ ਕੀਤਾ, ਠੀਕ ਤਰੀਕੇ ਦੇ ਨਾਲ ਕਮਾਈ ਕਰਕੇ ਘਰ ਚਲਾਉਣਾ ਚਾਹੁੰਦੇ ਆ, ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਹਾਂਜੀ ਬਿਲਕੁਲ ਬਣਦੀ ਹੈ। ਚਲੋ ਆਪਾਂ ਆਸ ਕਰਦੇ ਹਾਂ ਵੀ ਇਹ ਵੀ ਮਸਲਾ ਹੱਲ ਹੋਵੇ, ਕਿਉਂਕਿ ਜਿੱਦਾਂ ਪਿਛਲੇ ਦਿਨੀ ਹਰਪਾਲ ਸਿੰਘ ਚੀਮਾ ਹੋਰੀ ਨਾਲ ਦੇ ਮੰਤਰੀ ਦੇ ਨਾਲ ਉਹ ਕਮੇਟੀ ਬਣੀ ਸੀ, ਇਹਦੇ ਜੋ ਕਹਿੰਦੇ ਸੀ ਵੀ ਆਪਾਂ ਜਿਹੜੇ ਠੇਕੇ ਵਾਲੇ ਉਹ ਪੱਕੇ ਕਰਨੇ ਆ, ਉਹਦੇ 'ਚ ਬਹੁਤ ਸਾਰੀਆਂ ਘੁੰਡੀਆਂ ਨੇ ਜੀ, ਆਪਾਂ ਰਿਕਾਰਡ ਮੰਗ ਲਿਆ।
ਹੁਣ ਜਿਹੜੇ ਬੰਦੇ ਬੇਰੁਜ਼ਗਾਰ ਨੇ, ਜਿਹੜੇ ਕੁਆਲੀਫਾਈਡ ਨੇ, ਜੇ ਉਹਨਾਂ ਦੇ ਲਈ ਆਪਾਂ ਨੂੰ ਲੱਗਦਾ ਵੀ, ਕਿਉਂਕਿ ਪਿਛਲੇ ਦਿਨਾਂ 'ਚ ਆਪਾਂ ਇਹ ਸੁਣਿਆ ਸੀ ਵੀ 25-26 ਹਜ਼ਾਰ ਦੀ ਨਵੀਂ ਭਰਤੀ ਕਰਨੀ, ਉਹ 25-26 ਹਜ਼ਾਰ ਭਰਤੀ ਦੇ ਵਿੱਚ ਇਹਨਾਂ ਬੰਦਿਆਂ ਦਾ ਨਾਮ ਵੀ ਲਿਖ ਲਿਆ ਜਾਵੇ, ਕੀ ਫਰਕ ਪੈਂਦਾ? ਇਹ ਗੱਲ ਤੁਹਾਡੀ ਠੀਕ ਹੈ। ਮੈਂ ਨਾ ਸੰਧਾਲੀਆ ਸਾਹਿਬ ਇੱਕ ਲਿਸਟ ਜੀ ਦੇਖਦਾ ਸੀਗਾ, ਉਹ 'ਚ ਤੁਹਾਡਾ ਨਾਂ ਹੀ ਹੈ ਨਹੀਂ। ਨਹੀਂ, ਮੇਰਾ ਨਾਂ ਉਹਦੇ ਕਿੱਦਾਂ ਆਉਂਦਾ? ਮੈਂ ਸੰਨਿਆਸ ਲੈ ਰਿਹਾ, ਲੈ ਦੱਸ ਉਹ ਟਿਕਟ ਦੀ ਲਿਸਟ ਨਹੀਂ ਪਾਊ। ਹਾਂਜੀ, ਉਹ ਲਿਸਟ ਆ ਜਿਨ੍ਹਾਂ ਨੇ ਜ਼ਮੀਨਾਂ ਦੱਬੀਆਂ। ਆਹੋ ਯਾਰ, ਮੈਂ ਵੀ ਸੋਚਦਾ ਵੀ ਥੋੜ੍ਹੀ ਬਹੁਤ ਦੱਬ ਹੀ ਲੈਂਦੀ ਕਿਤੇ। ਤੁਸੀਂ ਇਹ ਦੇਖੋ, ਹੁਣ ਨਾ ਮੰਤਰੀ ਸਾਹਿਬ ਧਾਲੀਵਾਲ ਸਾਹਿਬ, ਉਹਨਾਂ ਨੇ ਇਹ ਨਹੀਂ ਕਿਹਾ ਕਿ ਭਾਈ ਇਸ ਪਿੰਡ ਦੀ ਆਹ ਜ਼ਮੀਨ ਅਸੀਂ 13 ਬੰਦਿਆਂ ਦੇ ਕੋਲੋਂ 125 ਏਕੜ ਛਡਾ ਲਈ ਹੈ। ਉਹਦੇ ਕੈਪਟਨ ਸਾਹਿਬ ਦੇ ਫਾਰਮ ਹਾਊਸ ਦੇ ਕੋਲੋਂ ਜ਼ਮੀਨ ਛਡਾਈ ਅਸੀਂ। ਜਾਣੀ ਇਹਦਾ ਮੰਨ ਲਓ ਮਹਿੰਗੀ ਹੋਊਗੀ। ਆਹੋ ਦੇਖੋ, ਜਦੋਂ ਸਿਸਵਾ ਨਾਂ ਆਉਂਦਾ ਨਾ ਤੇ ਉਹਦੇ ਨੇੜੇ ਜਦੋਂ ਸ਼ਬਦ ਕਹਿੰਦਾ ਜੀ, ਲੋਕ ਸਿਸਵਾਂ ਤੇ ਰੁਕ ਜਾਂਦੇ ਨੇ, ਉਹਦੇ ਨੇੜੇ ਤੇ ਜਾਂਦੇ ਨਹੀਂ। ਹੁਣ 125 ਏਕੜ ਜ਼ਮੀਨ ਹੈ। ਉਹਨਾਂ ਨੇ 2-3 ਚੀਜ਼ਾਂ ਕਲੀਅਰ ਕੀਤੀਆਂ। ਉਹ ਕਹਿੰਦੇ ਜੀ ਸਾਡਾ 1 ਮਹੀਨੇ ਦਾ ਟਾਰਗੇਟ ਸੀ, ਜਦੋਂ ਇੱਕ ਫਸਲ ਵੱਢ ਲਈ ਸੀ, ਦੂਸਰੀ ਫਸਲ ਬੀਜੀ ਜਾਣੀ ਸੀ। ਖੇਤੀਬਾੜੀ ਵਾਲੀ ਜ਼ਮੀਨ ਕਿ ਅਸੀਂ 5000 ਏਕੜ ਛਡਾਉਣੀ ਹੈ। 6100 ਏਕੜ ਜ਼ਮੀਨ ਕਹਿੰਦੇ ਜੀ ਪੰਜਾਬ ਸਰਕਾਰ ਨੇ ਆਪਣੇ ਕਬਜ਼ੇ 'ਚ ਲਈ ਹੈ। ਹੁਣ ਕਹਿੰਦੇ ਕਿਉਂਕਿ ਖੇਤੀਬਾੜੀ ਉੱਥੇ ਹੋ ਗਈ ਹੈ, ਫਸਲਾਂ ਬੀਜੀਆਂ ਜਾ ਚੁੱਕੀਆਂ, ਹੁਣ ਅਸੀਂ ਉਧਰਲੇ ਪਾਸੇ ਥੋੜ੍ਹਾ ਜਿਹਾ ਕੰਮ ਰੋਕਿਆ। ਤੇ ਸਾਡੇ ਤੇ ਇੱਕ ਇਤਰਾਜ਼ ਆਉਂਦਾ ਸੀ ਕਿ ਭਾਈ ਸ਼ਹਿਰਾਂ ਦੇ ਵਿੱਚ ਮਹਿੰਗੇ ਭਾਅ ਦੀਆਂ ਜ਼ਮੀਨਾਂ ਵੀ ਤਾਂ ਦੱਬੀਆਂ, ਉਧਰ ਕੋਈ ਕਾਰਵਾਈ ਨਹੀਂ ਕਰਦੇ। ਆਹ ਲਓ ਜੀ, ਕਹਿੰਦੇ 125 ਏਕੜ ਛਡਾਇਆ, ਬਹੁਤ ਮਹਿੰਗੇ ਭਾਅ ਦੀ ਜ਼ਮੀਨ ਹੈ। ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਨੂੰ ਵੀ ਅਸੀਂ ਐਨਾਲਿਸਿਸ ਕਰ ਲਿਆ, ਉਹਦੇ ਹਿਸਾਬ ਨਾਲ ਵੀ ਕੰਮ ਕਰ ਰਹੇ ਹਾਂ। ਸਾਡੇ ਕੋਲ ਹੋਰ ਵੀ ਕਹਿੰਦੇ ਬਹੁਤ ਸਾਰੀਆਂ ਰਿਪੋਰਟਾਂ। ਤੇ ਕਹਿੰਦੇ ਇੱਕ ਗੱਲ ਚੇਤਾ ਰੱਖਿਓ, ਅਸੀਂ ਮੁਹਿੰਮ ਠੰਡੀ ਨਹੀਂ ਪੈਣ ਦੇਣੀ। ਅਸੀਂ ਸਿਰਫ ਕਾਨੂੰਨੀ ਤੌਰ ਤੇ, ਕਿਉਂਕਿ ਪੇਚੀਦਾ ਮਾਮਲੇ ਨੇ, ਉਧਰੋਂ ਐਨ ਕਲੀਅਰੈਂਸ ਲਿਆ ਕੇ ਫਿਰ ਆਉਣੇ ਆ ਕਿ ਸਾਨੂੰ ਦੁਬਾਰਾ ਨਾ ਕਿਸੇ ਨੂੰ ਜ਼ਮੀਨ ਦੇਣੀ ਪਵੇ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ, ਮੈਂ ਸੋਚਦਾ ਸੀ ਕਿ 125 ਏਕੜ ਆਹ 6100 ਏਕੜ, ਉਹ 6225 ਏਕੜ ਹੋ ਗਈ, 6200 ਏਕੜ ਲਾ ਲਓ ਯਾਰ। ਇਹ 6200 ਏਕੜ ਆ ਤੁਹਾਡੀ ਕੋਰਟ ਦੀ ਜੇਬ 'ਚ ਸੀਗੀ ਜਿਹੜੀ ਕਿਸੇ ਨੂੰ ਦਿਸੀ ਨਹੀਂ, ਜਾਂ ਤੁਸੀਂ ਪਤੀਲੀ 'ਚ ਪਾ ਕੇ ਤਾਂ ਢੱਕਣ ਲਾ ਕੇ ਰੱਖੀ ਸੀ, ਜਾਂ ਬੇਬੇ ਵਾਲੇ ਸੰਦੂਕ ਦੇ ਵਿੱਚ ਰੱਖੀ ਸੀ, ਜਾਂ ਤੁਸੀਂ ਰਜਾਈ ਭਰਾ ਲਈ ਸੀ ਉਹ 6200 ਏਕੜ ਜ਼ਮੀਨ ਦੀ, ਯਾਨੀ ਜਿਹੜੀ ਪਤਾ ਹੀ ਨਹੀਂ ਲੱਗਾ ਕਿਸੇ ਨੂੰ ਸੀਗੀ। ਇੰਨੀਆਂ ਸਰਕਾਰਾਂ ਰਹੀਆਂ, ਇੰਨੇ ਮੰਤਰੀ, ਬਹੁਤਿਆਂ ਨੇ ਥਾਂ ਲਏ ਆ ਉੱਥੇ, ਤੁਹਾਨੂੰ ਕਹਿੰਦੇ ਦੱਸਿਆ ਹੀ ਨਹੀਂ ਕਿ ਭਾਈ ਉਹਨੇ ਦੱਬੀ ਹੈ। ਯਾਨੀ ਗੱਲ ਕੀ ਹੈ, ਜਿਹੜੀ ਇਹਨਾਂ ਨੂੰ ਦਿਸਦਾ ਤੁਹਾਨੂੰ ਕਿਉਂ ਨਾ ਦਿਸਿਆ? ਦੇਖੋ, ਇਹ ਤੇ ਜਾਂਚ ਦਾ ਵਿਸ਼ਾ ਹੈ। ਅੱਛਾ, ਇਹ ਜਾਂਚ ਕੀਤੀ ਜਾਊਗੀ। ਦੇਖੋ, ਕਾਰਨ ਪਤਾ ਕੀ ਹੈ WhatsApp, ਇਹ ਵੀ ਅਜੇ ਗੱਲ ਚੱਲਦੀ ਹੈ, ਤੱਤੇ ਘਾਹ ਬੰਦੇ ਲੱਗੇ ਜਾਂਦੇ ਨੇ। ਜਦੋਂ ਮੈਨੂੰ ਲੱਗਦਾ ਹੁੰਦਾ ਵੀ ਇਹਦਾ ਅਸਲ ਨਤੀਜਾ 2 ਸਾਲ ਬਾਅਦ ਆਉਣਾ ਹੈ, ਵੀ ਇਹ ਜਿਹੜੀ ਸਰਕਾਰ ਚੱਲ ਰਹੀ ਉਹ ਸਰਕਾਰ ਕਿੱਧਰ ਨੂੰ ਜਾ ਰਹੀ। ਹੁਣ ਤਾਂ ਇਹ ਤੱਤੇ ਘਾਹ ਹਰੇਕ ਪਾਸੇ ਕੰਮ ਚੱਲਦੇ ਜਾਂ ਧਾਲੀਵਾਲ ਸਾਹਿਬ ਇੱਕ ਹੋਰ ਫੰਕਸ਼ਨ 'ਤੇ ਵੀ ਗਏ ਸੀਗੇ। ਹੁਣ ਉਸ ਫੰਕਸ਼ਨ ਦੇ ਉੱਪਰ ਨੂੰ ਲੱਗਿਆ ਵੀ ਨਹੀਂ ਯਾਰ, ਆ ਬਹੁਤ ਵਧੀਆ ਚੀਜ਼, ਉਹ ਅੰਬਾਂ ਨਾਲ ਰਿਲੇਟਡ ਫੰਕਸ਼ਨ ਸੀਗਾ। ਉਹ ਆਪਣੇ ਤੌਰ ਤੇ ਕਹਿੰਦੇ ਲੈ ਵੀ ਪਰੌਂਠੀ ਖਾਧੀ, ਅੰਬ ਦੇ ਚਾਰ ਨਾਲ ਖਾਧੀ, ਨਾਲੇ ਕਹਿੰਦੇ ਅੰਬ ਚੂਪੇ, ਨਾਲੇ ਕਹਿੰਦੇ ਨਾਲ ਗੰਢਾ ਖਾਧਾ, ਨਜ਼ਾਰਾ ਆ ਗਿਆ। ਇਹਨੇ ਜਿਹਨੂੰ ਆਪਣਾ ਭਾਈਚਾਰਾ। ਉਹ ਕਹਿੰਦੇ ਜਨਾਬ 1 ਜੁਲਾਈ ਤੋਂ ਕੇਂਦਰ ਸਰਕਾਰ ਨੇ ਤੇ ਆ ਜਿਹੜਾ ਸਿੰਗਲ ਯੂਜ਼ ਪਲਾਸਟਿਕ ਉਹ ਬੰਦ ਕੀਤਾ। ਕਹਿੰਦੇ ਹਾਂਜੀ ਕੀਤਾ। ਕਹਿੰਦੇ ਮਹਾਰਾਜ ਤੁਹਾਡੇ ਸਮਾਗਮ ਤੇ ਚੱਲੀ ਆ। ਅੱਛਾ, ਕਹਿੰਦੇ ਮੈਨੂੰ ਤਾਂ ਪਤਾ ਨਹੀਂ ਯਾਰ, ਮੈਂ ਤੇ ਮੈਂ ਤਾਂ ਅੰਬ ਹੀ ਚੂਪਦਾ ਰਿਹਾ। ਕਹਿੰਦੇ ਮੈਂ ਤੇ ਅੰਬ ਚੂਪਿਆ ਯਾਰ, ਮੈਂ ਤੇ ਆ ਪਰੌਂਠੀ ਤੇ ਰੱਖ ਕੇ ਤੇ ਆਹ ਚਾਰ ਨਾਲ ਰੋਟੀ ਖਾਧੀ, ਮੇਰੇ ਨਾਲ ਇੱਦਾਂ ਨਾ ਕਰੋ। ਉਹ ਕਹਿੰਦੇ ਅਫਸਰਾਂ ਨੂੰ ਕਹਿ ਦਾਂਗੇ ਵੀ ਇੱਦਾਂ ਨਾ ਕਰਿਆ ਕਰੋ ਮਹਾਰਾਜ। ਕਹਿਣ ਤੋਂ ਭਾਵ ਇਹ ਆ ਵੀ ਬੰਦੇ ਅਜੇ ਤੇ ਹੈ ਤੇ 14 ਹੀ ਮੰਤਰੀ ਨੇ, ਤੇ ਜੇ ਆਪਾਂ ਪੰਜਾਬ ਵੇਖੀਏ ਤੇ ਕਿੱਡਾ ਵੱਡਾ, ਤੇ ਜੇ ਆਪਾਂ ਕੱਲੀ ਚੋਰ ਮੋਰੀ ਦੀ ਗੱਲ ਕਰੀਏ ਤਾਂ ਜੇ ਬੜੀ ਦੂਰ ਤੱਕ ਕਈ ਤਰ੍ਹਾਂ ਦੀਆਂ ਕਹਾਣੀਆਂ ਨੇ। ਸੋ ਮੈਨੂੰ ਲੱਗਦਾ ਵੀ ਜੇ ਤਾਂ ਜੇ ਲੱਗੇ ਰਹਿਣ ਤੇ ਹੋ ਸਕਦਾ ਵੀ 2 ਸਾਲ ਤੱਕ ਕੋਈ ਨਤੀਜਾ ਆ ਜਾਵੇ। ਬਾਕੀ ਤੁਹਾਨੂੰ ਪਤਾ ਵੀ ਸੋਖਣਾ ਜਦੋਂ ਇੱਕ ਕੇਸ ਦੇ ਚੱਕਰ 'ਚ ਪੈ ਜਾਂਦਾ ਤੇ ਫਿਰ ਉਹਦੇ 'ਚੋਂ ਨਿਕਲਦੀਆਂ ਕੀ ਨੇ ਤਰੀਕਾ ਨਿਕਲਦੀਆਂ। ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਠੀਕ ਹੈ। ਬੀਬੀ ਦ੍ਰੋਪਦੀ ਮੁਰਮੂ ਹੋਰਾਂ ਨੇ ਰਾਸ਼ਟਰਪਤੀ ਦਾ ਅਹੁਦਾ ਸਾਂਭ ਲਿਆ, ਭਾਰਤ ਦੇ 15ਵੇਂ ਰਾਸ਼ਟਰਪਤੀ ਬਣ ਗਏ। ਤੇ ਉਹਨਾਂ ਨੇ ਜਿਹੜਾ ਪਹਿਲਾ ਭਾਸ਼ਣ ਦਿੱਤਾ, ਜੋ ਸੰਬੋਧਨ ਕੀਤਾ, ਉਹਦੇ ਵਿੱਚੋਂ ਲੱਗਦਾ ਹੈ ਕਿ ਭਾਈ ਉਹ ਚੰਗੇ ਤਰੀਕੇ ਦੇ ਨਾਲ ਕਦਰਾਂ ਕੀਮਤਾਂ ਕਾਇਮ ਰੱਖ ਕੇ, ਸੰਵਿਧਾਨਕ ਅਹੁਦੇ ਦੀ ਮਰਿਆਦਾ ਕਾਇਮ ਰੱਖ ਕੇ ਵਧੀਆ ਤਰੀਕੇ ਨਾਲ ਕੰਮ ਕਰਨਗੇ, ਤੇ ਅਸੀਂ ਆਸ ਉਮੀਦ ਵੀ ਕਰਦੇ ਹਾਂ। ਤੇ ਨਾਲ ਹੀ ਇੱਕ ਚੀਜ਼ ਜਿਹੜੀ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਸੰਧਾਲੀਆ ਸਾਹਿਬ ਬਣੀ ਹੈ, ਉਹ ਬਣਿਆ ਗੈਂਗਸਟਰਾਂ ਵਾਲਾ ਕੰਮ। ਆਪਾਂ ਦੇਖਿਆ ਕਿ ਪੰਜਾਬ ਦੇ ਵਿੱਚੋਂ, ਕਿਉਂਕਿ ਇੱਕ ਤਾਂ ਹੁੰਦਾ ਨਾ ਕਿ ਬੰਦਾ ਭੱਜੇ ਤੇ ਜਾਵੇ ਕਿੱਥੇ। ਹੁਣ ਪੰਜਾਬ ਦੇ ਵਿੱਚ ਗੈਂਗਸਟਰਾਂ ਦੀ ਚਰਚਾ ਚੱਲੀ ਜਾਂਦੀ ਹੈ। ਪੰਜਾਬ ਪੁਲਿਸ ਨੇ ਕਹਿੰਦੇ ਜੀ 7-8 ਜ਼ਿਲ੍ਹਿਆਂ ਦੇ ਲਈ 250 ਬੰਦਾ, IG ਲੈਵਲ ਦੇ ਅਧਿਕਾਰੀ ਵੀ ਨੇ, ਉੱਚ ਕਰਮਚਾਰੀ ਅਧਿਕਾਰੀ ਸਾਰੇ ਨੇ, ਉਹ ਇੱਕ ਵੱਖਰਾ ਹੀ ਰੱਖਤਾ ਕਿ ਤੁਹਾਡਾ ਕੰਮ ਹੀ ਇਹ ਹੈ ਕਿ ਤੁਸੀਂ 12 ਮਹੀਨੇ 7 ਦਿਨ 24 ਘੰਟੇ ਗੈਂਗਸਟਰਾਂ ਦੇ ਮਗਰ ਲੱਗੇ ਰਹਿਣਾ। ਕਿੱਥੇ ਜਾਂਦੇ ਆ, ਕਿਹਨੂੰ ਮਿਲਦੇ ਆ, ਕੌਣ ਬਣਦਾ ਹੈ, ਕੌਣ ਕਿਹਨੂੰ ਪ੍ਰਭਾਵਿਤ ਕਰਦਾ ਹੈ, ਕਿ ਆਪਾਂ ਉਹ ਕੰਮ ਸਫਾਇਆ ਕਰਨਾ, ਤੁਹਾਡਾ ਹੋਰ ਕੋਈ ਕੰਮ ਨਹੀਂ। ਤੇ ਉਹ 250 ਬੰਦੇ ਨੂੰ ਵਿਸ਼ੇਸ਼ ਤੌਰ ਤੇ ਟ੍ਰੇਨਿੰਗ ਵੀ ਦੇਣੀ, ਆਧੁਨਿਕ ਹਥਿਆਰ ਵੀ ਦੇਣੇ, ਕਿ ਜਿੱਦਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਬਾਰਡਰ ਦੇ ਲਾਗੇ ਆ ਇਨਕਾਊਂਟਰ ਹੋਇਆ, ਕਿ ਜੇ ਕਿਤੇ ਉੱਦਾਂ ਦੀ ਸਥਿਤੀ ਹੋਵੇ ਤਾਂ ਤੁਸੀਂ ਉਹ ਕਮਾਂਡ ਅੱਗੇ ਜਾ ਕੇ ਸਾਹਮਣੇ ਤੁਹਾਨੂੰ ਟ੍ਰੇਨਡ ਹੀ ਇੱਦਾਂ ਕੀਤਾ। ਹੁਣ ਸੰਧਾਲੀਆ ਸਾਹਿਬ, ਲੋੜ ਪੈ ਰਹੀ, ਤੁਸੀਂ ਦੇਖੋਗੇ ਪੰਜਾਬ 'ਚ ਗੈਂਗਸਟਰਾਂ ਦੇ ਖਿਲਾਫ ਫੋਰਸ ਬਣਾਉਣ ਦੀ। 250 ਬੰਦਾ ਉਧਰਲੇ ਪਾਸੇ ਰੱਖ ਲਿਆ ਕਿ ਤੁਸੀਂ ਕੋਆਰਡੀਨੇਟ ਵੀ ਕਰਨਾ ਬਾਕੀ ਸੂਬਿਆਂ ਦੇ ਨਾਲ। ਮਾਂ ਬਾਪ ਸੋਚਦੇ ਹੁੰਦੇ ਆ ਕਿ ਨਹੀਂ ਯਾਰ ਇੱਥੇ ਠੀਕ ਨਹੀਂ ਹੈ ਕੰਮ, ਨਿਆਣੇ ਨੂੰ ਕੈਨੇਡਾ ਭੇਜ ਦਿੰਦੇ ਆ, ਆਹ ਕਰ ਦਿੰਦੇ ਆ। ਪਰ
ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਬੱਚੇ ਨੂੰ ਵੱਡਾ ਕਰਦੇ ਹੋ, ਤੁਸੀਂ ਉਹਦਾ ਖਿਆਲ ਰੱਖਦੇ ਹੋ, ਉਹਨੂੰ ਖਾਣ ਨੂੰ ਚੀਜ਼ਾਂ ਲੈ ਕੇ ਦਿੰਦੇ ਹੋ, ਖਿਡੌਣੇ ਲੈ ਕੇ ਦਿੰਦੇ ਹੋ, ਉਹਨੂੰ ਵਧੀਆ ਸਕੂਲ 'ਚ ਪਾਉਂਦੇ ਹੋ, ਉਹਨੂੰ ਕਹਿੰਦੇ ਤੈਨੂੰ ਬੈਗ ਨਵਾਂ ਲੈ ਦੇਵਾਂਗੇ, ਤੈਨੂੰ ਝੂਲੇ ਝਲਾਉਣ ਲੈ ਕੇ ਚੱਲਦੇ ਆ, ਪਰ ਉਹਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਕਈ ਵਾਰੀ ਸੰਧਾਲੀਆ ਸਾਹਿਬ ਆਪਣੇ ਪਰਿਵਾਰਾਂ ਦੇ ਵਿੱਚ ਅਸੀਂ ਕਹਿੰਦੇ ਬਹੁਤ ਵਧੀਆ ਨਿਆਣੇ ਪਾਲਦੇ ਹਾਂ। ਸਾਡੀ ਗੱਲ ਕਦੋਂ ਹੁੰਦੀ ਬੱਚਿਆਂ ਨਾਲ? ਜਦੋਂ ਕੁਝ ਖਾਣ ਨੂੰ ਮੰਗਦਾ, ਜਦੋਂ ਅਸੀਂ ਉਹਨੂੰ ਕਿਤੇ ਲੈ ਕੇ ਜਾਂਦੇ, ਨਹਾਉਣਾ ਹੈ, ਸੁਲਾਉਣਾ ਹੈ, ਉੱਦਾਂ ਅਸੀਂ ਘੜੀ ਬੈਠ ਕੇ ਰੋਜ਼ ਗੱਲ ਹੀ ਨਹੀਂ ਕਰਦੇ, ਚਾਹੇ ਬੱਚਾ ਬਹੁਤ ਛੋਟਾ ਹੈ। ਕਦੇ ਫ੍ਰੀ ਹੋ ਕੇ ਮੈਂ ਕਹਿੰਦਾ ਕਿ ਤੁਸੀਂ ਟਿੱਪਣੀ ਜ਼ਰੂਰ ਕਰਿਓ ਕਿ ਜੇ ਤੁਹਾਡਾ ਬੱਚਾ ਛੋਟਾ ਹੈ 3 4 5 6 7 ਸਾਲ ਦਾ, ਕਿ ਕੀ ਆਪਾਂ ਕਦੇ ਅੱਧਾ ਘੰਟਾ ਉਹਦੇ ਨਾਲ ਊਂ ਹੀ ਬੈਠ ਕੇ ਗੱਲਾਂ ਕੀਤੀਆਂ? ਉਹ ਵੈਸੇ ਹੀ ਨੋਰਮਲ ਸਧਾਰਨ ਅਵਸਥਾ, ਜਦੋਂ ਨਾ ਉਹਨੂੰ ਤੁਹਾਡੇ ਨਾਲ ਕੋਈ ਕੰਮ ਹੋਵੇ ਨਾ ਤੁਹਾਨੂੰ ਉਹਦੇ ਨਾਲ ਕੋਈ ਕੰਮ ਹੋਵੇ, ਰੂਟੀਨ 'ਚ ਨਹੀਂ। ਹੁਣ ਕੈਨੇਡਾ ਦੇ ਵਿੱਚ ਇੱਥੇ ਇੱਕ ਮੁੰਡਾ ਪਿਛਲੀ ਵਾਰੀ ਹਰਬ ਜਿਹੜਾ ਉਹਦਾ ਕਤਲ ਹੋਇਆ ਸੀ ਵੈਨਕੂਵਰ 'ਚ, ਉਹਦੇ ਭਰਾ ਦਾ ਹੁਣ ਕਤਲ ਜਿਹੜਾ ਵਿਸਲਰ ਦੇ ਵਿੱਚ ਹੋ ਗਿਆ ਬੀਤੇ ਕੱਲ। ਸੰਧਾਲੀਆ ਸਾਹਿਬ ਗੈਂਗਸਟਰਾਂ ਦੀ ਗੱਲ ਚੱਲਦੀ ਹੈ, ਕਈ ਕੁਛ ਚੱਲੀ ਜਾਂਦਾ ਹੈ, ਜਾਣੀ ਇੱਥੇ ਵੀ ਘੱਟ ਨਹੀਂ ਲੜੀ ਵੱਜੀ ਹੋ ਆ। ਤੇ ਉੱਥੇ ਬੱਚੇ ਮਾੜੇ ਥਾਂ ਵੀ ਫਸ ਸਕਦੇ ਆ, ਚੰਗੇ ਵੀ ਬਹੁਤ ਨੇ, ਮਿਹਨਤੀਆਂ ਦੀ ਵੀ ਕੋਈ ਕਮੀ ਨਹੀਂ। ਬੱਚਾ ਭਲੇ ਬੁਰੇ ਦੀ ਪਹਿਚਾਣ ਕਰਨ ਜੋਗਾ ਹੋਣਾ ਚਾਹੀਦਾ, ਭਾਵੇਂ ਉਹ ਭਾਰਤ 'ਚ ਰਹੇ, ਪੰਜਾਬ 'ਚ ਰਹੇ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਕਿਤੇ ਵੀ ਰਹੇ, ਉਹ ਡਿਊਟੀ ਤੁਹਾਡੀ ਹੈ। ਨਹੀਂ, ਇਹ ਤਾਂ ਗੱਲ ਹੈਗੀ ਆ। ਆਪਾਂ ਇਹ ਕਈ ਵਾਰ ਸੋਚ ਲੈਂਦੇ ਆ ਵੀ ਹਾਂਜੀ ਤੁਸੀਂ ਜਵਾਕ ਨੂੰ ਜਨਮ ਦੇਤਾ, ਉਦੋਂ ਬਾਅਦ ਤੁਹਾਨੂੰ ਐਂ ਲੱਗਦਾ ਵੀ ਜਿਹੜੇ ਪਦਾਰਥ ਹੈ ਇਹਦੇ ਲਈ ਉਹ ਮੈਂ ਇਕੱਠੇ ਕਰਨ ਦੀ ਦੌੜ 'ਚ ਲੱਗ ਜਾਵਾਂ, ਇਹਨੂੰ ਮੈਂ ਘਰ ਬਣਾ ਦਿਆਂ, ਇਹਨੂੰ ਮੈਂ ਕੋਠੀਆਂ ਕਾਰਾਂ ਲੈ ਦਿਆਂ, ਇਹਨੂੰ ਹੋ ਸਕਦਾ ਮੈਂ ਕੋਈ ਪਹਾੜਾਂ ਦੇ ਪੈਰਾਂ 'ਚ ਜ਼ਮੀਨ ਇਕੱਠੀ ਕਰ ਦਿਆਂ, ਇਹਨੂੰ ਮੈਂ ਕਾਰੋਬਾਰ ਲੈ ਦਿਆਂ, ਪਤਾ ਨਹੀਂ ਕੀ ਕੁਛ ਕਰਦੇ ਹਾਂ। ਹਾਂ, ਉਦੋਂ ਬਾਅਦ ਉਹਨੇ ਆਪਣੇ ਤੌਰ 'ਤੇ ਉਹਦਾ ਕੀ ਕਰਨਾ ਕੀ ਨਹੀਂ ਕਰਨਾ, ਜਾਂ ਉਹ ਕਿਹੋ ਜਿਹੀ ਸ਼ਖਸੀਅਤ ਬਣਨਾ, ਉਸ ਵਾਲੇ ਪਾਸੇ ਧਿਆਨ ਦਿੱਤਾ ਨਹੀਂ ਜਾਂਦਾ। ਮੈਨੂੰ ਲੱਗਦਾ ਹੁੰਦਾ ਵੀ ਜੇ ਤੁਸੀਂ ਮਨੁੱਖ ਨੂੰ ਮਨੁੱਖ ਬਣਾ ਦਿਓ ਤੇ ਜੇ ਤੁਹਾਨੂੰ ਸੋਝੀ ਆ ਗਈ ਤੇ ਉਹਨੂੰ ਵੀ ਆ ਜੂਗੀ ਯਾਰ। ਸੰਧਾਲੀਆ ਸਾਹਿਬ ਬੜੀ ਮੋਟੀ ਜੀ ਗੱਲ ਹੈ। ਆਪਾਂ ਬਹੁਤ ਕੋਸ਼ਿਸ਼ ਕਰਦੇ ਪੰਜਾਬੀ ਭਾਈਚਾਰਾ ਕਿ ਨਿਆਣੇ ਲਈ ਕੁਛ ਬਣਾ ਜਾਈਏ, ਚਾਹੀਦਾ ਵੀ ਹੈ। ਹੁਣ ਕੈਨੇਡਾ ਵਰਗੇ ਮੁਲਕ ਦੇ ਵਿੱਚ ਤਾਂ ਸੋਸ਼ਲ ਸਿਕਿਉਰਿਟੀ ਬੜੀ ਤਕੜੀ ਹੈ, ਪੰਜਾਬ 'ਚ ਤਾਂ ਮੰਨਿਆ ਹੈ ਨਹੀਂ। ਇੱਥੇ ਜੇ ਤੁਹਾਡਾ ਕੰਮ ਛੁੱਟ ਜਾਂਦਾ ਸਰਕਾਰ ਤੁਹਾਨੂੰ ਰੋਟੀ ਖਾਣ ਨੂੰ ਦਿੰਦੀ ਹੈ, ਨਿਆਣਾ ਪੜ੍ਹਨਾ ਚਾਹੁੰਦਾ ਸਰਕਾਰ ਆਪ ਲੋਨ ਦਿੰਦੀ ਹੈ ਕਿ ਭਾਈ ਕੋਈ ਗੱਲ ਨਹੀਂ, ਜਦੋਂ ਨੌਕਰੀ ਕਰੇਗਾ ਕਿਸ਼ਤਾਂ ਹੀ ਦੇਈ ਜੀ, ਗੱਲ ਨਹੀਂ ਘੁੱਟਦੇ। ਫਿਰ ਉੱਥੇ ਅਸੀਂ ਇੱਕ ਗੱਲ ਜ਼ਰੂਰ ਸਮਝੀਏ ਕਿ ਬੱਚਾ ਤੁਸੀਂ ਉਹਨੂੰ ਸੋਨੇ ਦੀਆਂ ਫੌੜੀਆਂ ਲੈ ਦਿਓ, ਜਿਹਦੇ ਨਾਲ ਐਂ ਤੁਰਦਾ ਹੁੰਦਾ, ਜਦੋਂ ਲੰਗੜਾ ਕੇ ਤੁਰਦਾ, ਸੋਨੇ ਦੀਆਂ ਲੈ ਦਿਓ। ਉਹਨੂੰ ਚਾਂਦੀ ਦੀਆਂ ਫੌੜੀਆਂ ਲੈ ਦਿਓ, ਉਹ ਫੌੜੀਆਂ ਹੀ ਨੇ। ਉਹਨੂੰ ਫੌੜੀਆਂ ਦੀ ਲੋੜ ਨਹੀਂ ਤੁਹਾਡੀਆਂ ਦੀ, ਉਹਨੂੰ ਆਪਣੇ ਪੈਰਾਂ 'ਤੇ ਖੜਾ ਹੋਣ ਜੋਗਾ ਕਰੋ। ਸਮਝ ਲਓ ਕਿ ਉਹ ਸਾਰੀ ਦੁਨੀਆ ਹੀ ਜਿੱਤ ਗਿਆ। ਫਿਰ ਨਹੀਂ ਕਿਸੇ ਤਰ੍ਹਾਂ ਦੀ ਕੋਈ ਚਿੰਤਾ। ਮਾਫ ਕਰਨਾ, ਉਹ ਬੜੇ ਸਿਆਣੇ ਨੇ ਸਾਰੇ ਆਪਣੇ ਭਾਈਚਾਰੇ ਦੇ ਲੋਕ, ਕਿਉਂਕਿ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ, ਗੱਲ ਕਰਨੀ ਬਣਦੀ ਹੈ। ਅਸੀਂ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ, ਅਸੀਂ ਸਾਰਾ ਜ਼ੋਰ ਉਹਨੂੰ ਫੌੜੀਆਂ ਦੇਣ 'ਤੇ ਲਾ ਦਿੰਦੇ ਹਾਂ, ਉਹਨੂੰ ਪੈਰਾਂ 'ਤੇ ਖੜਾ ਨਹੀਂ ਕਰਦੇ। ਤੇ ਸੁਝਾਅ ਇਸ ਮੁੱਦੇ 'ਤੇ ਵੀ ਦਿਓ, ਤੁਹਾਡੇ ਪਰਿਵਾਰ ਚੰਗੇ ਨੇ, ਤੁਹਾਡੇ ਬੱਚੇ ਚੰਗੇ ਨੇ, ਤੁਸੀਂ ਕਿੱਦਾਂ ਉਹਨਾਂ ਨੂੰ ਰੇਜ਼ ਕੀਤਾ, ਵੱਡੇ ਕਿੱਦਾਂ ਕੀਤਾ, ਟਿੱਪਣੀਆਂ ਸੁਝਾਅ ਦੇ ਰੂਪ 'ਚ ਵੀ ਲਿਖਿਓ, ਕੋਈ ਮੇਰੇ ਵਰਗਾ ਹੋਰ ਵੀ ਪੜ੍ਹ ਲੈਂਦਾ। ਨਹੀਂ, ਬਿਲਕੁਲ ਠੀਕ ਆ, ਇਹ ਬੜਾ ਜ਼ਰੂਰੀ ਆ। ਤੇ ਇਹ ਵਿਸ਼ਾ ਮੇਰੇ ਖਿਆਲ ਨਾਲ ਇਹੋ ਜਿਹਾ ਵਿਸ਼ਾ ਜਿਸ 'ਤੇ ਆਪਾਂ ਗੱਲ ਕਰਦੇ ਨਹੀਂ, ਸੋ ਕਰਨ ਦੀ ਲੋੜ ਹੈਗੀ। ਆਪਾਂ ਜਦੋਂ ਵੀ ਕਿਤੇ ਡਿਸਕਸ਼ਨ ਇੱਧਰ ਵੀ ਸੁਣ ਲਈਏ ਤੇ ਉਹ ਕੁੱਲ ਮਿਲਾ ਕੇ ਘੁੰਮ ਫਿਰ ਕੇ ਮਾਇਆ 'ਤੇ ਹੁੰਦੀ ਹੈ। ਤੇ ਫਿਰ ਜਦੋਂ ਆਪਾਂ ਉਹ ਸਮਾਂ ਕੱਢ ਕੇ ਕਿਤੇ ਜਾਂਦੇ ਹਾਂ ਵੀ ਚਲੋ ਕਿਸੇ ਦੀ ਗੱਲ ਸੁਣ ਲਈਏ ਸਿਆਣੇ ਦੀ, ਉਹ ਕਹਿੰਦੇ ਮਾਇਆ ਨਾਲ ਜਾਣੀ ਨਹੀਂ। ਫਿਲਹਾਲ ਚੱਲੀਏ ਜੀ, ਆਪਾਂ ਮਾਇਆ ਨਹੀਂ ਨਾਲ ਜਾਣੀ, ਆਪਾਂ ਨੂੰ ਜਾਣਾ ਪੈਣਾ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹੇ ਨੇ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।